ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 9:15 ਹੋਏ ਨੇ ਤੇ 12 ਅਪ੍ਰੈਲ ਦਾ ਦਿਨ ਹੈ, ਵਰ੍ਹਾ 2021 ਦਾ ਸੱਸਾ ਸੋਮਵਾਰ ਹੈ ਤੇ 30 ਚੇਤ ਨਾਨਕਸ਼ੇ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ। ਦਿਨ ਕਾਹਦਾ ਚੜਿਆ, ਲੋੜਾ ਹੀ ਉਠਾਲਿਆ ਪਿਆ। ਸ਼ੁਰੂਆਤ ਦੇ ਵਿੱਚ ਨਵਕਿੰਦਰ ਸਿੰਘ ਪੱਤੀ ਦੇਸ਼ ਪੰਜਾਬ ਦੇ ਝਰੋਖੇ ਚੋਂ ਪੰਜਾਬ ਤੋਂ ਗੱਲਬਾਤ ਕਰਨਗੇ। ਉਸ ਤੋਂ ਬਾਅਦ ਅਗਲੇ ਘੰਟੇ 'ਚ 10:05 ਤੇ ਉੱਘੇ ਮਨੁੱਖੀ ਹੱਕਾਂ ਦੇ ਵਕੀਲ ਸਰਦਾਰ ਸਰਬਜੀਤ ਸਿੰਘ ਵੇਰਕਾ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਲਬਾਤ ਕਰਨਗੇ ਕਿ ਜਿਹੜਾ ਭੋਗ ਪਾਇਆ ਬੇਅਦਬੀ ਮਾਮਲਿਆਂ ਦੇ ਵਿੱਚ ਰਿਪੋਰਟ ਦਾ, ਉਹਦਾ ਕੀ ਹੈ, ਕਹਾਣੀ ਕੀ ਆ ਉਹਦੇ ਪਿੱਛੇ, ਅਦਾਲਤਾਂ 'ਚ ਕੀ ਗੱਲ ਚੱਲ ਰਹੀ ਹੈ, ਵਕੀਲ ਕੀ ਕਹਿ ਰਹੇ ਨੇ, ਜੱਜ ਕੀ ਕਹਿ ਰਹੇ ਨੇ, ਉੱਪਰਲਿਆਂ ਸਫ਼ਿਆਂ 'ਚ ਕੀ ਹੋ ਰਹੀ ਹੈ ਗੱਲ, ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੋਈ ਕਹਾਣੀ ਹੋਊ ਜਾਂ ਫਿਰ ਇਹ ਪਾਰਟੀਬਾਜ਼ੀ ਦੀ ਭੇਟ ਚੜ੍ਹ ਗਿਆ, ਜਾਂ ਫਿਰ ਕਿਸਾਨਾਂ ਦੇ ਸੰਘਰਸ਼ ਨੂੰ ਮੱਠਿਆਂ ਕਰਨ ਲਈ ਇੱਕ ਹੋਰ ਸੰਘਰਸ਼ ਦੀ ਤਿਆਰੀ ਆ। ਦਾਦੂਵਾਲ ਹੋਣੀ ਤੇ ਮੰਡ ਹੋਣੀ ਤਿਆਰੀ ਕਰੀ ਬੈਠੇ ਨੇ, ਕਦੇ ਖਾਸਾ ਚਿਰ ਹੋ ਗਿਆ ਬਾਹਰ ਗੇੜਾ ਨਹੀਂ ਦਿੱਤਾ ਤੇ ਸ਼ੁਰੂ ਕਰੀਏ ਕੁਛ। ਸੋ ਇਹ ਵੀ ਹੋ ਸਕਦਾ। ਗੱਲਬਾਤ ਕਰਨਗੇ ਸਰਦਾਰ ਵੇਰਕਾ ਜੀ, ਤੇ ਵੇਰਕਾ ਸਾਹਿਬ ਤੋਂ ਪਿੱਛੋਂ ਫਿਰ ਤੁਹਾਡਾ ਸਮਾਂ ਹੋਏਗਾ ਦੋਨੇ ਵਿਸ਼ਿਆਂ ਤੇ ਗੱਲ ਕਰਨ ਲਈ। ਕੁਝ ਲੋਕਲ ਖਬਰਾਂ ਵੀ ਸੁਣਾਵਾਂਗਾ ਕਿ ਨੇਤਨਯਾਹੂ ਕੀ ਕਹਿੰਦਾ ਇਜ਼ਰਾਈਲ ਦਾ, ਤੇ ਈਰਾਨ ਦੇ ਵਿੱਚ ਇੱਕ ਨਿਊਕਲੀਅਰ ਫੈਸਿਲਿਟੀ ਤੇ ਕਿਸ ਤਰ੍ਹਾਂ ਸਾਈਬਰ ਅਟੈਕ ਹੋਇਆ। ਅੱਜ 22 ਦੇ ਕਰੀਬ ਇਕੱਠੇ ਫਾਈਟਰਸ ਨੇ ਜਿਹੜਾ ਤਾਇਵਾਨ ਤੇ ਗੇੜਾ ਕੱਢਿਆ ਚੀਨ ਦੇ ਜਹਾਜ਼ਾਂ ਨੇ। ਸੋ ਉਹਦੀ ਕਹਾਣੀ ਕੀ ਹੈ, ਉਹ ਕਿਉਂ ਹੋ ਰਿਹਾ, ਮੁੜ ਕੇ ਇਹਨੂੰ ਕਿਉਂ ਕਰ ਰਹੇ ਨੇ। 25 ਚਾਈਨੀਜ਼ ਏਅਰਫੋਰਸ ਦੇ ਏਅਰਕ੍ਰਾਫਟ ਜਿਹੜੇ ਨੇ ਅੱਜ ਤਾਇਵਾਨ ਦੀ ਜਿਹੜੀ ਹਵਾਈ ਸਰਹੱਦ ਹੈ ਉੱਥੇ ਜਾ ਵੜੇ। ਸੋ ਉਹਦਾ ਕੀ ਮਤਲਬ ਹੈ? ਚੀਨ ਤਾਇਵਾਨ ਨੂੰ ਨਹੀਂ, ਅਮਰੀਕਾ ਨੂੰ ਅੱਖਾਂ ਦਿਖਾਉਂਦਾ। ਕਹਾਣੀ ਇਹ ਹੈ। ਮਿੰਦੋ ਪੰਚਣੀ ਨਹੀਂ ਬੋਲਦੀ, ਸਰਪੰਚ ਬੋਲਦਾ ਮਿੰਦੋ ਪੰਚਣੀ 'ਚ। ਸ਼ੇਰੇ ਪੰਜਾਬ radio.ca ਤੇ ਸਿੱਧਾ ਪ੍ਰਸਾਰਨ ਚੱਲ ਰਿਹਾ ਪ੍ਰੋਗਰਾਮ ਜਿਹੜਾ ਤੁਸੀਂ ਸੁਣ ਸਕਦੇ ਹੋ। ਤੇ ਉਸ ਤੋਂ ਬਾਅਦ 604 729 1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ, ਤੇ 604 204 0600 ਔਨ ਏਅਰ ਨੰਬਰ ਹੈ 6042040600 600 AM ਸ਼ੇਰੇ ਪੰਜਾਬ ਰੇਡੀਓ ਫੇਸਬੁੱਕ ਤੇ ਇਹੀ YouTube ਦਾ ਸਰਨਾਮਾ। ਲਗਰੇ ਕੱਚੀਏ ਲਾਲ ਕਰੂੰਬਲ ਗੰਦਲੇ ਸੌਂਫ ਦੀਏ, ਤੇਰਾ ਸੋਹਜ ਕਰਿੰਦਾ ਖਲਕਤ ਤੇ ਸਰਦਾਰੀ, ਤੇਰੀ ਚੁੰਨੀ ਤੇ ਇਉਂ ਲਾਲ ਲਕੀਰਾਂ ਵੱਜੀਆਂ ਨੇ ਬਈ ਜੀਕਣ ਮੂੰਗਫਲੀ ਦੇ ਫੁੱਲਾਂ ਉੱਤੇ ਧਾਰੀ, ਤੇਰੀ ਸੇਲੀ ਤਾਂ ਜੋ ਡਾਰ ਹੋਵੇ ਕੋਈ ਚਿੜੀਆਂ ਦੀ, ਜਿਹੜੀ ਪੱਛੋਂ ਦੇ ਵੱਲ ਉੱਡ ਜਾਏ ਮਾਰ ਉਡਾਰੀ, ਤੈਨੂੰ ਹਵਾ ਦੇ ਬੁੱਲੇ ਨਾਗ ਵਲੇਵਾਂ ਪਾਲਣ ਦੇ ਚੰਦਾ, ਕੱਕਾ ਚੰਨਣ ਹਿੱਕ ਤੇ ਕਰੇ ਸਵਾਰੀ, ਤੋਪੇ ਧਾਗੇ ਫੁੱਲ ਸਰਾਣੇ ਚੁੱਲ੍ਹੇ ਚਰਖਿਆਂ ਤੇ ਤੇਰੇ ਹੰਸਣੀਆਂ ਜੇ ਹੱਥਾਂ ਦੀ ਮੁਖਤਿਆਰੀ, ਤੇਰੇ ਸਾਹਾਂ ਦੇ ਵਿੱਚ ਰੋਹੀ ਗਿੱਧਾ ਪਾਉਂਦੀਆਂ ਨਹੀਂ ਕੋਈ ਨਾਗ ਲਾ ਗਿਆ ਅੜੀਏ ਕੁੰਜ ਕੁਆਰੀ, ਤੇਰੀ ਧੂਣੀ ਜੇੜ ਫਕੀਰੀ ਮੌਤੋਂ ਪਿਆਰੀ ਨਹੀਂ, ਪਾ ਕੇ ਦਰਸ਼ਨ ਹੋ ਗਏ ਧੁੱਪ ਵੀ ਤਿੜਕਣ ਹਾਰੀ, ਧਣੀਆਂ ਸੁੰਡ ਰਲਾ ਕੇ ਰੁੱਤਾਂ ਖਾਣ ਪੰਜੀਰੀਆਂ, ਮੌਸਮ ਕੰਨ ਪੜਵਾਉਣ ਦੀ ਕਰਦੇ ਫਿਰਨ ਤਿਆਰੀ, ਰੇਤਾ ਟਿੱਬਿਆਂ ਦਾ ਤੂੰ ਮਰੂਏ ਦੇ ਵਿੱਚ ਗੁੰਨਦੀ ਐ, ਜਦ ਵੀ ਜੰਗਲੇ ਓਲੇ ਬੈਠੇ ਕੱਲੀ ਕਾਰੀ, ਜਿਹਦੀ ਯਾਦ ਦਾ ਪਾਣੀ ਬੰਨ ਤੋੜ ਕੇ ਚੜ ਗਿਆ ਨਹੀਂ ਮੁੰਡਾ, ਕੱਚੀਆਂ ਸੇਬਾਂ ਕਾਸਟਨ ਦੇ ਸੇਬਾਂ ਵਰਗਾ ਸ਼ੈਲ ਖਿਡਾਰੀ, ਪਹਿਲਾਂ ਪੱਤਣਾ ਉੱਤੇ ਸ਼ਮਕਾਂ ਦੇ ਨਾਲ ਕੁੱਟਿਆਂ ਤੂੰ, ਮਗਰੋਂ ਸਾਧ ਬਣੇ ਨੂੰ ਡਾਉਂਦੀ ਪਲੰਗ ਨਵਾਰੀ, ਕੱਚ ਦੀਆਂ ਵੰਗਾਂ ਲਾ ਕੇ ਅੜੀਏ ਨਰਮ ਕਲਾਈਆਂ ਚੋਂ ਨੀ ਤੂੰ ਚੁੱਕ ਲੈਂਦੀ ਐ ਕੀਕਣ ਕੁੜੇ ਕਟਾਰੀ, ਨੀ ਤੂੰ ਚੁੱਕ ਲੈਂਦੀ ਐ ਕੀਕਣ ਕੁੜੇ ਕਟਾਰੀ। ਹਰਮਨਜੀਤ ਲਿਖਦਾ ਰਾਣੀ ਤੱਤ ਦੇ ਵਿੱਚ। ਨਵਕਿੰਦਰ ਸਿੰਘ ਪੱਤੀ ਪੰਜਾਬ ਤੋਂ ਨਾਲ ਨੇ। ਸਰਦਾਰ ਨਵਕਿੰਦਰ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਲੱਖੇ ਸਿਧਾਣੇ ਦਾ ਚਾਚੇ ਦਾ ਮੁੰਡਾ ਜਦ ਚੱਕਿਆ, ਜਿਵੇਂ ਉਹਨੇ ਮੁੰਡੇ ਨੇ ਕਹਾਣੀ ਦੱਸੀ ਆ ਵੀ ਗੁਰਪ੍ਰੀਤ ਉਹਨੂੰ ਜਦ ਮੋਟਰਸਾਈਕਲ ਤੇ ਲੈ ਕੇ ਗਿਆ ਤੇ ਉਹ ਉਸ ਜਗ੍ਹਾ 'ਚ ਹੀ ਲੈ ਕੇ ਗਿਆ ਜਿੱਥੇ ਮੂਹਰੇ ਦਿੱਲੀ ਦੀ ਪੁਲਿਸ ਖੜੀ ਸੀ। ਵੇ ਮੁੰਡੇ ਦੇ ਅੱਖਾਂ ਤੇ ਪੱਟੀ ਬੰਨ੍ਹ ਤੇ ਜੇ ਤੇ ਬਹੁਤ ਡਰਾਉਂਦੇ ਰਹੇ, ਪਿਸਟਲ ਰੱਖਦੇ ਰਹੇ, ਤੇ ਪਹਿਲੀ ਵਾਰ ਨਵਜੋਤ ਸਿੱਧੂ ਵੀ ਬੋਲਿਆ। ਲੱਖਾ ਸਿਧਾਣੇ ਦੀ ਗੱਲਬਾਤ ਤੋਂ
ਜਿਹੜਾ ਮੁੰਡੇ ਦਾ ਜਿਹੜਾ ਮਾਨਸਿਕ ਲੈਵਲ ਹੈ ਉਹਦੇ ਤੇ ਕੁਝ ਨਾ ਕੁਝ ਜਿਹੜਾ ਹੈ ਉਹ ਵਜ਼ਨ ਹੈ ਗੱਲਾਂ ਬਾਤਾਂ ਤੋਂ ਉਹਦੀਆਂ ਤੋਂ ਲੱਗਦਾ। ਕਹਾਣੀ ਕੀ ਚੱਲ ਰਹੀ ਹੈ ਜੀ? ਮੁੰਡਾ ਖਾਸਾ ਕੁੱਟਿਆ ਲੱਗਦਾ। ਜੀ ਗਿੱਲ ਸਾਹਿਬ, ਦੇਖੋ ਬੜੀ ਮੰਦਭਾਗੀ ਘਟਨਾ ਜਿਹੜੀ ਇਹ ਹੈਗੀ ਕਿ ਲੱਖੇ ਸਿਧਾਣੇ ਦੇ ਚਾਚੇ ਦੇ ਮੁੰਡੇ ਗੁਰਦੀਪ ਸਿੰਘ ਸਿਧਾਣਾ, ਮੁੰਡੀ ਵੀ ਕਹਿੰਦੇ ਨੇ ਉਹਨੂੰ, ਨੌਜਵਾਨ ਨੂੰ, ਉਹ ਦਰਅਸਲ ਲਾ ਕਰਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ। ਬੜਾ ਸਾਊ ਮੁੰਡਾ ਹੈ ਉਹ। ਮੁੰਡੇ ਬਾਰੇ ਮਤਲਬ ਅਕਸਰ ਇਹੀ ਗੱਲ ਜਿਹੜੀ ਸੁਣਨ ਨੂੰ ਮਿਲਦੀ ਆ ਕਿ ਬਹੁਤ ਹੀ ਸਾਊ ਜਿਹੜਾ ਉਹ ਮੁੰਡਾ ਹੈਗਾ। ਔਰ ਉਹ ਆਪਣੇ ਪੇਪਰਾਂ ਦੇ ਸੰਬੰਧ ਦੇ ਵਿੱਚ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਗਿਆ ਸੀਗਾ। ਯੂਨੀਵਰਸਿਟੀ ਤਾਂ ਜੇ ਪਹੁੰਚਿਆ ਹੀ ਨਹੀਂ ਸੀ, ਉਹਨੇ ਟ੍ਰੇਨ ਇੱਥੋਂ ਸਾਡੇ ਜਾਂਦੀ ਹੈ ਜਿਹੜੀ ਬਠਿੰਡੇ ਤੋਂ ਪਟਿਆਲਾ, ਉਹ ਟ੍ਰੇਨ ਚੜ੍ਹਿਆ। ਟ੍ਰੇਨ ਚੜ੍ਹ ਕੇ ਜਦੋਂ ਪਟਿਆਲੇ ਪਹੁੰਚਿਆ ਤਾਂ ਉਹਨੇ ਆਪਦੇ ਮਿੱਤਰ ਗੁਰਪ੍ਰੀਤ ਸਿੰਘ ਹੈ ਉਹਨੂੰ ਫੋਨ ਕੀਤਾ ਕਿ ਮੋਟਰਸਾਈਕਲ ਲੈ ਕੇ ਮੂਹਰੇ ਆ ਜੀ ਤੇ ਆਪਾਂ ਚੱਲਾਂਗੇ। ਅਜੇ ਉਹ ਉੱਥੋਂ ਮੋਟਰਸਾਈਕਲ ਦੇ ਉੱਤੇ ਬਹਿੰਦੇ ਨੇ, ਰੇਲਵੇ ਸਟੇਸ਼ਨ ਤੋਂ ਅਰਬਨ ਸਟੇਟ ਪਹੁੰਚਦੇ ਨੇ ਯੂਨੀਵਰਸਿਟੀ ਦੇ ਨੇੜੇ ਜੀ। ਉੱਥੇ ਉਹ ਕਹਿੰਦਾ ਇੱਕ ਮੋੜ ਦੇ ਉੱਤੇ ਜਿਹੜੀ ਪੁਲਿਸ ਆ ਉਹਨਾਂ ਨੂੰ ਘੇਰਦੀ ਹੈ, ਘੇਰ ਕੇ ਚੱਕ ਲੈਂਦੀ ਹੈ, ਚੱਕ ਕੇ ਗੱਡੀ 'ਚ ਸੱਟ ਲੈਂਦੀ ਹੈ। ਫਿਰ ਅੱਖਾਂ ਤੇ ਪੱਟੀ ਬੰਨ੍ਹ ਕੇ ਕੁੱਟਮਾਰ ਕਰਦੀ ਆ, ਬੇਤਹਾਸ਼ਾ ਕੁੱਟਦੀ ਆ। ਪੁਲਿਸ ਉਹਨੂੰ ਪੁੱਛਦੀ ਹੈਗੀ ਕਿ ਤੂੰ ਇਹ ਦੱਸ ਕਿ ਲੱਖਾ ਸਿਧਾਣਾ ਕਿੱਥੇ ਆ। ਫਿਰ ਉਹਨੂੰ ਉੱਥੋਂ 4-5 ਘੰਟਿਆਂ ਦੇ ਸਫ਼ਰ ਤੋਂ ਬਾਅਦ ਹਰਿਆਣਾ ਲੈ ਜਾਂਦੇ ਨੇ, ਕੁੱਟਮਾਰ ਕਰਕੇ ਉਹਨੂੰ ਬਾਅਦ ਦੇ ਵਿੱਚ ਅਗਲੇ ਦਿਨ ਜਿਹੜਾ ਉਹ ਛੱਡ ਕੇ। ਸੋ ਇਹ ਜਿਹੜਾ ਪੂਰੇ ਦਾ ਪੂਰਾ ਘਟਨਾਕ੍ਰਮ ਗਿੱਲ ਸਾਹਿਬ, ਇਹ ਘਟਨਾਕ੍ਰਮ ਇਸ ਗੱਲ ਵਾਲੇ ਪਾਸੇ ਨੂੰ ਇਸ਼ਾਰਾ ਕਰਦਾ ਕਿ ਇੱਕ ਤਾਂ ਇਹ ਕਿ ਦਿੱਲੀ ਪੁਲਿਸ ਦੀ ਯੁਰਤ ਕਿਵੇਂ ਹੋਈ ਪੰਜਾਬ 'ਚ ਐਂਟਰ ਹੋਣ ਦੀ। ਪੰਜਾਬ ਦੀ ਪੁਲਿਸ ਹੈ ਔਰ ਇਹਨਾਂ ਨੇ ਮਤਲਬ ਪਹਿਲਾਂ ਕਾਨੂੰਨ ਤਾਂ ਜਿਹੜੇ ਬਣਾਤੇ ਕਿ NIA ਵਰਗੀਆਂ ਜਿਹੜੀਆਂ ਏਜੰਸੀਆਂ ਨੇ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ, ED ਹੈ, ਹੋਰ ਹੈ, ਉਹ ਛਾਪੇਮਾਰੀ ਕਰ ਸਕਦੀਆਂ ਨੇ, ਉਹ ਐਂਟਰ ਹੋ ਸਕਦੇ ਆ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਕਿਸੇ ਵਿਅਕਤੀ ਨੂੰ ਅਰੈਸਟ ਕਰ ਸਕਦੀਆਂ। ਪਿਛਲੇ ਦਿਨਾਂ ਦੇ ਵਿੱਚ ਮਹਾਰਾਸ਼ਟਰ ਦੇ ਪੁਲਿਸ ਅਫਸਰ ਸਚਿਨ ਬਾਜੇ ਨੂੰ NIA ਅਰੈਸਟ ਕਰਕੇ ਲੈ ਗਈ, ਉਹ ਕਰ ਸਕਦੇ ਆ। ਪਰ ਦਿੱਲੀ ਪੁਲਿਸ ਆ ਜਿਹੜੀ, ਉਹ ਕਿਸੇ ਵੀ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਆ ਕੇ ਸਾਡੇ ਨੌਜਵਾਨ ਨੂੰ ਅਰੈਸਟ ਕਰਦੀ ਹੈ। ਅਰੈਸਟ ਤਾਂ ਕੀਤਾ ਹੀ ਨਹੀਂ ਨਾ, ਉਹ ਤਾਂ ਹੁਣ ਗਿੱਲ ਸਾਹਿਬ ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਗੁੰਡਿਆਂ ਦੀ ਤਰ੍ਹਾਂ ਕਿਡਨੈਪਿੰਗ ਕੀਤੀ ਹੈ। ਔਰ ਉੱਥੇ ਮਤਲਬ ਅਸੀਂ ਕਿਵੇਂ ਸਮਝੀਏ ਕਿ ਪੁਲਿਸ ਆ, ਕੱਲ ਨੂੰ ਕੋਈ ਹੋਰ ਮੁੰਡਾ ਚੱਕ ਲੈਣਗੇ ਔਰ ਚੱਕ ਕੇ ਜੇ ਤਾਂ ਪਤਾ ਲੱਗ ਗਿਆ ਤਾਂ ਕਹਿ ਦੇਣਗੇ ਕਿ ਪੁਲਿਸ ਸੀ, ਅਦਰਵਾਈਜ਼ ਉਹ ਕਹਿ ਦੇਣਗੇ ਪੁਲਿਸ ਹੀ ਨਹੀਂ ਸੀ। ਕਿਉਂਕਿ ਇਹ ਵੀ ਇੱਕ ਪੁਲਿਸ ਦਾ ਜਿਹੜਾ ਮਤਲਬ ਕਿਰਦਾਰ ਆ ਉਹ ਰਹਿੰਦਾ ਹੈਗਾ। ਕਾਨੂੰਨ ਤਾਂ ਇਹ ਕਹਿੰਦਾ ਹੈਗਾ, ਹੁਣ ਕਿਸੇ ਨੂੰ ਕੀ ਪਤਾ ਕਿ ਉਹ ਪੁਲਿਸ ਸੀਗੀ, ਕਿ ਉਹ ਆਉਣ ਆ ਕੇ ਪੰਜਾਬ ਦੀ ਪੁਲਿਸ ਨਾਲ ਗੱਲਬਾਤ ਕਰਨ। ਉਸ ਤੋਂ ਬਾਅਦ ਸੰਵਿਧਾਨ ਦੇ ਅਨੁਸਾਰ, ਕਾਨੂੰਨ ਦੇ ਅਨੁਸਾਰ ਜਿਸ ਵਿਅਕਤੀ ਨੂੰ ਅਰੈਸਟ ਕੀਤਾ ਜਾਂਦਾ, ਉਹਦੇ ਪਿੰਡ ਦੇ ਮੋਹਤਬਰ ਬੰਦੇ ਨੂੰ, ਉਸ ਪਰਿਵਾਰ ਨੂੰ, ਉਹਦੇ ਨੌਜਵਾਨ ਦੇ ਮਾਂ-ਬਾਪ ਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਨੌਜਵਾਨ ਆ ਜਿਹੜਾ ਉਹ ਅਰੈਸਟ ਕੀਤਾ ਜਾ ਰਿਹਾ ਹੈਗਾ। ਸੋ ਇਹ ਜਿਹੜਾ ਪੁਲਿਸ ਦਾ ਕਿਰਦਾਰ ਹੈ, ਕਿਰਦਾਰ ਇਸ ਪਾਸੇ ਨੂੰ ਲਿਜਾਂਦਾ ਕਿ ਸ਼ੱਕੀ ਕਿਰਦਾਰ ਹੈ। ਗੁੰਡਿਆਂ ਦੀ ਤਰ੍ਹਾਂ ਪੁਲਿਸ ਨੇ ਕਿਡਨੈਪਿੰਗ ਕੀਤੀ ਹੈ ਔਰ ਉਹਨਾਂ ਤੇ ਕੇਸ ਵੀ ਫਿਰ ਉਹੀ ਹੋਣਾ ਚਾਹੀਦਾ ਜਿਹੜਾ ਕਿਡਨੈਪਿੰਗ ਦਾ ਕੇਸ ਜਿਹੜਾ ਗੁੰਡਿਆਂ ਦੇ ਉੱਤੇ ਦਰਜ ਹੁੰਦਾ ਹੈਗਾ। ਸੋ ਇਹ ਮਤਲਬ ਪੁਲਿਸ ਦੀ ਜਿਹੜੀ ਗੁੰਡਾਗਰਦੀ ਹੋਈ ਹੈ, ਪੁਰਸ਼ਾਗਰਦੀ ਹੋਈ ਆ, ਉਹਦੇ ਖਿਲਾਫ ਪੰਜਾਬ ਦੇ ਮਤਲਬ ਨਵਜੋਤ ਸਿੰਘ ਸਿੱਧੂ ਬੋਲੇ ਨੇ, ਸੁਖਬੀਰ ਬਾਦਲ ਬੋਲਿਆ, ਹੋਰ ਬਹੁਤ ਸਾਰੇ ਮਤਲਬ ਬੋਲੇ ਨੇ, ਕਿਸਾਨ ਆਗੂ ਬੋਲੇ ਨੇ, ਸੰਯੁਕਤ ਕਿਸਾਨ ਮੋਰਚਾ ਬੋਲਿਆ ਕਿ ਇਸ ਕੇਸ ਦੇ ਵਿੱਚ। ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀ ਚੁੱਪ। ਔਰ ਗਿੱਲ ਸਾਹਿਬ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਪੁਲਿਸ ਤੋਂ ਜਾਂ ਪੰਜਾਬ ਸਰਕਾਰ ਤੋਂ ਬਿਨਾਂ, ਇਹਨਾਂ ਦੀ ਥੋੜੀ ਬਹੁਤਾ ਕੰਸੈਂਟ ਲੈ, ਇਹਨਾਂ ਦੀ ਸਹਿਮਤੀ ਤੋਂ ਬਿਨਾਂ ਪੁਲਿਸ ਦਿੱਲੀ ਦੀ ਐਡੀ ਵੱਡੀ ਕਾਰਵਾਈ ਕਰ ਜੂ। ਸੋ ਇਹ ਜੇ ਪੰਜਾਬ ਸਰਕਾਰ ਦੀ ਇਹਦੇ ਚ ਇਨਵੋਲਵਮੈਂਟ ਹੈ, ਪੰਜਾਬ ਦੀ ਪੁਲਿਸ ਦੀ ਇਨਵੋਲਵਮੈਂਟ ਹੈ, ਤਾਂ ਮਸਲਾ ਉਦੋਂ ਵੀ ਗੰਭੀਰ ਹੈ। ਗੱਲ ਇਹ ਕਿ ਲੱਖਾ ਸਿਧਾਣਾ ਮਸਤੂਆਣਾ ਸਾਹਿਬ ਤੋਂ ਰੈਲੀ ਦੇ ਵਿੱਚੋਂ ਤੁਰਦਾ ਹੈ, ਸਰਜੀਤ ਫੂਲ ਉਹਦੇ ਨਾਲ ਹੈ, ਇਸ ਤੋਂ ਇਲਾਵਾ ਬਲਦੇਵ ਸਿੰਘ ਸਿਰਸਾ ਜੀ ਨਾਲ ਨੇ, ਮਨਜੀਤ ਰਾਏ ਉੱਥੇ ਸੰਬੋਧਨ ਕਰਦਾ ਹੈ, ਉਹ ਕਾਫਲੇ ਦੇ ਰੂਪ ਦੇ ਵਿੱਚ ਉੱਥੋਂ ਦਿੱਲੀ ਜਾਂਦੇ ਨੇ। ਤਾਂ ਮਤਲਬ ਕਿਹੜਾ ਕੋਈ ਲੁਕਦਾ ਛੁਪਦਾ ਫਿਰਦਾ ਹੈ, ਉਹ ਤਾਂ ਮਤਲਬ ਇੱਕ ਜਨਤਕ ਤੌਰ ਦੇ ਉੱਤੇ ਐਲਾਨ ਕਰਕੇ ਤੁਰਦੇ ਨੇ। ਇੱਕ ਦਿਨ ਪਹਿਲਾਂ ਐਲਾਨ ਹੁੰਦਾ ਜਦੋਂ ਇਸ ਨੌਜਵਾਨ ਨੂੰ ਅਰੈਸਟ ਕੀਤਾ ਜਾਂਦਾ, ਉਹ ਤਾਂ ਐਲਾਨ ਕਰ ਚੁੱਕੇ ਨੇ ਕਿ ਭਾਈ ਕੱਲ ਨੂੰ ਅਸੀਂ ਮਸਤੂਆਣਾ ਸਾਹਿਬ ਦੀ ਧਰਤੀ ਤੋਂ ਤੁਰਾਂਗੇ ਕਾਫਲਾ ਲੈ ਕੇ। ਤਾਂ ਉਹਨੂੰ ਅਰੈਸਟ ਕਰਨਾ ਦਰਅਸਲ ਇਹ ਅਸਲ ਦੇ ਵਿੱਚ ਦਿੱਲੀ ਪੁਲਿਸ ਡਰਾਉਣਾ ਚਾਹੁੰਦੀ ਆ, ਧਮਕਾਉਣਾ ਚਾਹੁੰਦੀ ਆ, ਇਹ ਧਮਕੀਆਂ ਦੇਣਾ ਚਾਹੁੰਦੀ ਆ ਕਿ ਅਸੀਂ ਇਨਕਾਊਂਟਰ ਕਰ ਸਕਦੇ ਹਾਂ। ਕਿਉਂਕਿ ਧੜਾ-ਧੜ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ, ਜਿਸ ਤਰੀਕੇ ਦੇ ਨਾਲ ਛਾਪੇਮਾਰੀ, ਜਿਸ ਤਰੀਕੇ ਦੇ ਨਾਲ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ, ਇਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਖੜੇ ਕਰਦਾ। ਸੋ ਅੱਜ ਲੋੜ ਆ ਕਿ ਸਾਨੂੰ ਇਹ ਬਲਗਣਾ ਤੋਂ ਉੱਪਰ ਉੱਠ ਕੇ ਕਿ ਕੋਈ ਕਿਸ ਰਾਜਨੀਤਿਕ ਪਾਰਟੀ ਨਾਲ ਆ, ਕੋਈ ਕੀ ਸੋਚਦਾ, ਸਭ ਤੋਂ ਪਹਿਲਾ ਸਵਾਲ ਫੈਡਰਲਿਜ਼ਮ ਦਾ ਸਟਰਕਚਰ
ਜਦੋਂ ਤੱਕ ਰਾਜਾਂ ਦੇ ਅਧਿਕਾਰ ਸੁਰੱਖਿਅਤ ਨਹੀਂ ਹੁੰਦੇ ਕਿ ਬਾਹਰੀ ਪੁਲਿਸ ਆ ਕੇ ਐਂਟਰ ਨਾ ਕਰੇ। ਇਹ ਤਾਂ ਰਾਜਾ ਮਹਾਰਾਜਿਆਂ ਵੇਲੇ ਵੀ ਨਹੀਂ ਸੀਗਾ। ਸਾਡੇ ਗਿੱਲ ਸਾਹਿਬ ਅਕਸਰ ਉਦਾਹਰਨ ਦਿੱਤੀ ਜਾਂਦੀ ਹੈ ਰੈਸਰ ਪਿੰਡ ਦੀ, ਹੋਰ ਬੜੇ ਪਿੰਡ ਨੇ ਕਿ ਇੱਕ ਪਿੰਡ ਦੇ ਢਿੱਲਵਾਂ ਪਿੰਡ ਹੈ, ਮਤਲਬ ਜਿੱਥੇ 2 ਰਿਆਸਤਾਂ ਦਾ ਮਤਲਬ ਇੱਕ ਪਿੰਡ ਦੇ ਵਿੱਚ, ਅੱਧੇ ਪਿੰਡ 'ਚ ਇੱਕ ਰਿਆਸਤ ਨਾਲ ਹੁੰਦਾ, ਅੱਧਾ ਦੂਸਰੀ ਰਿਆਸਤ ਨਾਲ। ਉਹਨਾਂ ਸਮਿਆਂ ਦੇ ਵਿੱਚ ਵੀ ਜੇ ਕੋਈ ਵਿਅਕਤੀ ਮਤਲਬ ਕ੍ਰਾਈਮ ਵੀ ਕਰਦਾ ਸੀ, ਉਹ ਦੂਸਰੇ ਪਾਸੇ ਟੱਪ ਜਾਂਦਾ ਸੀ, ਤਾਂ ਉਹਨੂੰ ਦੂਸਰੇ ਰਾਜ ਦੀ ਪੁਲਿਸ ਆ ਜਿਹੜੀ ਉਹ ਅਰੈਸਟ ਨਹੀਂ ਸੀ ਕਰ ਸਕਦੀ ਉਦੋਂ। ਤਾਂ ਅੱਜ 21ਵੀਂ ਸਦੀ ਦੇ ਵਿੱਚ ਆ ਕੇ ਵੀ ਜੇ ਰਾਜਾਂ ਦੇ ਅਧਿਕਾਰ ਇੰਨੇ ਵੀ ਸੁਰੱਖਿਅਤ ਨਹੀਂ ਰਹਿੰਦੇ ਕਿ ਜਿਸ ਦਾ ਮਤਲਬ ਸਰਕਾਰ ਹੋਵੇ ਉਹਨੂੰ ਪਤਾ ਹੀ ਨਾ ਹੋਵੇ, ਫਿਰ ਇਹ ਕਾਹਦੇ ਮੁੱਖ ਮੰਤਰੀ ਕਾਹਦੇ ਨੇ? ਫਿਰ ਇਹ ਦਿੱਲੀ ਦਾ ਮੁੱਖ ਮੰਤਰੀ ਦਾ ਉਹਦਾ ਘਟਾ ਕੇ ਤਾਂ ਉਹਨਾਂ ਨੇ ਇੱਕ ਮੇਅਰ ਦੇ ਟਾਈਪ ਬਣਾਤਾ। ਤਾਂ ਕੀ ਪੰਜਾਬ ਦੇ ਮੁੱਖ ਮੰਤਰੀ ਵੀ ਪੰਜਾਬ ਦੇ ਮੁੱਖ ਮੰਤਰੀ ਨਹੀਂ? ਮਤਲਬ ਉਹਨਾਂ ਦੀ ਜਿਹੜੀ ਹੈਸੀਅਤ ਆ ਪੰਜਾਬ ਦੇ ਮੁੱਖ ਮੰਤਰੀ ਦੀ, ਉਹਨਾਂ ਨੂੰ ਆਪਣੀ ਹੈਸੀਅਤ ਪਛਾਣਨੀ ਚਾਹੀਦੀ ਆ ਔਰ ਇੱਥੇ ਲਲਕਾਰਾ ਮਾਰਨਾ ਚਾਹੀਦਾ। ਮਮਤਾ ਬੈਨਰਜੀ ਨੇ ਮਾਰਿਆ ਸੀ, CBI ਵਾਲੇ ਅਰੈਸਟ ਕਰਕੇ ਬਹਾਲੇ ਸੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੇ ਵਿੱਚ ਪਿਛਲੇ ਵਰੇ। ਤਾਂ ਇੱਥੇ ਵੀ ਮਤਲਬ ਸਾਨੂੰ ਯੂਰਪ ਆ ਜਿਹੜੀ ਉਹ ਦਿਖਾਉਣੀ ਚਾਹੀਦੀ ਆ। ਸਾਰੇ ਕਿਸੇ ਤੋਂ ਉੱਠ ਕੇ ਪਹਿਲਾ ਸਵਾਲ ਇਹ ਹੋਣਾ ਚਾਹੀਦਾ ਕਿ ਦਿੱਲੀ ਪੁਲਿਸ ਪੰਜਾਬ ਦੀ ਸਰਕਾਰ, ਪੰਜਾਬ ਦੀ ਪੁਲਿਸ ਦੀ ਸਹਿਮਤੀ ਤੋਂ ਬਿਨਾਂ ਪੰਜਾਬ 'ਚ ਐਂਟਰ ਕਿਵੇਂ ਹੋਈ? ਜੀ ਗੱਲ ਸਾਹਿਬ, ਮਮਤਾ ਬੈਨਰਜੀ ਦੀ ਉਹ ਗੱਲ ਕਰ ਲਈਏ, ਪੰਜਾਬ ਜਦ ਕਲਕੱਤੇ ਦੀ ਗੱਲ ਕਰਦੇ ਨਾ, ਕਲਕੱਤੇ ਬੰਗਾਲ ਕਹਿੰਦੇ ਹੁੰਦੇ ਸੀ 2। ਅੱਛਾ, ਉੱਥੇ ਕਿਤੇ ਗੋਲੀ ਚੱਲੀ ਆ, ਭਾਜਪਾ ਦੇ ਵਰਕਰ ਨੁਕਸਾਨੇ ਗਏ ਜੀ? ਜੀ ਗੱਲ ਸਾਹਿਬ, ਦੇਖੋ ਉੱਥੇ ਗੋਲੀ ਚੱਲੀ ਹੈ। ਗੋਲੀ ਦੇ ਵਿੱਚ ਤ੍ਰਿਣਮੂਲ ਕਾਂਗਰਸ ਕਹਿ ਰਹੀ ਹੈ ਕਿ ਉਹ ਸਾਡੇ ਵਰਕਰ ਸੀ, ਲੇਕਿਨ ਭਾਜਪਾ ਕਹਿ ਰਹੀ ਹੈ ਕਿ ਇਹ ਨਹੀਂ, ਏਦਾਂ ਦੀ ਗੱਲ ਨਹੀਂ ਹੈ। ਸੋ ਮਸਲਾ ਗਿੱਲ ਸਾਹਿਬ ਦਰਅਸਲ ਇਹ ਹੋਇਆ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਚੌਥੇ ਗੇੜ ਦੀਆਂ ਵੋਟਾਂ ਪੈ ਰਹੀਆਂ ਸੀ, ਤਾਂ ਉਦੋਂ ਉਸ ਤੋਂ ਪਹਿਲਾਂ ਮਤਲਬ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਜੇ ਤੁਹਾਨੂੰ, ਕਿਉਂਕਿ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਉੱਥੇ ਲਾਈਆਂ, ਮਮਤਾ ਬੈਨਰਜੀ ਦੇ ਵਰਕਰ ਕਹਿੰਦੇ ਵੀ ਪੈਰਾਮਿਲਟਰੀ ਫੋਰਸਿਸ ਸਾਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ, ਸਾਨੂੰ ਤਾਂ ਮਤਲਬ ਵੋਟਾਂ ਪਾਉਣ ਤੋਂ ਮਨਾ ਕਰਦੇ ਆ। ਮਮਤਾ ਬੈਨਰਜੀ ਕਹਿੰਦੀ ਜੇ ਤੁਹਾਨੂੰ ਵੋਟਾਂ ਪਾਉਣ ਤੋਂ ਮਨਾ ਕਰਦੇ ਆ, ਘੇਰ ਲਓ ਉਹਨਾਂ ਨੂੰ। ਪ੍ਰਸ਼ਾਂਤ ਕਿਸ਼ੋਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਰਕੇ ਚਰਚਾ 'ਚ ਆਇਆ ਪਿਛਲੇ ਦਿਨੀ, ਕੈਪਟਨ ਅਮਰਿੰਦਰ ਸਿੰਘ ਦਾ ਚੋਣ ਰਣਨੀਤੀਕਾਰ ਬਣਿਆ ਤਾਜ਼ਾ, ਉਹ ਅਸਲ 'ਚ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦਾ ਚੋਣ ਰਣਨੀਤੀਕਾਰ ਹੈ ਇਸ ਸਮੇਂ। ਉਹ ਵੀ ਕਹਿੰਦਾ ਵੀ ਜੇ ਮਤਲਬ ਪੈਰਾਮਿਲਟਰੀ ਫੋਰਸਿਸ ਤੁਹਾਨੂੰ ਤੁਹਾਡੀ ਵੋਟ ਦਾ ਅਧਿਕਾਰ ਨਹੀਂ ਕਰਨ ਦਿੰਦੀ ਤਾਂ ਤੁਸੀਂ ਘੇਰ ਲਓ। ਔਰ ਇਹ ਰਾਈਟ ਵੀ ਬਣਦਾ ਲੋਕਾਂ ਦਾ। ਲੋਕਾਂ ਕੋਲੇ ਹੋਰ ਹੈ ਕੀ ਆ ਗਿੱਲ ਸਾਹਿਬ? ਪ੍ਰੋਟੈਸਟ ਨਾਰੇ ਮਾਰ ਸਕਦੇ ਨੇ ਨਾ ਅੱਗੇ ਖੜ ਕੇ। ਤਾਂ ਉੱਥੇ ਇਹ ਹੋਇਆ ਕਿ ਲੋਕਾਂ ਨੇ ਮਤਲਬ ਜਿਹੜੀ CISF ਹੈ, ਪੈਰਾਮਿਲਟਰੀ ਫੋਰਸ ਜਾਂ ਉਹਦੇ ਪਾਸੇ ਖੜ ਕੇ ਨਾਰੇ ਮਾਰਨੇ ਸ਼ੁਰੂ ਕਰ ਦਿੱਤੇ। ਤਾਂ ਉਸ ਤੋਂ ਬਾਅਦ ਹਿੰਸਾ ਹੋਈ ਔਰ ਉਸ ਤੋਂ ਬਾਅਦ ਗੋਲੀ ਚੱਲੀ, ਜਿਸ ਗੋਲੀ ਦੇ ਵਿੱਚ ਕੂਚ ਬਿਹਾਰ ਇਲਾਕੇ ਦੇ 4 ਲੋਕਾਂ ਦੀ ਮੌਤ ਆ ਜਿਹੜੀ ਉਹ ਹੋਈ ਆ। ਬਾਅਦ ਦੇ ਵਿੱਚ ਅੰਕੜਾ ਕਈ ਅਖਬਾਰਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ 5 ਵੀ ਜਿਹੜਾ ਉਹ ਦੱਸਿਆ ਗਿਆ, ਲੇਕਿਨ ਉਸ ਦਿਨ 4 ਲੋਕਾਂ ਦੀ ਮੌਤ ਆ ਜਿਹੜੀ ਮੌਕੇ ਦੇ ਉੱਤੇ ਉਹ ਹੋਈ। ਉਸ ਤੋਂ ਬਾਅਦ ਕੂਚ ਬਿਹਾਰ ਜਿਹੜਾ ਇਹ ਗੋਲੀकांड ਹੋਇਆ, ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਦੀ ਸਾਜ਼ਿਸ਼ ਹੈ। ਚੋਣ ਕਮਿਸ਼ਨ ਦੇ ਉੱਤੇ ਮਮਤਾ ਬੈਨਰਜੀ ਨੇ ਜਿਹੜੇ ਤੱਥ ਨੇ ਉਹਨਾਂ ਨੂੰ ਲੁਕਾਉਣ ਦਾ ਦੋਸ਼ ਹੈਗਾ ਜਿਹੜਾ ਉਹ ਵੀ ਲਾਇਆ। ਸੋ ਇਹ ਜੋ ਘਟਨਾਕ੍ਰਮ ਹੋਇਆ ਉਹ ਕਿਤੇ ਨਾ ਕਿਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਜਦੋਂ ਕਿਹਾ ਜਾ ਰਿਹਾ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਜਦੋਂ ਵੋਟਾਂ ਪੈ ਰਹੀਆਂ ਨੇ, ਉਸ ਲੋਕਤੰਤਰ ਦੀ ਸੁਰੱਖਿਆ ਦੇ ਲਈ ਤਾਂ ਵੋਟਾਂ ਪਵਾਉਣ ਵਾਲੇ ਜੇ ਗੋਲੀਆਂ ਚਲਾਉਂਦੇ ਨੇ ਉਹਦੇ ਨਾਲ ਵੋਟਰਾਂ ਦੀ ਮੌਤ ਹੁੰਦੀ ਆ, ਤਾਂ ਸਵਾਲ ਤਾਂ ਖੜੇ ਹੋਣੇ, ਅੰਦੇਸ਼ੇ ਤਾਂ ਪੈਦਾ ਹੋਣੇ ਜਿਹੜੇ ਨੇ ਉਹ ਸੁਭਾਵਿਕ ਨੇ ਗਿੱਲ ਸਾਹਿਬ। ਸੋ ਇਸ ਕਰਕੇ ਪੱਛਮੀ ਬੰਗਾਲ ਦੇ ਵਿੱਚ ਸੁਰੱਖਿਆ ਬਲਾਂ ਦੀ ਗੋਲੀ ਦੇ ਨਾਲ ਜਿਹੜੇ 4 ਲੋਕਾਂ ਦੀ ਮੌਤ ਹੋਈ ਆ ਔਰ ਭੀੜ ਦੇ ਵੱਲੋਂ ਕਹਿੰਦੇ ਸਾਨੂੰ ਘੇਰਿਆ ਗਿਆ, ਅਸੀਂ ਸਵੈ ਰੱਖਿਆ ਦੇ ਲਈ ਗੋਲੀ ਆ ਜਿਹੜੀ ਉਹ ਚਲਾਈ ਆ। ਤਾਂ ਕੀ ਪੈਰਾਮਿਲਟਰੀ ਫੋਰਸ ਨੂੰ ਜਿਹੜੀ ਭੀੜ ਨੇ ਘੇਰਿਆ ਉਸ ਭੀੜ ਕੋਲੇ ਹਥਿਆਰ ਸੀ? ਕਿਉਂਕਿ ਚੋਣਾਂ ਵੇਲੇ ਤੋਂ ਪਹਿਲਾਂ ਹੀ ਪਿੰਡਾਂ 'ਚ ਅਨਾਊਂਸਮੈਂਟ ਸ਼ੁਰੂ ਹੋ ਜਾਂਦੀ ਹੈ ਵੀ ਭਾਈ ਜਿਹਦੇ ਕੋਲ ਵੀ ਹਥਿਆਰ ਨੇ ਸਾਰੇ ਥਾਣੇ ਜਮ੍ਹਾਂ ਕਰਾ ਦੇ। ਇਹਦਾ ਮਤਲਬ ਉਹਨਾਂ ਕੋਲ ਹਥਿਆਰ ਤਾਂ ਹੋਣੇ ਨਹੀਂ ਲੋਕਾਂ ਕੋਲੇ। ਜੇ ਉਹਨਾਂ ਕੋਲ ਹਥਿਆਰ ਨਹੀਂ ਸੀ, ਉਹਨਾਂ ਨੇ ਘੇਰਿਆ ਵੀ ਸੀ ਪੈਰਾਮਿਲਟਰੀ ਫੋਰਸ ਨੂੰ, ਤਾਂ ਕੀ ਲਾਠੀ ਚਾਰਜ ਕਰਕੇ ਨਹੀਂ ਸੀ ਸਰ ਸਕਦਾ, ਜਾਂ ਕੀ ਹੋਰ ਸਿਕਿਉਰਿਟੀ ਫੋਰਸਿਸ ਨਹੀਂ ਬੁਲਾਈਆਂ ਜਾ ਸਕਦੀਆਂ ਸੀ? ਔਰ ਇਹ ਗੋਲੀ ਚਲਾਉਣ ਤੋਂ ਬਾਅਦ ਜਦੋਂ 4 ਲੋਕਾਂ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਚੋਣ ਕਮਿਸ਼ਨ ਨੇ ਕਿਹਾ ਕਿ ਇਸ ਪੋਲਿੰਗ ਬੂਥ ਦੇ ਉੱਤੇ ਮੁੜ ਵੋਟਿੰਗ ਕਰਾਈ ਜਾਊ ਔਰ ਅਗਲੇ 72 ਘੰਟਿਆਂ ਤੱਕ ਕਿਸੇ ਵੀ ਸਿਆਸੀ ਆਗੂ ਦੇ ਇਸ ਖੇਤਰ ਦਾ ਦੌਰਾ ਕਰਨ ਦੇ ਉੱਤੇ ਪਾਬੰਦੀ ਲਾ ਦਿੱਤੀ, ਕਿਉਂਕਿ ਮਮਤਾ ਬੈਨਰਜੀ ਨੇ ਘਟਨਾ ਸਥਾਨ ਦੇ ਉੱਤੇ ਜਾਣ ਦਾ ਪ੍ਰੋਗਰਾਮ ਬਣਾਇਆ ਸੀ। ਜਾਣਾ ਬਣਦਾ ਵੀ ਹੈ। ਮਮਤਾ ਬੈਨਰਜੀ ਆਖਰਕਾਰ ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤਾਂ ਹੈ ਨਾ, ਤਾਂ ਜੇ ਉਸ ਦੇ ਰਾਜ ਦੇ ਵਿੱਚ 4 ਲੋਕਾਂ ਦੀ ਮੌਤ ਹੁੰਦੀ ਆ
ਤਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਉੱਥੇ ਜਾਣਾ ਚਾਹੁੰਦੀ ਆ, ਤਾਂ ਚੋਣ ਕਮਿਸ਼ਨ ਨੇ ਮਤਲਬ ਉਹਦੇ ਤੇ ਪਾਬੰਦੀ ਜਿਹੜੀ ਉਹ ਲਾ ਦਿੱਤੀ। ਔਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਹਨੂੰ ਨਸਲਕੁਸ਼ੀ ਵਰਗੀ ਘਟਨਾ ਕਰਾਰ ਦਿੱਤਾ ਔਰ ਉਹਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਸਤੀਫਾ ਦੇਵੇ। ਹਾਲਾਂਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਤੋਂ ਬਾਅਦ ਜੋ ਚਰਚਾ ਚੱਲੀ ਉਹਨੇ ਮਤਲਬ ਲੱਗੇ ਹੱਥ ਕਹਿਤਾ ਕਿ ਜੇ ਪੱਛਮੀ ਬੰਗਾਲ ਦੇ ਲੋਕ ਮੇਰਾ ਅਸਤੀਫਾ ਚਾਹੁੰਦੇ ਆ ਤਾਂ ਮੈਂ ਸੋਚ ਸਕਦਾ ਇਸ ਬਾਰੇ। ਸੋ ਹੁਣ ਮਸਲਾ ਇੱਥੇ ਹੀ ਨਹੀਂ ਰੁਕਿਆ, ਅੱਜ ਫੇਰ ਇਹ ਘਟਨਾਕ੍ਰਮ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਉਹ ਦੁਬਾਰੇ ਫੇਰ ਭਖਿਆ ਗਾ ਔਰ ਮਮਤਾ ਬੈਨਰਜੀ ਦੇ 24 ਘੰਟਿਆਂ ਲਈ ਚੋਣ ਪ੍ਰਚਾਰ ਤੇ ਰੋਕ ਲਾ ਦਿੱਤੀ ਗਈ ਆ। ਇਹਦੇ ਲਈ ਹੁਣ ਮਮਤਾ ਬੈਨਰਜੀ ਭਲਕੇ ਜਿਹੜਾ ਧਰਨੇ ਦੇ ਉੱਤੇ ਬੈਠੂਗੀ। ਉਹ ਕਹਿੰਦੀ ਮੈਂ ਧਰਨੇ ਤੇ ਬੈਠੂਗੀ, ਮੈਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈਗਾ। ਸੋ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਗੱਲ ਸਾਹਿਬ ਅਖੀਰ ਜਿਹੜੀ ਸਥਿਤੀ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਫਿਰ ਵੀ ਉੱਥੇ ਜਿੱਤਦੀ ਨਜ਼ਰ ਨਹੀਂ ਆ ਰਹੀ ਜੀ। ਅੱਛਾ, ਦੀਪ ਸਿੱਧੂ ਦੀ ਕੀ ਖਬਰ ਆ ਜੀ? ਦੀਪ ਸਿੱਧੂ ਦੇ ਬਾਰੇ ਜਿਹੜੇ ਰਾਜਨੀਤਿਕ ਬੰਦੇ ਵੀ ਨੇ, ਈਵਨ ਪਿਛਲੇ ਦਿਨੀ ਵੱਡੀ ਇੰਟਰਵਿਊ ਹੈ ਜਿਹੜੀ ਡਾਕਟਰ ਦਰਸ਼ਨਪਾਲ ਦੀ ਵੀ, ਦੀਪ ਸਿੱਧੂ ਬਾਰੇ ਹੁਣ ਕੋਈ ਵੀ ਲੀਡਰ ਨਹੀਂ ਬੋਲਦਾ। ਉਹਨੂੰ ਬਾਹਰ ਲਾਈ ਦੱਸ ਰਹੇ ਨੇ, ਉਹਨੂੰ ਐ ਬਾਹਰ ਕੱਢ ਕੇ ਗੱਲ ਗਾਂਹ ਚੱਲ ਪਊਗੀ ਜੀ। ਤੇ ਉਹਦੀ ਪੇਸ਼ੀ ਜਿਹੜੀ ਜ਼ਮਾਨਤ ਵਗੈਰਾ ਕਦ ਹੋ ਰਹੀ ਹੈ ਜੀ? ਗੱਲ ਸਾਹਿਬ, ਉਹਦੀ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਅੱਜ ਸੁਣਵਾਈ ਹੋਈ ਹੈ 12 ਅਪ੍ਰੈਲ ਨੂੰ ਔਰ ਅੱਜ ਜਿਹੜੀ ਸੁਣਵਾਈ ਹੋਈ ਆ ਉਹਦੇ ਵਿੱਚ ਕਾਫੀ ਬਹਿਸ ਆ ਜਿਹੜੀ ਉਹ ਹੋਈ ਹੈਗੀ ਔਰ ਦੀਪ ਸਿੱਧੂ ਦੇ ਵਕੀਲ ਨੇ ਆਪਣੇ ਤੌਰ ਦੇ ਉੱਤੇ ਜਿਹੜੀਆਂ ਦਲੀਲਾਂ ਨੇ ਉਹ ਦਿੱਤੀਆਂ ਨੇ। ਜਿਵੇਂ ਉਹਨੇ ਕਿਹਾ ਸੀ ਕਿ ਉਹ ਗਲਤ ਸਮੇਂ ਗਲਤ ਥਾਂ ਦੇ ਉੱਤੇ ਸੀਗਾ ਔਰ ਦੀਪ ਸਿੱਧੂ ਦੇ ਵਕੀਲ ਨੇ ਉੱਥੇ ਕਾਨੂੰਨੀ ਤੌਰ ਦੇ ਉੱਤੇ ਕਿਹਾ ਗਾ ਕਿ ਦੀਪ ਸਿੱਧੂ ਨੇ ਕੋਈ ਹਿੰਸਾ ਜਿਹੜੀ ਉਹ ਨਹੀਂ ਭੜਕਾਈ ਔਰ ਜਿਹੜੇ ਉਹਨੇ ਉੱਥੇ ਬੋਲਿਆ ਵੀ ਆ ਜੋ ਉਹ ਭੀੜ ਨੂੰ ਸ਼ਾਂਤ ਕਰਨ ਲਈ ਸੀਗਾ। ਸੋ ਇਸ ਤਰ੍ਹਾਂ ਦੀ ਗੱਲਬਾਤ ਆ ਜਿਹੜੀ ਉੱਥੇ ਹੋਈ ਆ। ਸਰਕਾਰੀ ਵਕੀਲ ਨੇ ਜਾਂ ਦਿੱਲੀ ਦੀ ਪੁਲਿਸ ਨੇ ਆਪਣੇ ਤੌਰ ਦੇ ਉੱਤੇ ਆਰਗੂਮੈਂਟ ਕੀਤਾ, ਜਿਸ ਤੋਂ ਬਾਅਦ ਹੁਣ ਜੱਜ ਸਾਹਿਬ ਨੇ 15 ਅਪ੍ਰੈਲ ਨੂੰ ਜਿਹੜਾ ਫੈਸਲਾ ਗਾ ਉਹ ਰੱਖ ਲਿਆ ਗਾ। 15 ਅਪ੍ਰੈਲ ਨੂੰ ਦੀਪ ਸਿੱਧੂ ਦੀ ਅਰਜ਼ੀ ਦੇ ਉੱਤੇ ਫੈਸਲਾ ਗਾ ਜਿਹੜਾ ਉਹ ਸੁਣਾਇਆ ਜਾਣਾ ਗਾ। ਸੋ 15 ਅਪ੍ਰੈਲ ਗਿੱਲ ਸਾਹਿਬ 3 ਦਿਨ ਬਾਅਦ ਜਿਹੜਾ ਫੈਸਲਾ ਗਾ ਦੀਪ ਸਿੱਧੂ ਦੀ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਉਹ ਆਉਣਾ ਗਾ ਜੀ। ਅੱਛਾ, ਇੱਕ ਦੱਸਿਓ ਕਿ ਅਨੰਦਪੁਰ ਸਾਹਿਬ ਤੋਂ ਨੰਗਲ ਦੇ ਰਾਹ ਤੇ ਬੱਸ ਕਿਹਦੇ ਤੇ ਚੜ੍ਹ ਗਈ ਜੀ? ਕਹਿੰਦੇ 3 ਜਣੇ ਮਰ ਗਏ ਰਾਹਗੀਰੀ। ਜੀ ਗੱਲ ਸਾਹਿਬ, ਇਹ ਵੀ ਅੱਜ ਘਟਨਾ ਜਿਹੜੀ ਉਹ ਵਾਪਰੀ ਹੈਗੀ ਔਰ ਇਹ ਬੱਸ ਜਿਹੜੀ ਚੜੀ ਆ ਇਹ CTU ਦੀ ਬੱਸ ਸੀ, ਚੰਡੀਗੜ੍ਹ ਟਰਾਂਸਪੋਰਟ ਦੀ ਬੱਸ ਸੀਗੀ। ਅਨੰਦਪੁਰ ਸਾਹਿਬ ਮਾਰਗ ਦੇ ਉੱਤੇ ਗੱਗ ਪਿੰਡ ਦੇ ਕੋਲੇ ਨੰਗਲ ਵੱਲੋਂ ਆ ਰਹੀ ਸੀਗੀ ਔਰ ਰਸਤੇ ਦੇ ਵਿੱਚ ਜਿਹੜੇ ਰਾਹਗੀਰ ਤੁਰੇ ਜਾਂਦੇ ਸੀ ਉਹਨਾਂ ਤੇ ਬੱਸ ਚੜ੍ਹ ਗਈ, ਜਿਨ੍ਹਾਂ ਚੋਂ 3 ਦੀ ਮੌਕੇ ਦੇ ਉੱਤੇ ਮੌਤ ਹੋ ਗਈ, 1 ਔਰਤ ਤੇ 1 ਮਰਦ ਔਰ ਤੀਸਰਾ ਰਾਹਗੀਰ ਆ ਜਿਹੜਾ ਉਹਦੀ ਹਸਪਤਾਲ ਜਾਂਦਿਆਂ ਮੌਤ ਹੋਈ ਆ। ਚੌਥਾ ਗੰਭੀਰ ਜ਼ਖਮੀ ਆ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ। ਸੋ ਬੜੀ ਮੰਦਭਾਗੀ ਘਟਨਾ ਇਹ ਵਾਪਰੀ ਹੈਗੀ ਔਰ ਜਿਹੜਾ ਜ਼ਖਮੀ ਹੈਗਾ ਉਹ ਕਾਫੀ ਜੇਰੇ ਇਲਾਜ ਦੱਸਿਆ ਜਾ ਰਿਹਾ ਹੈਗਾ। ਤੇ ਜਿਨ੍ਹਾਂ ਦੀ ਮੌਤ ਹੋਈ ਹੈ ਇਹ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਉਹ ਦੱਸੇ ਜਾ ਰਹੇ ਨੇ। ਹਾਲਾਂਕਿ ਇਹਨਾਂ ਦੀ ਪਛਾਣ ਅਜੇ ਤੱਕ ਉਸ ਰੂਪ ਦੇ ਵਿੱਚ ਨਹੀਂ ਪਤਾ ਲੱਗ ਸਕੀ, ਲੇਕਿਨ ਜਿਹੜੀ ਇਹ ਘਟਨਾ ਵਾਪਰੀ ਹੈਗੀ ਕਿ ਤੁਰੇ ਜਾਂਦੇ ਲੋਕਾਂ ਦੇ ਉੱਤੇ ਬੱਸ ਚੜ੍ਹ ਗਈ, ਇਹ ਕਿਤੇ ਨਾ ਕਿਤੇ ਬੱਸ ਡਰਾਈਵਰ ਦੀ ਜਿਹੜੀ ਅਣਗਹਿਲੀ ਹੈ ਉਹ ਜ਼ਾਹਰ ਹੋ ਰਹੀ ਆ ਜੀ। ਅੱਛਾ, ਨਾਲ ਹੀ ਦੱਸਿਓ ਜੀ ਕਿ ਜਿਹੜੀ ਪੰਚਾਇਤ ਜਿਹੜੀ ਮਹਾ ਰੈਲੀ ਗੁਰਦਾਸਪੁਰ ਦੇ ਵਿੱਚ ਹੋਈ ਹੈ ਉਹਦਾ ਕੀ ਇੰਪੈਕਟ ਹੈ? ਮਾਝੇ ਵਾਲੇ ਪਾਸੇ ਨਵਜੋਤ ਸਿੱਧੂ ਦੇ ਬਾਰੇ ਲੋਕਾਂ ਦੇ ਮਨ ਦੇ ਵਿੱਚ ਬਹੁਤ ਹੈ ਵੀ ਕਿੱਧਰ ਨੂੰ ਜਾਏਗਾ, ਪਰ ਇਹ ਮਹਾ ਰੈਲੀ ਬਾਰੇ ਦੱਸੋ ਜੀ। ਜੀ ਗੱਲ ਸਾਹਿਬ, ਅੱਜ ਇਹ ਮਹਾ ਰੈਲੀ ਹੋਈ ਹੈ ਔਰ ਇਹਦੇ ਚ ਕਾਫੀ ਵਿਸ਼ਾਲ ਇਕੱਠ ਹੋਇਆ ਗਾ। ਆਪਾਂ ਦੇਖ ਸਕਦੇ ਹਾਂ ਕਿ ਕੱਲ ਨੂੰ ਵਿਸਾਖੀ ਦਾ ਦਿਨ ਹੈਗਾ ਔਰ ਇਹ ਦਿਨ ਨੇ ਜਿਹੜੇ ਇਹ ਦਿਨ ਹਾੜੀ ਦੇ ਸੀਜ਼ਨ ਦੀ ਪੀਕ ਹੈਗੀ ਕਿ ਪੂਰਾ ਹਾੜੀ ਦਾ ਸੀਜ਼ਨ ਚੱਲ ਰਿਹਾ ਗਾ। ਕੱਲ ਸੀਜ਼ਨ ਸ਼ੁਰੂ ਹੋਇਆ ਔਰ ਮੈਨੂੰ ਲੱਗਦਾ ਗਾ ਕਿ 1 ਹਫ਼ਤੇ ਦੇ ਵਿੱਚ ਕਣਕ ਦਾ ਸੀਜ਼ਨ ਹੈਗਾ ਜਿਹੜਾ ਉਹ ਲਗਭਗ ਨੇੜੇ ਜਾ ਲੱਗਣਾ ਗਾ। ਕੰਬਾਈਨਾਂ ਜਿਹੜੀਆਂ ਨੇ ਹੁਣ ਇੱਕ ਬਹੁਤ ਗਿਣਤੀ ਦੇ ਵਿੱਚ ਪੰਜਾਬ 'ਚ ਹੋ ਚੁੱਕੀਆਂ ਨੇ, ਵੱਡੀਆਂ ਕੰਬਾਈਨਾਂ ਨੇ, ਦਿਨਾਂ 'ਚ ਹੀ ਨਿਬੜ ਜਾਂਦਾ। ਸੋ ਇੰਨਾ ਮੇਰਾ ਕਹਿਣ ਦਾ ਭਾਵ ਕੰਮ ਹੋਣ ਦੇ ਬਾਵਜੂਦ, ਹਾੜੀ ਦਾ ਸੀਜ਼ਨ ਹੋਣ ਦੇ ਬਾਵਜੂਦ ਗੁਰਦਾਸਪੁਰ ਦੀ ਜਿਹੜੀ ਅੱਜ ਕਿਸਾਨ ਮਹਾ ਪੰਚਾਇਤ ਹੋਈ ਆ ਉਹਦੇ 'ਚ ਇੱਕ ਵੱਡਾ ਇਕੱਠ ਜਿਹੜਾ ਉਹ ਨਜ਼ਰ ਆਇਆ। ਲੋਕਾਂ ਦੀਆਂ ਦੂਰ ਦੂਰ ਤੱਕ ਲਾਈਨਾਂ ਨਜ਼ਰ ਆਈਆਂ ਔਰ 10,000 ਦੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ। ਤੇ ਉੱਥੇ ਕਾਫੀ ਕਿਸਾਨ ਆਗੂ ਨੇ ਜਿਹੜੇ ਉਹ ਪਹੁੰਚੇ ਹੋਏ ਸੀ। ਬਲਵੀਰ ਸਿੰਘ ਰਾਜਿਆ, ਰਕੇਸ਼ ਟਕੈਤ, ਸੁਰਜੀਤ ਸਿੰਘ ਫੂਲ, ਇਸ ਤੋਂ ਇਲਾਵਾ ਰੋਲਦੂ ਸਿੰਘ ਮਾਨਸਾ ਸਮੇਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਜਿਹੜੇ ਉਹ ਪਹੁੰਚੇ ਹੋਏ ਸੀਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲਗਾਤਾਰ ਜਿਹੜੇ ਕਿਸਾਨਾਂ ਦੇ ਵੱਲੋਂ ਪ੍ਰੋਟੈਸਟ ਆ ਉਹ ਕੀਤੇ ਜਾਣੇ ਨੇ। ਇੱਧਰ ਇਹ ਵੀ ਪਤਾ ਲੱਗਿਆ ਗਾ ਕਿ ਹਰਿਆਣਾ ਦੇ ਵਿੱਚ ਜਿਹੜੀ ਹਰਿਆਣਾ ਦੀ ਸਰਕਾਰ ਆ ਉਹਦੇ ਵੱਲੋਂ
ਡਾਕਟਰ ਭੀਮ ਰਾਓ ਅੰਬੇਦਕਰ ਜਯੰਤੀ ਸੰਬੰਧੀ ਕੁਝ ਸਮਾਗਮ ਰੱਖੇ ਗਏ ਸੀਗੇ, ਲੇਕਿਨ ਕਿਸਾਨ ਜਥੇਬੰਦੀ ਨੇ ਕਿਹਾ ਕਿ ਅਸੀਂ ਸਾਰੇ ਸਮਾਗਮ ਨੇ ਜਿੱਥੇ ਜਿੱਥੇ ਭਾਜਪਾ ਪਹੁੰਚੂ ਉਹਦਾ ਵਿਰੋਧ ਕਰਾਂਗੇ। ਅਸੀਂ ਆਪਦੇ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਦੇ ਸਮਾਗਮ ਨੇ ਜਿਹੜੇ ਉਹ ਅਸੀਂ ਮਨਾਵਾਂਗੇ। ਭੀਮ ਰਾਓ ਅੰਬੇਦਕਰ ਹੋਰਾਂ ਦੀ ਜਿਹੜਾ ਫਲਸਫਾ, ਜਿਹੜਾ ਉਹਨਾਂ ਦਾ ਸੰਵਿਧਾਨ, ਉਹਨੂੰ ਬਚਾਉਣ ਦੀ ਲੜਾਈ ਅਸੀਂ ਲੜ ਰਹੇ ਹਾਂ, ਇਸ ਕਰਕੇ ਅਸੀਂ ਸਮਾਗਮ ਕਰਾਂਗੇ, ਸਰਕਾਰ ਨੂੰ ਨਹੀਂ ਕਰਨ ਦੇਵਾਂਗੇ। ਸਰਕਾਰ ਬਜਿੱਦ ਸੀ। ਉੱਥੇ ਵੰਡੀਆਂ ਪਾਉਣ ਦਾ ਯਤਨ ਵੀ ਜਿਹੜਾ ਜਾਤ ਆਧਾਰ ਦੇ ਉੱਤੇ ਬੀਜੇਪੀ ਨੇ ਕੋਸ਼ਿਸ਼ ਕੀਤੀ ਹਰਿਆਣਾ 'ਚ ਪਾਉਣ ਦੀ, ਲੇਕਿਨ ਹੁਣ ਕਿਸਾਨ ਅੰਦੋਲਨ ਦੇ ਚੱਲਦਿਆਂ ਗਿੱਲ ਸਾਹਿਬ ਬੀਜੇਪੀ ਉਹ ਸਾਰੇ ਪ੍ਰੋਗਰਾਮ ਨੇ ਜਿਹੜੇ ਸਰਕਾਰ ਉਹ ਰੱਦ ਕਰ ਗਈ। ਇਸ ਤੋਂ ਇਲਾਵਾ ਹਰਿਆਣਾ ਦੇ ਪਿੰਡ ਬਡੌਲੀ ਦੇ ਵਿੱਚ ਵੀ ਕਿਸਾਨਾਂ ਨੇ ਸਖਤ ਵਿਰੋਧ ਦਾ ਸੱਦਾ ਗਾ ਜਿਹੜਾ ਉਹ ਦਿੱਤਾ, ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਹੁੰਚਣਾ ਸੀ। ਸੋ ਹੁਣ ਕੱਲ੍ਹ ਨੂੰ ਫੇਰ ਵਿਸਾਖੀ ਦਾ ਤਿਉਹਾਰ ਵੀ ਕਿਸਾਨ ਮੋਰਚੇ ਦੇ ਵੱਲੋਂ ਮਨਾਇਆ ਜਾਣਾ ਵੱਖ-ਵੱਖ ਥਾਵਾਂ ਦੇ ਉੱਤੇ, ਅਨੰਦਪੁਰ ਸਾਹਿਬ ਸਮੇਤ। ਔਰ ਖਾਲਸਾ ਪੰਥ ਦਾ ਜਿਹੜਾ ਸਥਾਪਨਾ ਦਿਵਸ ਆ ਉਹ ਵੀ ਦਿੱਲੀ ਦੇ ਕਿਸਾਨ ਮੋਰਚਿਆਂ ਦੇ ਉੱਤੇ ਭਲਕੇ ਮਨਾਉਣ ਦਾ ਫੈਸਲਾ ਕੀਤਾ ਗਿਆ ਗਾ। 14 ਅਪ੍ਰੈਲ ਨੂੰ ਜਿਹੜਾ ਬਹੁਜਨ ਏਕਤਾ ਨੂੰ ਮਜ਼ਬੂਤ ਕਰਨ ਦੇ ਲਈ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਦੀ ਜਯੰਤੀ ਮੌਕੇ ਦੇ ਉੱਤੇ ਸੰਵਿਧਾਨ ਬਚਾਓ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਣਾ ਗਾ। ਸੋ ਲਗਾਤਾਰ ਕਿਸਾਨਾਂ ਦੇ ਵੱਲੋਂ ਜਿਹੜੀਆਂ ਉਹ ਪ੍ਰੋਟੈਸਟ ਵੀ ਕੀਤੇ ਜਾ ਰਹੇ ਨੇ ਔਰ ਦਿਨ ਵੀ ਮਨਾਏ ਜਾ ਰਹੇ। ਜੀ ਗੱਲ ਸਾਹਿਬ, ਅਖੀਰ 'ਚ ਇਹ ਦੱਸਿਓ ਜੀ ਕਿ ਅੰਬਾਨੀ ਦੇ ਘਰ ਦੇ ਬਾਹਰਲੇ ਬੰਨੋਂ ਟਰੱਕ ਦੇ ਵਿੱਚ ਧਮਾਕਾ ਖੇਜ ਪਾਊਡਰ ਕੀ ਮਿਲਿਆ, ਉਹ ਟਿਕ ਨਹੀਂ ਰਹੀ ਗੱਲ। ਹੁਣ NIA ਨੇ ਹੋਰ ਕੋਈ ਫੜ ਲਿਆ ਜੀ ਮਹਾਰਾਸ਼ਟਰ ਦਾ ਪੁਲਿਸ ਅਫੀਸਰ? ਜੀ ਗੱਲ ਸਾਹਿਬ, ਦੇਖੋ ਇਹ ਜਿਹੜਾ ਏਸ਼ੀਆ ਦਾ ਅਮੀਰ ਬੰਦਾ ਗਾ, ਆਖਰ ਭਾਰਤ ਦੀ ਸਰਕਾਰ ਜਿਹੜੀ ਆ ਉਹਦੇ ਬਾਰੇ ਕਿਹਾ ਜਾਂਦਾ ਗਾ ਕਿ ਅੰਬਾਨੀ ਦੀ ਇਸ਼ਾਰਿਆਂ ਦੇ ਉੱਤੇ ਚੱਲਦੀ ਆ। ਖੇਤੀ ਕਾਨੂੰਨਾਂ ਬਾਰੇ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਕਹਿੰਦੇ ਨੇ ਕਿ ਨਰਿੰਦਰ ਮੋਦੀ ਤਾਂ ਕਿਸਾਨਾਂ ਤੋਂ ਡਰਦਾ, ਕਿੱਦਾਂ ਦਾ ਖੇਤੀ ਕਾਨੂੰਨ ਵਾਪਸ ਲੈ ਜਾਂਦਾ। ਉਹ ਤਾਂ ਇੱਕ ਬਾਂਹ ਅੰਬਾਨੀ ਨੇ ਮਰੋੜੀ ਵੀ, ਇੱਕ ਅਡਾਨੀ ਨੇ ਮਰੋੜੀ ਵੀ, ਇਸ ਕਰਕੇ ਨਹੀਂ ਛੇਤੀ ਕੀਤੇ ਆ ਜਿਹੜੇ ਖੇਤੀ ਕਾਨੂੰਨ ਵਾਪਸ ਲੈ ਜਾ ਰਹੇ। ਖੈਰ ਹੁਣ ਜਿਹੜਾ ਇਹ ਅੰਬਾਨੀ ਦੇ ਘਰ ਦੇ ਮੂਹਰੋਂ ਧਮਾਕਾ ਕੇ ਸਮੱਗਰੀ ਨਾਲ ਭਰੀ ਹੋਈ ਗੱਡੀ ਮਿਲਣ ਤੋਂ ਬਾਅਦ ਇਹ ਮਸਲਾ ਉੱਠਿਆ। ਉਸ ਤੋਂ ਬਾਅਦ ਇਸ ਮਸਲੇ ਦੇ ਵਿੱਚ ਇੱਥੋਂ ਤੱਕ ਪਹੁੰਚਿਆ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਔਰ ਉਹਦੇ ਖਿਲਾਫ CBI ਦੀ ਜਿਹੜੀ ਜਾਂਚ ਆ ਉਹ ਖੁੱਲ ਗਈ। ਤਾਂ ਦੂਜੇ ਬੰਨੇ ਜਿਹੜਾ ਮਹਾਰਾਸ਼ਟਰ ਦਾ ਪੁਲਿਸ ਅਫਸਰ ਸਚਿਨ ਵਾਜੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅਰੈਸਟ ਕੀਤਾ ਸੀ। ਉਸ ਤੋਂ ਬਾਅਦ ਸਚਿਨ ਵਾਜੇ ਦਾ ਨੇੜਲਾ ਜਿਹੜਾ ਸਾਥੀ ਹੈਗਾ ਪੁਲਿਸ ਅਫਸਰ ਰਿਆਜ਼ ਕਾਜੀ ਨੂੰ ਪਹਿਲਾਂ ਵੀ NIA ਨੇ ਆਪਦੇ ਦਫ਼ਤਰ ਕਈ ਵਾਰ ਸੱਦਿਆ ਸੀ ਇਸ ਕੇਸ ਦੇ ਨਾਲ ਸੰਬੰਧਿਤ ਪੁੱਛਗਿੱਛ ਦੇ ਲਈ। ਕੱਲ ਫੇਰ ਸੱਦਿਆ ਤਾਂ ਉਸ ਨੂੰ ਹੁਣ ਜਿਹੜਾ ਉਹ ਅਰੈਸਟ ਕਰ ਲਿਆ ਗਿਆ ਹੈਗਾ ਔਰ ਗ੍ਰਿਫਤਾਰੀ ਤੋਂ ਬਾਅਦ ਕਾਜੀ ਨੂੰ ਜਿਹੜਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ 16 ਅਪ੍ਰੈਲ ਤੱਕ NIA ਦੀ ਹਿਰਾਸਤ ਦੇ ਵਿੱਚ ਉਹਨੂੰ ਭੇਜ ਦਿੱਤਾ ਗਿਆ ਹੈਗਾ। ਉਹ CCTV ਫੁਟੇਜ, ਇਸ ਤੋਂ ਇਲਾਵਾ ਹੋਰ ਕਾਫੀ ਕੁਛ ਆ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਕਿ ਰਿਆਜ਼ ਕਾਜੀ ਤੋਂ ਪੁੱਛਗਿੱਛ ਕਰਨੀ ਹੈ। ਦੂਜੇ ਪਾਸੇ ਜਿਹੜੇ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਦੇ ਵੱਲੋਂ ਦੋਸ਼ ਲਾਏ ਗਏ ਸੀ ਭ੍ਰਿਸ਼ਟਾਚਾਰ ਤੇ, ਮੁੰਬਈ ਦੇ ਜਿਹੜੇ ਕਾਫੀ ਵੱਡੇ ਵਿਅਕਤੀ ਨੇ ਔਰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਅਨਿਲ ਦੇਸ਼ਮੁਖ, ਸੋ ਉਸ ਕੇਸ ਦੇ ਵਿੱਚ CBI ਦੇ ਵੱਲੋਂ ਵੀ ਪੁੱਛਗਿੱਛ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਆ। ਸੋ ਇਹ ਕੇਸ ਲਗਾਤਾਰ ਜਿਹੜਾ ਉਹ ਅੱਗੇ ਵਧ ਰਿਹਾ। ਜੀ ਗੱਲ ਸਾਹਿਬ, ਧੰਨਵਾਦ ਜੀ ਬਹੁਤ ਬਹੁਤ, ਤੇ ਕੱਲ ਫੇਰ ਸਵੇਰੇ 9:15 ਵਜੇ ਮਿਲਦੇ ਹਾਂ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਰਦਾਰ ਨਵਕਿਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰ। ਧੰਨਵਾਦ ਜੀ, ਸਾਰਿਆਂ ਨੇ ਗੱਲਬਾਤ ਸੁਣੀ ਹੈ। ਨਵਕਿਨ ਸਿੰਘ ਪੱਤੀ ਦੇ ਗੱਲ ਤੇ ਕੋਈ ਤੁਸੀਂ ਨਾਲ ਐਡ ਕਰਨਾ ਹੋਵੇ ਤਾਂ ਕਰ ਸਕਦੇ ਹੋ। ਮਿਡਲ ਈਸਟ ਦੇ ਵਿੱਚ, ਭੂਮੱਧ ਸਾਗਰ ਦੇ ਵਿੱਚ, ਮਿਡਲ ਈਸਟ ਜਿਹੜਾ ਮੈਡੀਟਰੇਨੀਅਨ ਸੀ ਦੇ ਵਿੱਚ ਇਸ਼ੂ ਚੱਲ ਰਹੇ ਨੇ। ਲੈਬਨਾਨ ਦੇ ਜਿਹੜਾ ਹੁਣ ਕੇਅਰ ਟੇਕਰ ਹੀ ਨੇ, ਸਰਕਾਰ ਤਾਂ ਥੋੜ੍ਹੀ ਜਿਹੀ ਹਿੱਲੀ ਹੋਈ ਆ, ਉਹ ਕਹਿੰਦੇ ਸਾਡੇ ਪਾਣੀਆਂ ਤੇ ਸਪੈਸ਼ਲ ਇਕਨੋਮਿਕ ਜ਼ੋਨ ਸਾਡਾ 1400 ਸਕੁਅਰ ਕਿਲੋਮੀਟਰ ਦਾ, ਇਹਦੇ ਤੇ ਇਜ਼ਰਾਈਲ ਗੇੜੇ ਕੱਢਦਾ ਫਿਰਦਾ ਤੇ ਸਾਨੂੰ ਇੱਥੋਂ ਨਾ ਆਇਲ ਨਾ ਗੈਸ ਕੁਝ ਵੀ ਨਹੀਂ ਮਿਲਦਾ। ਇਸ ਖਿੱਤੇ ਦੇ ਵਿੱਚ ਪਹਿਲਾਂ ਹੀ ਬੜੀ ਕਸ਼ੀਦਗੀ ਆ। ਤੁਰਕੀ ਆਪਣਾ ਦਾਅਵਾ ਕਰ ਰਿਹਾ, ਉੱਧਰੋਂ ਗਰੀਸ ਤੇ ਸਾਈਪਰਸ ਵਾਲੇ ਪਾਸਿਓਂ ਉਹ ਲੱਗੇ ਹੋਏ ਨੇ, ਤੇ ਹੁਣ ਲੈਬਨਾਨ ਨੇ ਇਹ ਗੱਲ ਤੋਰੀ। ਇਹ ਸਾਰੀਆਂ ਚੀਜ਼ਾਂ ਚੇਂਜ ਹੋ ਰਹੀਆਂ ਨੇ ਬਾਈਡਨ ਦੇ ਨਾਲ ਹੀ, ਪਹਿਲਾਂ ਨਹੀਂ ਸੀ ਕਹਾਣੀ ਜਿਹੜੀ ਚੱਲਦੀ। ਜਿਹੜਾ ਈਰਾਨ ਦੇ
ਨਿਊਕਲੀਅਰ ਇੱਕ ਫੈਸਿਲਿਟੀ ਹੈ, ਉਹਦੇ ਤੇ ਸਾਈਬਰ ਅਟੈਕ ਕਰਕੇ ਅੱਗ ਲਾਉਣ ਦਾ ਇੱਕ ਯਤਨ ਕੀਤਾ ਹੈ, ਅਤੇ ਉੱਥੇ ਉਹਦੇ ਬਾਰੇ ਵੀ ਬੜੀ ਗੱਲਬਾਤ ਚੱਲ ਰਹੀ ਹੈ ਇਰਾਨ ਦੇ ਵਿੱਚ ਵੀ ਇਹ ਧੱਕਾ ਕਰਦੇ ਨੇ ਇਜ਼ਰਾਈਲ ਵਾਲੇ। ਇਜ਼ਰਾਈਲ ਕਹਿੰਦਾ ਵੀ ਨੋ, ਤੁਸੀਂ ਪਰਮਾਣੂ ਹਥਿਆਰ ਨਹੀਂ ਲੈ ਕੇ ਸਕਦੇ, ਨਿਊਕਲੀਅਰ ਵੈਪਨ ਇਰਾਨ ਨਹੀਂ ਲੈ ਸਕਦਾ, ਕਿਉਂਕਿ ਜੇ ਉਹਦੇ ਕੋਲ ਨਿਊਕਲੀਅਰ ਵੈਪਨ ਆਉਂਦਾ ਹੈ ਤਾਂ ਉਹ ਸਾਡੇ 'ਤੇ ਸਿੱਟੂਗਾ। ਇਰਾਨੀਅਨ ਅਫੀਸ਼ੀਅਲਸ ਨੇ ਕਿਹਾ ਕਿ ਐਤਵਾਰ ਸਵੇਰੇ ਇਹ ਬਲੈਕ ਆਊਟ ਹੋਇਆ ਇਲੈਕਟ੍ਰੀਕਲ ਗ੍ਰਿਡ ਦੇ ਵਿੱਚ। ਇੱਥੇ ਇਹ ਜਿਹੜੀ ਨਟਾਨਜ਼ ਨਿਊਕਲੀਅਰ ਫੈਸਿਲਿਟੀ ਹੈ ਸੈਂਟਰਲ ਇਰਾਨ ਦੇ ਵਿੱਚ, ਉੱਥੇ ਇਜ਼ਰਾਈਲ ਕੋਲ ਉਹਦਾ ਮਸਾਦ ਅਤੇ ਉਸ ਕੋਲ ਬਹੁਤ ਕੁਝ ਆ। ਉਹਦੇ ਕੋਲ ਦੂਰ ਦਰਾਡੇ ਲੜਨ ਦੀ ਬੜੀ ਸ਼ਕਤੀ ਹੈ। ਉਸਦੀ ਇਹ ਇੰਟੈਲੀਜੈਂਸ ਏਜੰਸੀ ਜਿਹੜੀ ਖਾਸ ਤੌਰ 'ਤੇ ਜਦ ਉਹਨਾਂ ਦੀ ਬਰਬਾਦੀ ਹੋਈ, 6 ਮਿਲੀਅਨ ਲੋਕ, 60 ਲੱਖ ਜਿਹੜਾ ਯਹੂਦੀ ਮਾਰਿਆ ਗਿਆ, ਉਹਨਾਂ ਦੇ ਹਾਲੇ ਪੁਰਾਣੇ ਜਿਹੜੇ ਬਹੁਤ ਉਮਰ ਹੋ ਗਈ, ਕੋਈ 80 ਵਰ੍ਹਿਆਂ ਦਾ, ਕੋਈ 90 ਵਰ੍ਹਿਆਂ ਦਾ, ਉਹਦੇ ਪਿੱਛੇ ਵੀ ਮਸਾਦ ਵਾਲੇ ਜਾਂਦੇ। ਹੁਣ ਇੱਥੇ ਲੈਬਨਾਨ ਦੇ ਨਾਲ, ਕਿਉਂ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਬੈਠਾ। ਹਿਜ਼ਬੁੱਲਾ ਇਰਾਨ ਦਾ ਮੇਨ, ਉਹਨਾਂ ਦੀ ਇਸ ਖਿੱਤੇ ਦੇ ਵਿੱਚ ਮੇਨ ਗਰੁੱਪ ਕਹਿ ਲਓ, ਜਿਸ ਮਦਦ ਵੀ ਇਰਾਨ ਉਸ ਦੀ ਕਰ ਰਿਹਾ। ਸੋ ਇਹ ਪਾਣੀਆਂ 'ਤੇ ਹੁਣ ਉਹ 1400 ਕਿਲੋਮੀਟਰ ਦੀ ਸਕੁਅਰ ਕਿਲੋਮੀਟਰ ਦੀ ਗੱਲ ਜਿਹੜੀ ਕੀਤੀ ਹੈ ਲੈਬਨਾਨ ਨੇ। ਇਜ਼ਰਾਈਲ ਦਾ ਨਾ ਤੁਹਾਡਾ ਇੱਥੇ ਕੁਛ ਨਹੀਂ ਹੈ, ਨਾ ਤੁਹਾਨੂੰ ਮਿਲਣਾ ਕੁਛ। ਮਾਈਕਲ ਨਜ਼ਾਰ ਨੇ ਜਿਹੜੀ ਇਹ ਗੱਲ ਕਹੀ, ਜਿਹੜਾ ਲੈਬਨਾਨ ਦਾ, ਕਿ ਇਹ ਜਿਹੜਾ ਯੂਨਾਈਟਡ ਨੇਸ਼ਨ ਦੇ ਵਿੱਚ ਗੱਲਬਾਤ ਹੋਈ ਹੈ, ਸਾਨੂੰ ਮਿਲਣਾ ਚਾਹੀਦਾ, ਸਾਡੀ ਸਬਮਿਸ਼ਨ ਕੀਤੀ ਹੈ। ਪਰ ਜਿਹੜਾ ਨਾਲ ਹੀ ਇਰਾਨ ਵਾਲੇ ਕਹਿੰਦੇ ਨੋ, ਇਹ ਕੁਛ ਕਹਾਣੀ। ਲੈਬਨਾਨ ਦੇ ਵਿੱਚ ਬੜਾ ਫਾਈਨੈਂਸ਼ੀਅਲ ਕ੍ਰਾਈਸਿਸ ਨੇ 75 ਤੋਂ 90 ਤੱਕ, 1990 ਤੱਕ 15 ਵਰ੍ਹੇ ਜਿਹੜੀ ਉਹਨਾਂ ਦੀ ਖਾਨਾ ਜੰਗੀ ਚੱਲੀ, ਉਸਨੇ ਉਜਾੜਤਾ। ਲੈਬਨਾਨ ਦੇ ਵਿੱਚ ਲਬਨਾਨ ਪੰਜਾਬ 'ਚ ਕਹਿੰਦੇ ਬਹੁਤ ਲੋਕ ਆਪਣੇ ਕੰਮ ਕਰਦੇ ਸੀ, ਜਿਵੇਂ ਮਨੀਲੇ ਨੂੰ ਮਡੀਲਾ ਕਹਿੰਦੇ ਆ, ਬਹੁਤ ਮਨੀਲੇ ਬਹੁਤ ਲੋਕ ਕੰਮ ਕਰਦੇ। ਅਤੇ ਇਸ ਖਿੱਤੇ ਦੇ ਵਿੱਚ ਹੁਣ ਹਾਈਡਰੋਕਾਰਬਨਸ ਦੀ ਭਾਲ ਆ, ਜਿਹੜੀ ਵੱਡੇ ਜਿਹੜੇ ਸ਼ਿਪ ਨੇ ਜਿਹੜੇ ਉਹ ਓਇਲ ਐਂਡ ਗੈਸ ਇੰਡਸਟਰੀ ਨੂੰ ਲੱਭਣ ਦੇ ਲਈ ਤੁਰਕੀ ਵਰਤ ਰਿਹਾ, ਅਤੇ ਨਾਲ ਉਹਦੇ ਜਿਹੜੇ ਨੇ ਲੜਾਕੂ ਜਹਾਜ਼ ਜਿਹੜੇ ਨੇ ਉਹ ਨਾਲ ਨੇ। ਅਤੇ ਉਹ ਇਸ ਖਿੱਤੇ ਦੇ ਵਿੱਚ ਹੁਣ ਸਿੱਧਾ ਇਜ਼ਰਾਈਲ ਨਾਲ ਨਹੀਂ ਗੱਲ ਬਣਦੀ, ਪਰ ਲੈਬਨਾਨ ਦਾ ਇਸ ਦੇ ਵਿੱਚ ਸ਼ਾਮਲ ਹੋਣਾ ਹੋਰ ਪਾਸੇ ਨੂੰ ਜਾਊ। ਉੱਧਰ ਯਮਨ ਵਾਲੇ ਪਾਸੇ ਹੁਣ ਸਾਰਾ ਕੁਝ ਤੁਸੀਂ ਵੇਖਿਓ, ਬਾਈਡਨ ਉਹਨਾਂ ਤੋਂ ਬਾਅਦ ਉੱਧਰ, ਕਿਉਂਕਿ ਵਿਆਨਾ ਦੇ ਵਿੱਚ ਇਰਾਨ ਨਾਲ ਗੱਲਬਾਤ ਚੱਲ ਰਹੀ ਹੈ ਆਸਟਰੀਆ ਦੇ ਵਿੱਚ, ਕਿ ਨਿਊਕਲੀਅਰ ਸੰਧੀ ਜਿਹੜੀ ਕੀਤੀ ਸੀ ਉਸ ਨੂੰ ਕਿਵੇਂ ਸਿਰੇ ਚਾੜ੍ਹਿਆ ਜਾਵੇ। ਇਜ਼ਰਾਈਲ ਇਸ ਗੱਲ ਤੋਂ ਬਹੁਤ ਔਖਾ, ਜੋ ਬਾਈਡਨ ਤੋਂ ਬੜੀ ਤੰਗੀ ਹੈ ਇਸ ਗੱਲ ਦੀ। ਅਤੇ ਪਰ ਹੁਣ ਪਾਲਿਸੀਜ਼ ਨੇ, ਡੈਮੋਕ੍ਰੈਟਸ ਦੀਆਂ ਪਾਲਿਸੀਜ਼ ਨੇ ਜਿਹੜੀਆਂ ਸ਼ਰੇਆਮ ਸਾਹਮਣੇ ਨੇ, ਉਹ ਇਹਨਾਂ ਤੋਂ ਪਰਾਂ ਨਹੀਂ ਹੁੰਦੇ ਕਦੇ, ਉਹਨਾਂ ਨੇ ਇਹ ਲਾਗੂ ਕਰਨੀਆਂ ਨੇ। ਰਿਪਬਲਿਕਨ ਵਾਲੇ ਪਾਸੇ ਇਹ ਨਹੀਂ ਹੈ ਕਿ ਯਹੂਦੀ ਜਿਹੜੀ ਕਾਂਗਰਸ ਹੈ, ਜੂਸ਼ ਕਾਂਗਰਸ ਆ, ਵੀ ਉਹਦਾ ਡੈਮੋਕ੍ਰੈਟਸ ਦੇ ਵਿੱਚ ਹੱਥ ਨਹੀਂ ਹੈ। ਨੋ, ਸਾਰੇ ਪਾਸੇ ਹੱਥ ਹੈ, ਪਰ ਰਿਪਬਲਿਕਨ ਦੇ ਵਿੱਚ ਵੱਧ ਹੈ। ਰਿਪਬਲਿਕਨ ਤਾਂ ਪ੍ਰਧਾਨ ਮੰਤਰੀ ਜਿਹੜਾ ਸਾਊਦੀ ਅਰਬ ਦੇ ਨਾਲ ਸਿੱਧਾ ਕੀਤਾ ਹੈ, ਇੱਕ ਵੀ ਨੈਤਨਯਾਹੂ ਮਿਲ ਕੇ ਆਇਆ ਮੁਹੰਮਦ ਬਿਨ ਸਲਮਾਨ ਨੂੰ, ਅਤੇ ਪੰਪੀਓ ਲੈ ਕੇ ਗਿਆ। ਇਹ ਗੱਲ ਦੀ ਪੁਸ਼ਟੀ ਨਹੀਂ ਹੋ ਰਹੀ, ਪਰ ਇਹ ਗੱਲ ਹੋਈ ਹੈ। ਮੁਹੰਮਦ ਬਿਨ ਸਲਮਾਨ ਜਿਹੜਾ ਕਰਾਊਨ ਪ੍ਰਿੰਸ ਹੈ, ਉਹਦੇ 'ਤੇ ਵੀ ਨਾਈਫ ਨੂੰ, ਜਿਹੜਾ ਪਹਿਲਾਂ ਕਰਾਊਨ ਪ੍ਰਿੰਸ ਦੀ, ਉਸ ਨੂੰ ਛੱਡਣ ਦੀ ਵੀ ਗੱਲ ਜੋ ਬਾਈਡਨ ਵੱਲੋਂ ਸ਼ੁਰੂ ਹੋਣੀ ਆ, ਵੀ ਜਿਹੜਾ ਉਹਨਾਂ ਨੂੰ ਫੜਿਆ ਉਹਨੂੰ ਬਾਹਰ ਕਰੋ। ਸਾਊਦੀ ਅਰਬ 'ਤੇ ਆਉਣ ਵਾਲੇ 4-5 ਸਾਲ ਜਿਹੜੇ ਨੇ ਬੜੇ ਅਲੱਗ ਕਿਸਮ ਦੇ ਹੋਣੇ ਆ। ਇਹ ਸਾਹਮਣੇ ਆ ਕਹਾਣੀ। ਅਤੇ ਖਿੱਤੇ ਦੇ ਵਿੱਚ ਅਫਗਾਨਿਸਤਾਨ ਦੇ ਏਰੀਏ ਦੇ ਵਿੱਚ, ਭਾਰਤ ਦੀ ਖਾਸ ਜਿਹੜੀ ਬਲੋਚਿਸਤਾਨ ਦੇ ਵਿੱਚ ਭਾਰਤ ਦਾ ਵੱਧਦਾ ਪ੍ਰਭਾਵ, ਬਲੋਚੀ ਲੋਕਾਂ ਦੀ ਮਦਦ ਕਰਨਾ, ਬਲੋਚੀ ਜਿਹੜੇ ਲੜ ਰਹੇ ਨੇ ਪਾਕਿਸਤਾਨ ਨਾਲ। ਅਤੇ ਇਹਦੇ ਨਾਲ ਇੱਕ ਹੋਰ ਬਹੁਤ ਜਿਹੜੀ ਵੱਡੀ, ਪਿਛਲੇ ਦਿਨੀਂ ਤੁਸੀਂ ਜਿਹੜੀਆਂ ਖਬਰਾਂ ਜਿਹੜੀ ਸੁਣੀਆਂ ਨਾ, ਮਨੀ ਲਾਂਡਰਿੰਗ ਅਤੇ ਜੇ ਵੋ ਦੀਆਂ ਲੋਕਲ ਸਾਡੇ ਕਨੈਕਸ਼ਨ ਦੀਆਂ, ਉਹ ਇੱਕ ਬਹੁਤ ਵੱਡੀ ਗੱਲ ਹੈ। ਇਹ ਜਿਹੜੀ ਸਾਊਥ ਈਸਟ ਏਸ਼ੀਆ ਦੇ ਵਿੱਚੋਂ ਜਿਹੜੇ ਆਰਗੇਨਾਈਜ਼ਡ ਕ੍ਰਾਈਮ, ਜਿਹੜੇ ਕ੍ਰਿਮੀਨਲ ਨੇ,
ਇਹ ਗੋਲਡਨ ਟ੍ਰਾਇੰਗਲ ਤੋਂ ਅਸਲ ਕਹਾਣੀ ਜਿਹੜੀ ਚੱਲਦੀ ਆ। ਬਰਮਾ ਦਾ ਬਹੁਤ ਵੱਡਾ ਜਿਹੜਾ ਹੁਣ ਬਰਮਾ ਦੇ ਵਿੱਚ ਸਟੈਬਿਲਿਟੀ ਦੇ ਲਈ ਲੋਕ ਚੁੱਪ ਬੈਠੇ ਆ ਨਾ, ਬਰਮਾ ਦੇ ਨਾਲ ਬਰਮਾ ਦੇ ਜੰਗਲਾਂ 'ਚੋਂ ਜਿੱਥੋਂ ਇਹ ਸਾਰਾ ਕੁਝ ਗੋਲਡਨ ਟ੍ਰਾਇੰਗਲ ਦੀ ਗੱਲ ਜਿਹੜੀ ਚੱਲਦੀ ਆ, ਉਸ ਤਿੰਨੇ ਖਿੱਤਿਆਂ ਦੇ ਵਿੱਚੋਂ ਛੋਟਾ ਜਿਹਾ ਏਰੀਆ ਜਿਹਦੇ ਵਿੱਚ ਗੋਲਡਨ ਟ੍ਰਾਇੰਗਲ ਦੇ ਵਿੱਚ ਇੱਕ ਬੰਨੇ ਲਾਓਸ ਹੈ, ਇੱਕ ਬੰਨੇ ਥਾਈਲੈਂਡ, ਇੱਕ ਬੰਨੇ ਬਰਮਾ, ਇਹਨੂੰ ਟ੍ਰਾਇੰਗਲ ਕਹਿੰਦੇ ਆ, ਗੋਲਡਨ ਟ੍ਰਾਇੰਗਲ। ਇੱਥੋਂ ਚੀਜ਼ਾਂ ਉੱਡਦੀਆਂ ਸਾਰੇ ਪਾਸੇ ਨੂੰ। ਇੱਥੇ ਇਹ ਬਹੁਤ ਵੱਡਾ ਇੱਕ ਖਿੱਤਾ ਜਿੱਥੋਂ ਡਰੱਗ ਟ੍ਰੈਫਿਕਿੰਗ ਭਾਰਤ ਵਾਲੇ ਪਾਸਿਓਂ ਵੀ, ਭਾਰਤ ਦੀ ਹੱਬ ਜਿਹੜੀ ਭਾਰਤ ਦਾ, ਇੱਥੋਂ ਜਿਹੜੀ ਮੈਕਸੀਕਨ ਕਾਰਟਲ ਦੀ ਮਨੀ ਇੱਥੋਂ ਬੰਬਿਓਂ ਵਾਪਸ ਮੈਕਸੀਕੋ ਨੂੰ, ਇਹ ਜਿਹੜੀ ਨਾ ਗੱਲਾਂ ਬਾਤਾਂ ਚੱਲਦੀਆਂ ਨੇ ਵੀ DEA ਨੇ ਦੀ ਕਿਤੇ ਇਹ ਨਾ ਹੋਵੇ ਵੀ ਉਹਨਾਂ ਨੂੰ ਗਲਤ ਫਹਿਮੀ ਹੋਵੇ। DEA ਨੂੰ ਗਲਤ ਫਹਿਮੀ ਨਹੀਂ ਹੁੰਦੀ, ਇੱਥੇ ਗੱਲਾਂ ਸਹੀ ਹੋ ਜਾਣੀਆਂ ਤੁਹਾਡੇ ਸਾਹਮਣੇ। ਕੋਈ ਵਕਤੀ ਤੌਰ 'ਤੇ ਆਪਾਂ ਕਹਿ ਦਿੰਦੇ ਹੁੰਦੇ ਆ ਨਹੀਂ ਆ, ਪਰ ਜੇ ਕਹੋ ਵੀ DEA ਨੂੰ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੂੰ ਗਲਤ ਫਹਿਮੀ ਹੋ ਜੂ, ਮਿਸਟੇਕਨ ਆਇਡੈਂਟੀਟੀ ਹੋ ਜੂ, ਇਹ ਗੱਲ ਔਖੀ ਹੈ। ਅਤੇ ਇਹ ਡਰੱਗ ਦੇ ਕਾਰੋਬਾਰ ਦੇ ਵਿੱਚ ਜਿਹੜੇ ਸੈਕਰਾਮੈਂਟੋ 'ਚ ਫੜੇ ਗਏ ਬੰਦੇ ਨੇ, ਉਹਨਾਂ ਦੀਆਂ ਪੈੜਾਂ ਵੀ ਸਰੀ 'ਚ ਆਉਣੀਆਂ ਨੇ ਆਉਣ ਵਾਲੇ ਦਿਨਾਂ 'ਚ। ਇਹ ਵੇਖਿਓ ਤੁਸੀਂ, ਹੁਣ ਆਉਣ ਵਾਲੇ ਦਿਨਾਂ 'ਚ 9 ਜਿਹੜੇ ਨੇ ਇੱਥੇ ਦੇ ਵੀ ਆਉਣਗੇ ਉੱਥੋਂ, ਇਹ ਤਿਆਰੀ ਹੈ। ਇਹ ਜਿਹੜੀ ਈਜ਼ੀ ਮਨੀ ਵਾਲੀ ਗੱਲ ਉਸ ਖਿੱਤੇ ਦੇ ਵਿੱਚ ਹੁਣ ਅਮਰੀਕਾ ਚਾਹੁੰਦਾ ਹੈ ਕਿ ਸਾਊਥ ਈਸਟ ਏਸ਼ੀਆ ਜਾਂ ਏਸ਼ੀਆ ਦੇ ਵਿੱਚ ਕੰਟਰੋਲ ਹੋਵੇ, ਪਰ ਚਾਈਨਾ ਦੇ ਜਿਹੜੇ ਆਰਗੇਨਾਈਜ਼ ਕ੍ਰਿਮੀਨਲ ਪਰਿਵਾਰ ਨੇ, ਟਰਾਇਡਸ, ਖਾਸ ਤੌਰ 'ਤੇ ਬਿਗ ਸਰਕਲ ਬॉयਜ਼ ਜਿਹੜੇ ਰੈੱਡ ਆਰਮੀ ਸੀ ਮਾਓ ਜ਼ੇਡੋਂਗ ਦੇ ਸਮੇਂ, ਜਿਹੜੇ ਉੱਥੇ ਦੀ ਕਮਿਊਨਿਸਟ ਪਾਰਟੀ ਦੇ ਨਾਲ ਨਹੀਂ ਸੀ ਜੁੜਦੇ, ਉਹਨਾਂ ਨੂੰ ਡਿਸਅਪੀਅਰ ਕਰਨ ਅਤੇ ਉਹਨਾਂ ਨੂੰ ਸਿੱਧਿਆਂ ਕਰਨ ਲਈ ਇਹ ਬਿਗ ਸਰਕਲ ਬॉयਜ਼ ਜਿਹੜੇ ਨੇ ਉੱਥੋਂ ਹੋਏ ਨੇ। ਅਤੇ ਹਾਂਗਕਾਂਗ ਬੇਸਡ ਫੈਂਟਾਨਿਲ ਦੇ ਸਭ ਤੋਂ ਵੱਡੇ ਉਹ ਵਪਾਰੀ ਜਿਹੜੇ ਕੈਨੇਡਾ ਦੇ ਵਿੱਚ ਨੇ, ਅਤੇ ਉਹ ਕੰਟਰੋਲ ਕਰਦੇ ਆ ਜਿਹੜੀ ਡਰੱਗ ਟ੍ਰੈਫਿਕਿੰਗ, ਉਸ ਤੋਂ ਬਾਅਦ ਮਨੀ ਲਾਂਡਰਿੰਗ ਦੇ ਭਰ ਕੇ ਜਿਹੜੇ ਚੱਲਦੀਆਂ ਨੇ ਇਨਕੁਆਰੀਆਂ, ਰਿਚ ਕੋਲਮੈਨ ਉਹਨਾਂ ਦੀਆਂ, ਉਹਨਾਂ ਨਾਲ ਕ੍ਰਿਸਟੀ ਕਲਾਰਕ ਉਹਨਾਂ ਨੇ ਵੀ ਜਾਣਾ। ਇਹ ਉੱਥੋਂ ਕਿਉਂਕਿ ਹੈਰੋਇਨ ਬਹੁਤ ਔਖੀ ਆ ਲਿਆਉਣੀ, ਫੈਂਟਾਨਲ ਦੇ ਵਿੱਚੋਂ 1 ਕਿਲੋ ਦੇ ਵਿੱਚੋਂ ਇੰਨੀਆਂ ਗੋਲੀਆਂ ਬਣ ਜਾਂਦੀਆਂ ਨੇ, $6-7 ਮਿਲੀਅਨ ਬਣ ਜਾਂਦਾ ਉਹ 'ਚ। ਅਤੇ ਹੈਰੋਇਨ ਨੂੰ ਵੀ ਇਹਦੇ ਨਾਲ ਲੇਸ ਕਰਕੇ ਰਲਾ ਕੇ ਫੈਂਟਾਨਲ ਨਾਲ ਜਿਹੜੀ ਓਵਰਡੋਜ਼ ਓਪੀਓਇਡ ਕ੍ਰਾਈਸਿਸ ਨੇ, ਜਿਹੜੇ 7-7, 8-8 ਦਿਹਾੜੀ ਦੇ ਬੰਦੇ ਮਰ ਰਹੇ ਨੇ, ਉਹ ਇਹ ਕਾਰਨ। ਪਰ ਕੈਨੇਡਾ ਵਰਗੇ ਦੇਸ਼ ਦੇ ਵਿੱਚ, ਅਮਰੀਕਾ ਵਰਗੇ ਦੇਸ਼ ਦੇ ਜੇ ਇਸ 'ਤੇ ਕੰਟਰੋਲ ਨਹੀਂ ਹੁੰਦਾ ਤਾਂ ਦੁਨੀਆ ਦਾ ਹੋਰ ਖਿੱਤਾ ਨਹੀਂ ਕੰਟਰੋਲ ਕਰ ਸਕਦਾ। ਇਹ ਬਹੁਤ ਕੁਝ ਜੁੜਿਆ ਹੋਇਆ ਹੈ, ਜਿਹੜੀਆਂ ਤੰਦਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਸੋ ਇਹ ਜਿਹੜਾ ਉਸ ਖਿੱਤੇ ਦੇ ਵਿੱਚ ਸਰਦਾਰੀ ਲਈ, ਉਸ ਖਿੱਤੇ ਦੇ ਕੰਟਰੋਲ ਲਈ, ਜਿਹੜਾ ਹੁਣ ਚੀਨ ਨੇ 25 ਜਹਾਜ਼ਾਂ ਨਾਲ ਤਾਇਵਾਨ ਦੀ ਹਵਾਈ ਸੀਮਾ ਲੰਘੀ ਆ, ਜਿਸ 'ਚ ਬੰਬਰ ਨੇ ਅਤੇ 25 ਇਕੱਠੇ, ਉਹ ਇੱਕ ਸੁਨੇਹਾ ਤਾਇਵਾਨ ਨੂੰ ਵੀ ਤੈਨੂੰ ਅਮਰੀਕਾ ਨਹੀਂ ਬਚਾ ਸਕਦਾ, ਤੂੰ ਸਾਡੀ ਜਗ੍ਹਾ ਹੈ ਅਤੇ ਤੇਰੇ 'ਤੇ ਅਸੀਂ ਕੰਟਰੋਲ ਕਰਨਾ। ਵੇਖਦੇ ਹਾਂ ਕਿਹੋ ਜਿਹਾ ਸਮਾਂ ਆਉਂਦਾ। ਖਬਰਾਂ ਸੁਣਾਉਣਾ ਜੀ, ਮੁੜ ਕੇ ਆ ਕੇ ਸਰਦਾਰ ਵੇਰਕਾ ਨਾਲ ਗੱਲਬਾਤ ਹੋਏਗੀ ਪੰਜਾਬ ਤੋਂ। ਵੇਰਕਾ ਸਾਹਿਬ ਫਿਰ ਮੇਰੇ ਨਾਲ ਨੇ। ਵੇਰਕਾ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਬਹੁਤ ਬਹੁਤ ਤੁਹਾਡੇ ਸਮੇਂ ਲਈ। ਅੱਛਾ, ਵੈਲਕਮ। ਜਿਹੜਾ ਕੰਵਰ ਵਿਜੇ ਪ੍ਰਤਾਪ ਉਹਨਾਂ ਦੀ ਮਿਹਨਤ ਦੇ ਨਾਲ ਉਹਨਾਂ ਨੇ ਇੱਕ ਜਿਹੜਾ ਕੰਮ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਚੱਲੀ ਗੋਲੀ ਨਾਲ ਮਾਰੇ ਉਹਨਾਂ ਬੇਕਸੂਰ ਨੌਜਵਾਨਾਂ ਦੇ ਬਾਰੇ ਕੁਝ ਵੀ ਜਿੰਨਾ ਵੀ ਕੀਤਾ, ਅਤੇ ਉਹਨਾਂ ਦੀ ਛਵੀ ਆ ਜਿਹੜੀ ਇੱਕ ਇਮਾਨਦਾਰ ਅਫਸਰ, ਅਤੇ ਹਾਲਾਂਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਨੇ, ਉਹ ਕ੍ਰਿਟਿਕ ਵੀ ਨੇ ਕੁਝ ਲੋਕ, ਉਹ ਕਹਿੰਦੇ ਨਹੀਂ ਇਹ ਤਾਂ ਪਾਰਟੀ ਦੇ ਅਗੇਂਸਟ ਸੀ। ਇਹਦਾ ਰੱਦ ਕਰਨ ਦਾ ਅਤੇ ਉਹਨਾਂ ਦਾ ਇਹਦੇ 'ਤੇ ਕੰਮ ਕਰਨ ਦਾ, ਇਹ ਫਿਰ ਹੋਇਆ ਕੀ ਆ ਜੀ? ਪਹਿਲਾਂ ਤਾਂ ਇੱਕ ਵਕੀਲ ਦੇ ਪ੍ਰੋਸਪੈਕਟ ਤੋਂ ਦੱਸਿਓ ਮੈਨੂੰ, ਫਿਰ ਮੈਂ ਇਸ ਨੂੰ ਅੱਗੇ ਜੀ। ਹਾਂਜੀ, ਵੇਖੋ, ਇਹ ਪਹਿਲਾਂ ਆਪਾਂ ਨੂੰ ਜਿਵੇਂ ਪਤਾ ਵੀ 2015 ਦੇ ਜਿਹੜੇ ਇੰਸੀਡੈਂਟ ਸੀ, ਜਿਹੜੀ ਫਾਇਰਿੰਗ ਹੋਈ ਸੀ, ਉਹਦੇ ਬਾਰੇ ਹੀ ਇਹ ਕੇਸ ਜਿਹੜੇ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਕੇ ਜਿਹੜੀ ਸੰਗਤ ਸੀ, ਸਿੱਖ ਸੰਗਤ ਸੀ, ਉਹ ਪ੍ਰੋਟੈਸਟ ਤੇ ਬੈਠੀ ਸੜਕਾਂ ਤੇ ਉਦੋਂ ਅਕਾਲੀ ਗੌਰਮੈਂਟ ਹੀ ਉਸ ਟਾਈਮ ਤੇ ਜਿਹੜੀ ਫਾਇਰਿੰਗ ਹੋਈ ਸੀ, ਜਿਹਦੇ ਚ 2 ਜਿਹੜੇ ਆ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਹੋਣੀ ਜਿਹੜੀ ਆ 2 ਸਿੰਘ ਸ਼ਹੀਦ ਹੋਏ ਸੀ, ਉਹ ਉਹਨਾਂ ਕੇਸਾਂ ਨਾਲ ਸੰਬੰਧਿਤ ਹੀ ਇਹ ਸਾਰਾ ਕੁਝ। ਤੇ ਉਹ ਕੇਸ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ, ਜਿਹੜਾ ਇੱਕ ਦੋਸ਼ੀ ਆ, ਜਿਹੜੇ ਪੁਲਿਸ ਅਫਸਰ ਸੀ ਉਹਨਾਂ ਚ ਇੱਕ ਗੁਰਦੀਪ ਸਿੰਘ ਪੰਧੇਰ ਤੇ ਰਸ਼ਪਾਲ ਸਿੰਘ, ਇਹਨਾਂ ਨੇ ਇੱਕ ਪਟੀਸ਼ਨ ਹਾਈ ਕੋਰਟ ਚ ਫਾਈਲ ਕੀਤੀ ਸੀ
ਜਿਹੜੀ ਇਹ FIR ਜਿਹੜੀ ਸੈਕੰਡ FIR ਹੈ ਇਹ ਕੈਂਸਲ ਹੋਣੀ ਚਾਹੀਦੀ ਹੈ ਤੇ ਜਿਹੜੀ ਇਹ CBI ਨੂੰ ਇਨਕੁਆਇਰੀ ਜਿਹੜੀ ਇਹ ਚੱਲ ਜਾਣੀ ਚਾਹੀਦੀ ਹੈ ਤੇ ਜਾਂ ਕੁੰਵਰ ਵਿਜੇ ਪ੍ਰਤਾਪ ਜਿਹੜਾ ਇਹਨੂੰ ਰਿਮੂਵ ਕੀਤਾ ਜਾਣਾ ਚਾਹੀਦਾ, ਇਹਨੂੰ ਜਾਂਚ ਤੋਂ ਪਰੇ ਕਰਨਾ ਚਾਹੀਦਾ ਵਾ। ਅੱਛਾ ਜੀ। ਤੇ ਇਹ ਕੇਸ ਦੇ ਵਿੱਚ 9 ਅਪ੍ਰੈਲ ਨੂੰ ਜਸਟਿਸ ਰਾਜਵੀਰ ਸ਼ੇਰਾਵਤ ਨੇ ਉਹਨਾਂ ਨੇ ਜਿਹੜਾ ਆਰਡਰ ਪਾਸ ਕੀਤਾ, ਜਿਹਦੇ ਵਿੱਚ ਉਹਨਾਂ ਨੇ 3 ਆਪਸ਼ਨ ਜਿਹੜੀਆਂ ਪੰਜਾਬ ਗੌਰਮੈਂਟ ਨੂੰ ਦਿੱਤੀਆਂ। ਜਿਹੜੇ ਐਡਵੋਕੇਟ ਜਨਰਲ ਸੀ ਉਹਨਾਂ ਨੂੰ ਕਿਹਾ ਵੀ ਜਾਂ ਤੇ ਇਹਦੀ ਜਾਂਚ ਹਰਿਆਣੇ ਨੂੰ ਦੇ ਦਿੱਤੀ ਜਾਵੇ ਜਾਂ CBI ਨੂੰ ਦੇ ਦਿੱਤੀ ਜਾਵੇ ਜਾਂ ਫਿਰ ਇੱਕ ਸਿੱਟ ਜਿਹੜੀ ਨਵੀਂ ਬਣਾਈ ਜਾਵੇ ਜਿਹਦੇ ਚ ਕੁੰਵਰ ਵਿਜੇ ਪ੍ਰਤਾਪ ਜਿਹੜੇ ਉਹ ਨਾ ਹੋਣ। ਤੇ ਪੰਜਾਬ ਗੌਰਮੈਂਟ ਵੱਲੋਂ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਇਹ ਕੰਸੈਂਟ ਦੇ ਦਿੱਤੀ ਵੀ ਉਹ ਸਿੱਟ ਬਣਾਉਣਗੇ ਤੇ ਉਹਦੇ ਚ ਕੁੰਵਰ ਵਿਜੇ ਪ੍ਰਤਾਪ ਜਿਹੜੇ ਆ ਉਹ ਨਹੀਂ ਹੋਣਗੇ, ਦੂਸਰੇ ਅਫਸਰ ਹੋਣਗੇ। ਅੱਛਾ ਜੀ। ਪਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਜਿਹੜੀ ਇਹਦੇ ਚ ਜਿਹੜਾ ਇੱਕ ਜਾਣਕਾਰੀ ਜਿਹੜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਪਹਿਲਾਂ ਵੀ ਦੋਸ਼ੀ ਪੁਲਿਸ ਅਫਸਰਾਂ ਨੇ ਕਈ ਪਟੀਸ਼ਨਾਂ ਹਾਈ ਕੋਰਟ ਚ ਪਾਈਆਂ ਜੀ। ਇਹਦੇ ਚ ਸਮੇਤ ਸੈਣੀ ਵੱਲੋਂ ਵੀ ਪਾਈ, ਉਮਰਾ ਨੰਗਲ ਵੱਲੋਂ ਵੀ ਪਾਈਆਂ ਗਈਆਂ ਤੇ 2019 ਦੇ ਵਿੱਚ ਇੱਕ ਜਸਟਿਸ ਰਾਜਨ ਗੁਪਤਾ ਜੀ ਵੱਲੋਂ ਵੀ ਸੇਮ ਲਗਭਗ ਇਸੇ ਤਰ੍ਹਾਂ ਦੀ ਡਿਮਾਂਡ ਸੀ, ਉਹਦੇ ਚ ਇਸੇ ਤਰ੍ਹਾਂ ਦੀ ਪ੍ਰੇਅਰ ਹੀ ਉਹਨਾਂ ਪਟੀਸ਼ਨਾਂ 'ਚ ਵੀ ਇਹ ਜਿਹੜਾ ਵਾ ਕੇਸ ਜਿਹੜਾ CBI ਨੂੰ ਦੇ ਦਿੱਤਾ ਜਾਵੇ, ਇਹ ਪੰਜਾਬ ਪੁਲਿਸ ਜਿਹੜੀ ਹੈ ਇਹਨਾਂ ਦੇ ਅਫਸਰ ਇਨਵੈਸਟੀਗੇਟ ਨਹੀਂ ਕਰ ਸਕਦੇ। ਤੇ ਉਦੋਂ ਵੀ ਜਸਟਿਸ ਰਾਜਨ ਗੁਪਤਾ ਹੋਣਾ ਨੇ ਇਹਨਾਂ ਦੋਸ਼ੀਆਂ ਦੀ ਪਟੀਸ਼ਨ ਡਿਸਮਿਸ ਕੀਤੀ। ਉਹ ਸਿੰਗਲ ਬੈਂਚ ਹੀ ਤੇ ਹੁਣ ਵੀ ਸਿੰਗਲ ਬੈਂਚ ਹੈ। ਇਸ ਕਰਕੇ ਇਹ ਫੈਸਲੇ ਨਾਲ ਬੜੀ ਹੈਰਾਨੀ ਹੋਈ ਕਿਉਂਕਿ ਜਿੱਦਣ ਇਹ ਸੁਣਵਾਈ ਸੀ 9 ਅਪ੍ਰੈਲ ਨੂੰ ਤੇ ਜਿਸ ਤਰ੍ਹਾਂ ਉਹ ਕੋਰਟ ਦੇ ਵਿੱਚ ਸਾਰਾ ਕੁਝ ਵਾਪਰਿਆ, ਈਵਨ ਮੈਂ ਤੁਹਾਨੂੰ ਦੱਸਾਂ ਵੀ ਇੱਕ ਪੁਲਿਸ ਅਫਸਰ ਬਿਕਰਮਜੀਤ ਸਿੰਘ ਜਿਹੜਾ SP ਹੈ ਕੇਸ 'ਚ ਦੋਸ਼ੀ ਆ, ਉਹ ਵੀ ਉਹਨੇ ਇੱਕ ਲਾਈਨ ਲਈ ਹੈ ਐਜ ਐਡਵੋਕੇਟ, ਉਹਨੇ ਕਿਸੇ ਐਡਵੋਕੇਟ ਦੀ ਮਦਦ ਲੈ ਕੇ ਹਾਈ ਕੋਰਟ ਤੋਂ, ਕਿਉਂਕਿ ਜਿਹੜੀ ਇਹ ਫਿਜ਼ੀਕਲ ਹੀਅਰਿੰਗ ਨਹੀਂ ਸੀ, ਇਹ ਵੀਡੀਓ ਕਾਨਫਰੰਸ ਦੇ ਥਰੂ ਹੀ ਸੀ। ਤੇ ਇੱਕ SP ਜਿਹੜਾ ਵਾ ਉਹ ਕਿਤਨਾ ਇੱਕ ਦੋਸ਼ੀ ਜਿਹੜਾ ਵਾ ਇੱਕ ਝੂਠ ਬੋਲ ਕੇ ਜਾਂ ਮੈਨੂਪਲੇਸ਼ਨ ਕਰਕੇ ਇੱਕ ਲਾਈਨ ਲੈ ਕੇ ਹਾਈ ਕੋਰਟ ਦੀ ਪ੍ਰੋਸੀਡਿੰਗ ਸੁਣਦੇ ਆ ਵਾ। ਤੇ ਉਹ ਜਸਟਿਸ ਰਾਜਵੀਰ ਸ਼ੇਰਾਵਤ ਵੱਲੋਂ ਜੋ ਵੀ ਉੱਥੇ ਉਦੋਂ ਜੋ ਘਟਨਾਕ੍ਰਮ ਉਹ ਕੋਰਟ ਦੇ ਵਿੱਚ ਵਾਪਰਿਆ ਤੇ ਇੰਨੀ ਕਾਹਲੀ ਲੱਗਦੀ ਸੀ ਵੀ ਉਹ ਉਦੋਂ ਹੀ ਡਿਸਾਈਡ ਕਰਨਾ ਆਪਾਂ ਨੇ। ਫਿਰ ਇਹ ਕੇਸ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਵੀ ਪਹਿਲਾਂ ਜਦੋਂ ਇਹ ਫਾਇਰਿੰਗ ਹੋਈ ਆ ਉਦੋਂ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਿਆ ਸੀ। ਸਭ ਤੋਂ ਪਹਿਲਾਂ ਤੇ ਇੱਕ ਸਿੱਟ ਬਣੀ ਸੀ ADGP IPS ਸੋਤਾ ਜਿਹੜੇ ਇਕਬਾਲਪ੍ਰੀਤ ਸਿੰਘ ਸੋਤਾ ਉਹਨਾਂ ਦੇ ਥੱਲੇ। ਉਹਨਾਂ ਨੇ ਫਾਈਂਡਿੰਗ ਦਿੱਤੀ ਵੀ ਇਹ ਪੁਲਿਸ ਅਫਸਰ ਦੋਸ਼ੀ ਹੈ, ਚਰਨਜੀਤ ਸ਼ਰਮਾ ਤੇ ਬਾਕੀ ਉਹਨਾਂ ਦੇ ਨਾਲ ਜਿਹੜੇ ਲੋਕ ਸੀ। ਚਰਨਜੀਤ ਸ਼ਰਮਾ ਨੂੰ 17/10/2015 ਨੂੰ ਜਿਹੜਾ ਸਸਪੈਂਡ ਕਰਤਾ ਸੀ ਉਹਨਾਂ ਦੀ ਰਿਪੋਰਟ ਦੇ ਬੇਸ ਤੇ ਇੱਕ FIR ਦਰਜ ਕਰਤੀ, 130 ਨੰਬਰ FIR ਜਿਹੜੀ ਕਿ ਸਾਰੀ ਹੁਣ ਤੱਕ ਚੱਲਦੀ ਹੈ। 302 ਦੇ ਸੈਕਸ਼ਨ 'ਚ ਮਰਡਰ ਦੇ ਚਾਰਜਿਸ ਤੇ ਉਹ FIR ਇੱਕ ਬਾਜਾਖਾਨਾ ਪੁਲਿਸ ਸਟੇਸ਼ਨ ਹੈ ਉੱਥੇ ਦਰਜ ਕੀਤੀ ਸੀ। ਉਸ ਤੋਂ ਬਾਅਦ ਜਿਹੜਾ ਕਿਉਂਕਿ ਅਕਾਲੀ ਗੌਰਮੈਂਟ ਹੀ ਇਹਨਾਂ ਨੂੰ ਸੰਗਤ ਵੱਲੋਂ ਬਹੁਤ ਜ਼ਿਆਦਾ ਸਿੱਖਾਂ ਵੱਲੋਂ ਬੜਾ ਜ਼ਿਆਦਾ ਰੋਸ ਸੀ ਤੇ ਉਹ ਰੋਸ ਨੂੰ ਇਹਨਾਂ ਨੇ ਇੱਕ ਟਾਈਮ ਵੀ ਜਦੋਂ ਵੀ ਆਪਾਂ ਕਮਿਸ਼ਨ ਬਣਾਉਣੇ ਆ ਕਿਤੇ ਵੀ ਉਹ ਦੁਨੀਆ 'ਚ ਵੀ ਕਿਤੇ ਕੋਈ ਕਮਿਸ਼ਨ ਬਣੇ, ਖਾਸ ਕਰਕੇ ਇੰਡੀਆ 'ਚ ਤੇ ਹੈਗਾ ਵਾ ਵੀ ਕਿਸੇ ਸੱਚ ਨੂੰ ਦਬਾਉਣਾ ਹੋਵੇ ਜ਼ਿਆਦਾ ਦੇਰ ਲਈ ਤੇ ਤੁਸੀਂ ਕਮਿਸ਼ਨ ਇੱਕ ਕੰਸਟੀਟਿਊਟ ਕਰ ਦਿਓ, ਲੋਕੀ ਉਹਦੇ ਲਈ ਵੇਖਦੇ ਰਹਿਣਗੇ ਤੇ ਉਹ ਆਪਣੇ ਆਪ ਜਿਹੜਾ ਉਹ ਟਾਈਮ ਪੈ ਕੇ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਰਹਿ ਜਾਂਦੀਆਂ ਤੇ ਗੌਰਮੈਂਟਾਂ ਨੂੰ ਜਾਂ ਦੋਸ਼ੀਆਂ ਨੂੰ ਫਾਇਦਾ ਹੁੰਦਾ ਵਾ। ਜਸਟਿਸ ਜੋਰਾ ਸਿੰਘ ਕਮਿਸ਼ਨ ਇਹਨਾਂ ਨੇ 16 ਅਕਤੂਬਰ 2015 ਨੂੰ ਬਣਾਇਆ ਸੀ। ਉਹਦੀ ਰਿਪੋਰਟ 30 ਜੂਨ 2016 ਨੂੰ ਉਹਨਾਂ ਨੇ ਰਿਪੋਰਟ ਦੇ ਦਿੱਤੀ ਜਦੋਂ ਅਕਾਲੀ ਗੌਰਮੈਂਟ ਸੀ ਉਹਦੇ ਵਿੱਚ ਹੀ। ਉਹਦੇ ਵਿੱਚ ਵੀ ਉਹਨਾਂ ਨੇ ਪੁਲਿਸ ਅਫਸਰਾਂ ਸਾਰਿਆਂ ਨੂੰ ਦੋਸ਼ੀ ਪਾਇਆ। ਚਰਨਜੀਤ ਸ਼ਰਮਾ ਜੀ ਦੇ ਖਿਲਾਫ ਜਿਹੜਾ ਵਾ ਉਹਨਾਂ ਨੂੰ ਹੀ ਇਹਨਾਂ ਨੇ ਦੋਸ਼ੀ ਪਾਇਆ ਤੇ ਉਹਨਾਂ ਦੇ ਖਿਲਾਫ FIR ਦਰਜ ਕਰਨ ਲਈ ਜਿਹੜਾ ਵਾ ਇਹ ਮਰਡਰ ਦੇ ਕੇਸ 'ਚ FIR ਦਰਜ ਕਰਨ ਲਈ ਲਿਆ। ਪਰ ਅਕਾਲੀ ਗੌਰਮੈਂਟ ਦੇ ਟਾਈਮ ਤੇ ਉਹ ਰਿਪੋਰਟ ਕਦੀ ਵੀ ਜਨਤਕ ਨਹੀਂ ਹੋਈ। ਉਸੇ ਕੇਸ 'ਚ ਅਸੀਂ ਹਾਈ ਕੋਰਟ 'ਚ ਬਾਅਦ 'ਚ ਗਏ, ਉਹ ਜਿਹੜੇ 2 ਜਣੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਵੱਲੋਂ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ, ਰਿਟ ਫਾਈਲ ਕੀਤੀ 2017 ਦੇ ਵਿੱਚ ਵੀ ਇਹ ਜਿਹੜਾ ਜੋ ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਰਿਪੋਰਟ ਦਿੱਤੀ ਉਹਨੂੰ ਲਾਗੂ ਕਰਨ, ਕੰਪਨਸੇਸ਼ਨ ਦੇਣ, FIR ਦਰਜ ਕਰਨ ਤੇ ਜੌਬ ਦੇਣ ਜਿਹੜੇ ਮਰੇ ਆ ਉਹਨਾਂ ਦੇ ਪਰਿਵਾਰਾਂ ਨੂੰ। ਤੇ ਉਹ ਕੇਸ ਚੱਲੇ ਉਹ ਪੈਂਡਿੰਗ ਹੀ ਤੇ ਉਧਰੋਂ ਜਿਹੜੀ ਆ 2017 ਚ ਜਿਹੜੀ ਆ ਗੌਰਮੈਂਟ ਚੇਂਜ ਹੋ ਗਈ। ਕੈਪਟਨ ਅਮਰਿੰਦਰ ਨੇ ਇੱਕ ਉਹਦਾ ਇਲੈਕਸ਼ਨ ਚ ਪ੍ਰੋਮਿਸ ਸੀ ਕਿ ਮੈਂ ਜਿਹੜਾ ਜਦੋਂ ਮੇਰੀ ਸਰਕਾਰ ਬਣੂਗੀ, ਇੱਕ ਤੇ ਉਹਨੇ ਡਰੱਗ ਦੇ ਕੇਸਾਂ 'ਚ ਵੱਡਾ ਪ੍ਰੋਮਿਸ ਕੀਤਾ ਮੈਂ 4 ਹਫ਼ਤਿਆਂ 'ਚ ਡਰੱਗ ਖਤਮ ਕਰੂੰਗਾ। ਔਰ ਦੂਸਰਾ ਹੈਗਾ ਸੀ ਵੀ ਜਿਹੜੀਆਂ ਬੇਅਦਬੀਆਂ ਹੋਈਆਂ ਵਾ ਉਹਦੇ ਦੋਸ਼ੀਆਂ ਨੂੰ ਮੈਂ ਜਿਹੜਾ ਵਾ ਉਹ ਸਜ਼ਾ ਦਿਵਾਊਂਗਾ। ਉਹਦੇ ਵਿੱਚ ਉਹਨਾਂ ਬਾਅਦ 'ਚ ਜਸਟਿਸ ਰਣਜੀਤ ਸਿੰਘ ਜਿਹੜਾ ਵਾ ਇੱਕ ਕਮਿਸ਼ਨ ਅਪੁਆਇੰਟ ਕੀਤਾ 2017 ਚ ਜੁਲਾਈ 2017 ਨੂੰ। ਤੇ ਉਹਨਾਂ ਨੇ ਜਦੋਂ ਰਿਪੋਰਟ ਦਿੱਤੀ ਵਿਧਾਨ ਸਭਾ 'ਚ ਆਪਾਂ ਸਾਰਿਆਂ ਨੇ ਲਾਈਵ 'ਚ ਸਾਰੀ ਦੁਨੀਆ 'ਚ ਜਿਹੜੇ ਸਿੱਖਿਆ ਉਹਨਾਂ ਨੇ ਉਹ ਲਾਈਵ ਵੇਖਿਆ ਜੋ ਉੱਥੇ ਡਰਾਮਾ ਹੋਇਆ ਬਾਅਦ 'ਚ। ਤੇ ਇਹ ਸਾਰਾ ਜਿਹੜਾ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਜਿਹੜੀ ਹੁਣ ਜੋ ਵੀ ਇਹ ਜਿਹੜੀਆਂ ਇਹਦੇ ਵਿੱਚ 9 ਚਲਾਨ ਜਿਹੜੇ ਆ 9 ਜਿਹੜੀਆਂ ਇਨਵੈਸਟੀਗੇਸ਼ਨ ਰਿਪੋਰਟਸ ਜਿਹੜੀਆਂ ਫਾਈਨਲ ਰਿਪੋਰਟ ਆਪਾਂ ਕਹਿੰਦੇ ਆ 173 ਸੈਕਸ਼ਨ ਦੀਆਂ ਉਹ ਅਦਾਲਤ 'ਚ ਜਾ ਚੁੱਕੀਆਂ ਤੇ ਲਾਸਟ ਜਿਹੜੀ ਆ 10ਵੀਂ ਰਿਪੋਰਟ ਜਿਹੜੀ ਫਾਈਨਲ ਰਿਪੋਰਟ ਸੀ ਜਿਹਦੇ ਵਿੱਚ ਸਾਰਾ ਕੁਝ ਕਨਕਲੂਡ ਕੀਤਾ ਸੀ ਉਹ ਰਿਪੋਰਟ ਜਿਹੜੀ ਹੁਣ ਅਦਾਲਤ 'ਚ ਦੇਣੀ ਸੀ। 16 ਮਾਰਚ ਨੂੰ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਉਹ ਫਾਈਨਲ ਰਿਪੋਰਟ ਜਿਹਦੇ ਵਿੱਚ ਸਾਰੇ ਜਾਣੇ ਜਿੰਨੇ ਵੀ ਦੋਸ਼ੀ ਭਾਵੇਂ ਕੋਈ ਕਿੱਡਾ ਵੀ ਪਾਵਰਫੁਲ ਆ, ਮੈਂ ਉਹਨਾਂ ਸਾਰਿਆਂ ਦੇ ਬਾਰੇ ਜੋ ਇਨਵੈਸਟੀਗੇਸ਼ਨ ਕੀਤੀ ਹੈ ਮੈਂ ਉਹਦੇ ਬਾਰੇ ਰਿਪੋਰਟ ਜਿਹੜੀ ਅਦਾਲਤ 'ਚ ਜਿਹੜਾ ਦੇ ਰਿਹਾ ਵਾਂ।
ਜੀ ਤੇ ਹੈਰਾਨੀ ਦੀ ਗੱਲ ਹੈ ਵੀ 16 ਮਾਰਚ ਨੂੰ ਉਹ ਕਹਿ ਰਹੇ ਆ ਔਰ ਬੋਰਡ ਨੂੰ ਰੋਕਿਆ ਗਿਆ ਤੇ 9 ਅਪ੍ਰੈਲ ਨੂੰ ਆ ਕੇ ਜਿਹੜਾ ਹਾਈ ਕੋਰਟ ਨੇ ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਜਿੰਨੀਆਂ ਵੀ 9 ਚਲਾਨ ਉਹਨਾਂ ਨੇ ਆਲਰੇਡੀ ਦਿੱਤੇ 3 ਸਾਲ ਦੀ ਜਿੰਨੀ ਵੀ ਤਫਤੀਸ਼ ਸੀ ਉਹਨੂੰ ਫਿਰ ਜ਼ੀਰੋ ਤੇ ਲਿਆ ਕੇ ਖੜਾ ਕਰਤਾ। ਔਰ ਇਹਦੇ ਵਿੱਚ ਜਿਹੜਾ ਸਾਰਾ ਰੋਲ ਜਿਹੜਾ ਐਡਵੋਕੇਟ ਜਨਰਲ ਦਾ ਰੋਲ ਬੜਾ ਸਸਪੀਸੀਅਸ ਜਿਹਾ ਵਾ ਇਸ ਕੇਸ ਦੇ ਵਿੱਚ। ਫਿਰ ਅਦਾਲਤ ਦਾ ਜਦੋਂ ਆਪਾਂ ਇੱਕ ਇਨਵੈਸਟੀਗੇਸ਼ਨ ਪਹਿਲਾਂ ਕਿੰਨੀ ਵਾਰੀ ਦੋਸ਼ੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਉਹਨਾਂ ਨੇ, ਉਹ ਪਟੀਸ਼ਨਾਂ ਉਹਨਾਂ ਦੀਆਂ ਡਿਸਮਿਸ ਹੋਈਆਂ। ਹੁਣ ਆਪਾਂ 2021 ਚ ਇਹੋ ਜਿਹੀ ਕਿਹੜੀ ਨਵੀਂ ਗੱਲ ਹੋ ਗਈ ਵੀ ਆਪਾਂ ਉਹ ਉਸੇ ਗਰਾਊਂਡ ਦੇ ਵਿੱਚ ਉਹ ਗਰਾਊਂਡ ਜਿਹੜੀ ਉਹਨਾਂ ਨੇ ਪਹਿਲਾਂ ਲਈ, ਜਿਹੜੀ ਉਹਨਾਂ ਪ੍ਰੇਅਰ ਪਹਿਲਾਂ ਕੀਤੀ, ਜਿਹੜੀ ਉਹਨਾਂ ਨੇ ਪਹਿਲਾਂ ਪਲੀ ਲਈ ਆ, ਉਸੇ ਪਲੀ ਦੇ ਬੇਸ ਤੇ ਜਿਹਦੇ ਚ ਉਹਨਾਂ ਨੂੰ ਪਹਿਲਾਂ ਕੋਈ ਰਿਲੀਫ ਨਹੀਂ ਮਿਲਿਆ ਹਾਈ ਕੋਰਟ ਤੋਂ, ਸੁਪਰੀਮ ਕੋਰਟ ਤੋਂ, ਉਹ ਹੁਣ ਆ ਕੇ ਉਹਨਾਂ ਨੂੰ ਰਿਲੀਫ ਮਿਲ ਗਿਆ। ਇਹ ਸਾਰੀਆਂ ਚੀਜ਼ਾਂ ਬੜੀਆਂ ਹੈਰਾਨੀਜਨਕ ਆ। ਤੇ ਮੈਂ ਹੁਣ ਇੱਕ ਜਿਹੜੀ ਮੈਨੂੰ ਉੱਥੋਂ ਜਿਹੜੀ ਇਨਫੋਰਮੇਸ਼ਨ ਜਿਹੜੀ ਅੱਜ ਹੀ ਆਈ ਹੈ ਵੀ ਕਿਵੇਂ 6:30 ਵਜੇ ਤੱਕ ਕੋਰਟ ਦੇ ਵਿੱਚ ਜਿਹੜਾ ਵਾ ਵੀ ਉਹ ਸਟੇਟ ਜਿਹੜੀ ਉਹ ਕੇਸ ਦੇ ਵਿੱਚ ਜਿਹੜੀ 9 ਅਪ੍ਰੈਲ ਨੂੰ ਡਿਸੀਜਨ ਹੋਇਆ ਵਾ ਇਹਦੇ ਵਿੱਚ ਤਰੀਕ ਲੈਣਾ ਚਾਹੁੰਦੀ ਸੀ, ਉਹ ਅਡਜਰਨਮੈਂਟ ਚਾਹੁੰਦੇ ਸੀ। ਜੱਜ ਜਿਹੜਾ ਉਹਨਾਂ ਨੂੰ ਅਡਜਰਨਮੈਂਟ ਨਹੀਂ ਦੇਣ ਦਿਆ ਵੀ ਅੱਜ ਹੀ ਡਿਸਾਈਡ ਕਰੂੰਗਾ। 2 ਵਜੇ ਟਾਈਮ ਰੱਖਿਆ, 2 ਵਜੇ ਤੋਂ ਬਾਅਦ ਚ ਉਹਨਾਂ ਨੇ ਇਹਨਾਂ ਨੂੰ 5 ਵਜੇ ਤੋਂ 6:30 ਵਜੇ ਤੱਕ ਜਿਹੜੇ ਕੋਰਟਸ ਜਿਹੜੀਆਂ ਇਹ ਆਰਗੂਮੈਂਟ ਚੱਲਦੇ ਰਹੇ ਆ। ਤੇ ਜਿਹੜੀ ਪੰਜਾਬ ਸਰਕਾਰ ਦੇ ਜਿਹੜੇ ਵਕੀਲ ਆ ਉਹ ਕਨਵਿੰਸ ਨਹੀਂ ਕਰ ਸਕੇ ਅਦਾਲਤ ਨੂੰ, ਕਿਉਂਕਿ ਮੇਨ ਜਿਹੜਾ ਇੱਕ ਲੀਗਲ ਪੁਆਇੰਟ ਜਿਹੜਾ ਇਹ ਕੇਸ ਦੇ ਵਿੱਚ ਸੀ ਜਿਹਦੇ ਬੇਸ ਤੇ ਉਹਨਾਂ ਨੇ ਜਿਹੜਾ ਇਹ ਆਰਡਰ ਪਾਸ ਕੀਤਾ ਵਾ, ਜਿਹੜੀ ਇਕਵੈਸ਼ ਕੀਤੀ ਜਾਂ ਸਿੱਟ ਦੇ ਕੁੰਵਰ ਵਿਜੇ ਪ੍ਰਤਾਪ ਨੂੰ ਜਿਹੜਾ ਨਹੀਂ ਕੀਤਾ, ਉਹਨਾਂ ਨੇ ਕਿਹਾ ਵੀ ਇੱਕ ਜਦੋਂ FIR 2015 ਚ ਦਰਜ ਹੋ ਗਈ ਜੀ, ਫਿਰ ਦੁਬਾਰਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਤੋਂ ਬਾਅਦ 2017 ਦੇ ਵਿੱਚ ਦੁਬਾਰਾ ਜਦੋਂ 18 ਦੇ ਵਿੱਚ ਰਿਪੋਰਟ ਸਬਮਿਟ ਕੀਤੀ ਹੈ ਤੇ ਨਾਲ ਹੀ ਫਿਰ ਇੱਕ ਨਵੀਂ FIR ਦਰਜ ਹੁੰਦੀ ਹੈ। ਉਹਦੇ ਤੋਂ 4 ਸਾਲ ਬਾਅਦ 19 ਦੇ ਵਿੱਚ ਜਾ ਕੇ 18 ਚ ਰਿਪੋਰਟ ਆਈ, 19 ਚ FIR ਦਰਜ ਹੁੰਦੀ ਹੈ। ਤੇ ਇਹ ਹਾਈ ਕੋਰਟ ਦੇ ਇਹ ਪਲੀ ਲਈ ਹੈ ਵੀ ਜਦੋਂ ਇੱਕ ਆਲਰੇਡੀ FIR ਦਰਜ ਸੀ ਤੇ ਫਿਰ ਨਵੀਂ ਕੇਸ ਦਰਜ ਕਰਨ ਦੀ ਕੀ ਲੋੜ ਸੀ ਇੰਨੇ ਸਾਲਾਂ ਦੇ ਬਾਅਦ ਚ। ਇਹੋ ਹੀ ਪਲੀ ਉਹਨਾਂ ਦੀ ਪੁਲਿਸ ਅਫਸਰ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਸੀ ਉਹਨਾਂ ਦੀਆਂ ਇਹੋ ਪਲੀ ਹੈਗੀ ਸੀ ਜੀ। ਤੇ ਪਰ ਇਹਦੇ ਵਿੱਚ ਜਿਹੜੀ ਜ਼ਿਆਦਾ ਹੈਰਾਨੀ ਦੀ ਗੱਲ ਹੈ ਵੀ ਤੁਸੀਂ ਫਿਰ ਪਹਿਲਾਂ ਹਾਈ ਕੋਰਟ ਜਿਹੜੀ ਹੈ ਇੰਨੀਆਂ ਆਪਾਂ 9 ਰਿਪੋਰਟਸ ਜਿਹੜੀਆਂ ਆਲਰੇਡੀ ਫਾਈਨਲ ਰਿਪੋਰਟਸ ਅਦਾਲਤ 'ਚ ਆ ਗਈਆਂ ਵਾ, ਪਹਿਲਾਂ ਹਾਈ ਕੋਰਟ 'ਚ ਜ਼ਮਾਨਤਾਂ ਲਈ ਦੋਸ਼ੀ ਗਏ ਆ, ਉਦੋਂ ਇਸ ਪੁਆਇੰਟ ਤੇ ਕਿਸੇ ਨੇ ਓਬਜੈਕਸ਼ਨ ਨਹੀਂ ਕੀਤਾ। 2015 ਦੀ FIR ਹੀ ਉਹ ਅਨਨੋਨ ਦੇ ਖਿਲਾਫ ਹੀ, ਫਿਰ 2019 ਚ ਆ ਗਏ 10 ਪੁਲਿਸ ਅਫਸਰਾਂ ਦੇ ਖਿਲਾਫ, ਚਰਨਜੀਤ ਸ਼ਰਮਾ ਜਾਂ ਹੋਰ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਦੇ ਖਿਲਾਫ ਕੇਸ ਦਰਜ ਹੋਇਆ। ਇਹਦੇ ਵਿੱਚ ਬਾਅਦ ਚ ਨੋਮੀਨੇਟ ਹੋਏ ਸਮੇਤ ਸੈਣੀ, ਫਿਰ ਉਮਰਾ ਨਗਲ ਜਿਹੜਾ ਉਹ ਵੀ ਅਰੈਸਟ ਹੋਇਆ। ਇਹਦੇ ਵਿੱਚ ਬਿਕਰਮਜੀਤ SP ਜਿਹੜਾ ਵਾ ਉਹ ਵੀ ਹੋਇਆ, ਇੰਸਪੈਕਟਰ ਕੁਝ ਹੇਠਲੇ ਅਧਿਕਾਰੀ, ਇਹ ਸਾਰੇ ਜਣੇ ਉਹਦੇ ਚ ਨੋਮੀਨੇਟ ਹੋਏ ਆ, ਉਹਦੇ ਚ ਅਰੈਸਟ ਹੋਈ ਹੈ, ਕਈ ਬੰਦੇ ਜੇਲ੍ਹ ਚ ਗਏ ਆ, ਬਾਅਦ ਚ ਇਹਨਾਂ ਦੀਆਂ ਜ਼ਮਾਨਤਾਂ ਹੋਈਆਂ ਵਾ। ਇਹ ਬੜੀ ਹੈਰਾਨੀ ਦਾ ਫੈਸਲਾ ਮੈਨੂੰ ਤਾਂ ਕਿਤੇ ਨਾ ਕਿਤੇ ਲੱਗਦਾ ਵਾ ਕਿਉਂਕਿ ਅਸੀਂ ਪੰਜਾਬ ਚ ਸਾਰੇ ਚ ਇਹ ਸਿਸਟਮ ਵੇਖਿਆ ਵਾ ਵੀ ਜਦੋਂ ਪਹਿਲਾਂ ਅਕਾਲੀ ਸਰਕਾਰ 10 ਸਾਲ ਰਹੀ ਹੈ, ਫਿਰ ਹੁਣ ਕਾਂਗਰਸ ਜਿਹੜੀ ਹੈ ਉਸ ਤੋਂ ਬਾਅਦ 2017 ਚ ਕਾਂਗਰਸ ਗੌਰਮੈਂਟ ਆਈ ਹੈ। ਜਦੋਂ ਕਾਂਗਰਸ ਗੌਰਮੈਂਟ ਆਈ ਸੀ ਇਹਨਾਂ ਦਾ ਪ੍ਰੋਮਿਸ ਸੀ ਪੰਜਾਬ ਦੇ ਲੋਕਾਂ ਦੇ ਨਾਲ ਵੀ ਉਹ ਵਧੀਆ ਪੰਜਾਬ ਬਣਾਉਣਗੇ, ਇੱਕ ਤਰੱਕੀ ਜਿਹੜੀ ਇੱਥੇ ਪੰਜਾਬ 'ਚ ਹੋਊਗੀ, ਇਨਸਾਫ ਦੇਣਗੇ ਲੋਕਾਂ ਨੂੰ। ਜਿਹੜਾ ਕੇਬਲ ਮਾਫੀਆ, ਜਿਹੜਾ ਸੈਂਡ ਮਾਫੀਆ, ਜਿਹੜਾ ਮਾਈਨਿੰਗ ਮਾਫੀਆ ਵਾ, ਜਿਹੜੇ ਤੁਹਾਡੇ ਸ਼ਰਾਬ ਦਾ ਮਾਫੀਆ ਵਾ ਤੇ ਡਰੱਗ ਦੇ ਕੇਸ ਤੇ ਜਿਹੜੇ ਬੇਅਦਬੀ ਦੇ ਕੇਸ ਹੈ, ਵੱਡੀਆਂ ਇਹਨਾਂ ਦੀਆਂ ਜਿਹੜੀਆਂ ਗੱਲਾਂ ਸੀ ਜਿਹੜੀਆਂ 2017 ਇਲੈਕਸ਼ਨ 'ਚ ਇਹਨਾਂ ਨੇ ਕੀਤੀਆਂ ਸੀ, ਤੇ ਅੱਜ 4 ਸਾਲ ਬੀਤਣ ਦੇ ਬਾਵਜੂਦ ਸਾਰਾ ਕੁਝ ਉਸੇ ਤਰ੍ਹਾਂ ਹੀ ਚੱਲ ਰਿਹਾ। ਅਸੀਂ ਬੇਅਦਬੀ ਵਾਲੇ ਕੇਸ 'ਚ ਸਾਨੂੰ ਤਾਂ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਸੀਅਰ ਹੀ ਨਹੀਂ ਹੈਗਾ, ਕਿਉਂਕਿ ਪਹਿਲਾਂ ਤੁਸੀਂ 4 ਸਾਲ ਲਾ ਦਿੰਦੇ ਜੋ ਕੇਸ ਨੂੰ, ਹੁਣ 4 ਸਾਲਾਂ ਬਾਅਦ ਅੱਜ ਜਿਹੜਾ ਵਾ ਇਹਦੀ ਇੱਕ ਸਟੇਟਮੈਂਟ ਅੱਜ ਅਮਰਿੰਦਰ ਦੀ ਆਈ ਹੈ ਕਿ ਉਹ ਇਹ ਆਰਡਰ ਨੂੰ ਚੈਲੰਜ ਕਰਨਗੇ ਸੁਪਰੀਮ ਕੋਰਟ 'ਚ। ਜੇ ਅੱਜ ਆਰਡਰ ਚੈਲੰਜ ਵੀ ਹੁੰਦਾ ਤੇ ਉਹਨੂੰ ਕਿੰਨਾ ਟਾਈਮ ਲੱਗੂਗਾ? ਇਹ ਜਦੋਂ ਕਿ ਪੰਜਾਬ ਸਰਕਾਰ ਜਿਹੜੀ ਹੈ, ਕਾਂਗਰਸ ਜਿਹੜੀ ਹੈ, ਇਹ ਚਾਹੁੰਦੀ ਹੈ ਵੀ ਜਿਹੜੀ ਇਲੈਕਸ਼ਨ ਡਿਊ ਆ ਫਰਵਰੀ ਦੇ ਵਿੱਚ, ਫਰਵਰੀ 2022 'ਚ, ਇਹ ਚਾਹੁੰਦੇ ਆ ਵੀ ਅਸੀਂ 2021 ਚ ਅਕਤੂਬਰ ਜਾਂ ਨਵੰਬਰ ਦੇ ਵਿੱਚ ਇਲੈਕਸ਼ਨ ਕਰਾ ਲਈਏ। ਤੇ ਸਾਨੂੰ ਇਸ ਕਰਕੇ ਲੱਗਦਾ ਵਾ ਵੀ ਇਹ ਜੇ ਪਟੀਸ਼ਨ ਪਾਊਗਾ ਫਿਰ ਇਹੋ ਰੌਲਾ ਪਾਊਗਾ ਵੀ ਮੈਂ ਜਿਹੜਾ ਦੁਬਾਰਾ ਮੇਰੀ ਸਰਕਾਰ ਬਣੂਗੀ ਮੈਂ ਇਨਸਾਫ ਦਊਂਗਾ, ਜਦੋਂ ਕਿ ਇਹ ਜਿਵੇਂ ਨਕੋਦਰ ਵਾਲਾ ਜਿਹੜਾ ਕੇਸ ਹੋਇਆ ਸੀ ਜਿਹਦੇ ਚ 4 ਸ਼ਹੀਦ ਹੋਏ ਸੀ, ਉਹ ਵੀ ਬੇਅਦਬੀ ਦਾ ਕੇਸ ਸੀ। ਇਹੋ ਹੀ ਹੋ ਜਾਊਗਾ ਜਿਵੇਂ ਉਹਨਾਂ ਲੋਕਾਂ ਨੂੰ ਇਨਸਾਫ ਅਜੇ ਤੱਕ ਨਹੀਂ ਮਿਲਿਆ, ਉਸੇ ਤਰ੍ਹਾਂ ਹੀ ਬਹਿਬਲ ਕਲਾਂ ਜਾਂ ਕੋਟਕਪੁਰਾ ਗੋਲੀ ਕਾਂਡ ਦਾ ਇਹ ਵੀ ਇਨਸਾਫ ਕਦੀ ਨਹੀਂ ਮਿਲੂਗਾ। ਅੱਛਾ ਵੇਰਕਾ ਸਾਹਿਬ, ਮੈਨੂੰ ਇਹ ਸਮਝਾਇਓ ਤੁਸੀਂ ਵਕੀਲ ਦੇ ਤੌਰ ਤੇ ਸੁਣਨ ਵਾਲਿਆਂ ਨੂੰ, ਕੰਵਰ ਵਿਜੇ ਪ੍ਰਤਾਪ ਉਹਨਾਂ ਦੇ ਚਲਾਨ ਤੇ ਬੰਦੇ ਪਰਮਰਾਜ ਹੋਣੀ ਤੇ ਨਾਲ ਸੈਣੀ ਭੱਜੇ ਫਿਰਦੇ ਆ ਅਗਾਊਂ ਜ਼ਮਾਨਤਾਂ ਲਈ, ਤੇ ਹੁਣ ਉਹ ਸਾਰਾ ਕੁਝ ਕੈਂਸਲ ਕਰਤਾ, ਇਹ ਕੀ ਕਹਾਣੀ ਹੈ ਜੀ? ਵੇਖੋ ਸਾਰਾ ਕੁਝ ਇਸੇ ਗੱਲ ਦੀ ਸਾਰਿਆਂ ਨੂੰ ਜਿਹੜੀ ਹੈ ਇਹ ਗੱਲ ਦੀ ਲੀਗਲ ਪੁਆਇੰਟ ਤੇ ਤੁਸੀਂ ਜਿਹੜੀ ਹੈ ਟੈਕਨੀਕਲਿਟੀ ਤੇ ਜਿਹੜਾ ਜਾਓ ਤੁਹਾਨੂੰ ਇਹ ਹੈਰਾਨੀ ਹੋ ਜਾਊਗੀ ਵੀ ਉਹਨਾਂ ਨੇ ਟੋਟਲੀ ਪ੍ਰੋਸੀਡਿੰਗ ਜਿੰਨੀਆਂ ਕੁੰਵਰ ਵਿਜੇ ਪ੍ਰਤਾਪ ਨੇ ਕੀਤੀਆਂ ਉਹ ਸਾਰੀਆਂ ਦੀਆਂ ਸਾਰੀਆਂ ਖਾਰਜ ਕਰਤੀਆਂ ਹਾਈ ਕੋਰਟ ਨੇ। ਇਹਦਾ ਮਤਲਬ ਵੀ ਜੋ ਉਹਨਾਂ ਨੇ ਐਵੀਡੈਂਸ ਹੁਣ ਤੱਕ ਇਕੱਠਾ ਕੀਤਾ ਉਹ ਸਾਰੇ ਦਾ ਸਾਰਾ ਖਤਮ ਹੋ ਗਿਆ। ਹੁਣ ਕੋਈ ਵੀ ਅਫਸਰ ਜ਼ਰੂਰਤ ਨਹੀਂ ਕਰੂਗਾ, ਜਿੰਨੀ ਕੁੰਵਰ ਵਿਜੇ ਪ੍ਰਤਾਪ ਜਿਹੜਾ ਵਾ ਉਹ ਇੱਕ ਆਪਣੀ ਤਰ੍ਹਾਂ ਦਾ ਅਫਸਰ ਇੱਕ ਹੈਗਾ ਵਾ, ਉਹਨੇ ਬੜੀ ਜਿਹੜੀ ਪ੍ਰੈਸ਼ਰ ਦੇ ਬਾਵਜੂਦ ਉਹਨੇ ਕੰਮ ਕੀਤਾ।
ਹਾਲੇ ਕੁਝ ਚੀਜ਼ਾਂ ਸਾਨੂੰ ਲੱਗਦਾ ਵੀ ਉਹਨੂੰ ਕਰਨੀਆਂ ਚਾਹੀਦੀਆਂ ਸੀ, ਉਹਨੇ ਨਹੀਂ ਕੀਤੀਆਂ, ਪਰ ਉਹਦੇ ਬਾਵਜੂਦ ਉਹਨੇ ਚੰਗੀ ਤਫਤੀਸ਼ ਕੀਤੀ। ਅਸੀਂ ਇਸ ਗੱਲ ਦੀ, ਕਿਉਂਕਿ ਜਿੰਨਾ ਸਾਨੂੰ ਅਸੀਂ ਚਲਾਨ ਉਹਦੇ ਪੜ੍ਹੇ ਆ ਪਹਿਲੇ ਜਿਹੜੇ ਉਹਨਾਂ ਨੇ ਦਿੱਤੇ ਆ, ਸਾਨੂੰ ਲੱਗਦਾ ਵੀ ਉਹਨੇ ਕਾਫੀ ਕੰਮ ਕੀਤਾ, ਉਹ ਹੋਰ ਕੋਈ ਅਫਸਰ ਇਸ ਤਰ੍ਹਾਂ ਨਹੀਂ ਕਰ ਸਕਦਾ। ਤੁਹਾਨੂੰ ਯਾਦ ਹੋਊਗਾ ਇਸ ਕੇਸ ਦੇ ਵਿੱਚ ਪ੍ਰਮੋਦ ਕੁਮਾਰ ADGP ਜਿਹੜੇ ਸੀ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਜਿਹੜੇ ਹੈਡ ਸੀ, ਉਹਨਾਂ ਦੇ ਥੱਲੇ ਟੀਮ ਬਣੀ ਸੀ, ਕੁੰਵਰ ਵਿਜੇ ਪ੍ਰਤਾਪ ਉਹਦੇ ਮੈਂਬਰ ਸੀ, ਤੇ ਸਤਿੰਦਰ ਸਿੰਘ ਜਿਹੜੇ ਆ ਸਵਰਨ ਸਿੰਘ ਕੋਟਰੇ ਦਾ ਬੇਟਾ ਜਿਹੜਾ ਵਾ SSP ਅੱਜ ਕੱਲ, ਤੇ ਉਹ ਵੀ ਇਹਦਾ ਮੈਂਬਰ ਸੀ। ਉਸ ਤੋਂ ਬਾਅਦ ਚ ਜਾ ਕੇ ਸਰਕਾਰ ਨੇ ਆਪ ਹੀ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਸਿੱਟ ਦਾ ਹੈਡ ਬਣਾਇਆ ਤੇ ਉਹਨਾਂ ਨੂੰ ਸਾਈਡ ਤੇ ਕੀਤਾ, ਤੇ ਉਹਦੇ ਬਾਵਜੂਦ ਸਰਕਾਰ ਦਾ ਜੋ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਕਿਵੇਂ ਪ੍ਰੈਜ਼ੈਂਟ ਕੀਤਾ ਕੇਸ ਨੂੰ, ਇਹ ਬੜਾ ਹੈਰਾਨੀ ਵਾਲੀ ਗੱਲ ਆ ਸਾਰੀ। ਤੇ ਹੁਣ ਇਹਦੇ ਨਾਲ ਜਿਹੜੀ ਪ੍ਰੋਸੀਡਿੰਗ ਇਹ ਜ਼ੀਰੋ ਹੋ ਗਈ। ਤੁਸੀਂ ਇਹਦੇ ਵਿੱਚ ਵੇਖਿਆ ਹੋਊਗਾ ਵੀ ਕੁਝ, ਜਿਵੇਂ ਇੱਕ ਅਪਰੂਵਰ ਸੀ ਪ੍ਰਦੀਪ ਕੁਮਾਰ, ਉਹ ਅਪਰੂਵਰ ਬਣਿਆ, ਉਹਨੇ ਸਾਰੀ ਦੱਸਿਆ ਵੀ ਕਿਵੇਂ ਕਿਵੇਂ ਇਹਨਾਂ ਨੇ ਆਪਣੀ ਜਿਹੜੀ ਆ ਵਹੀਕਲ ਤੇ ਆਪ ਗੋਲੀਆਂ ਮਾਰੀਆਂ, ਕਿਵੇਂ ਸਾਰਾ ਕੁਝ ਕੀਤਾ, ਕਿਵੇਂ ਮੈਨੀਪੂਲੇਸ਼ਨ ਹੋਈ, ਕਿਵੇਂ ਟੈਂਪਰਿੰਗ ਹੋਈ, ਕਿਵੇਂ ਫੈਬਰੀਕੇਸ਼ਨ ਐਵੀਡੈਂਸ ਦੀ ਹੋਈ। ਉਹ ਸਟੇਟਮੈਂਟ ਤੁਹਾਨੂੰ ਯਾਦ ਹੋਊਗਾ ਵੀ ਕਿਵੇਂ ਸੁਖਬੀਰ ਬਾਦਲ ਦੇ ਉਹਨਾਂ ਦੇ ਹੱਥ 'ਚ ਸਟੇਟਮੈਂਟ ਪਹੁੰਚ ਗਈ, ਜਦੋਂ ਕਿ ਅਪਰੂਵਰ ਦੀ ਸਟੇਟਮੈਂਟ ਉਹਨਾਂ ਦੇ ਕੋਲ ਲੈਣ ਦਾ ਹਾਲੇ ਰਾਈਟ ਨਹੀਂ ਹੈਗਾ। ਉਹ ਹਾਈ ਕੋਰਟ 'ਚ ਵੀ ਕੁੰਵਰ ਵਿਜੇ ਪ੍ਰਤਾਪ ਨੇ ਐਫੀਡੈਵਿਟ ਫਾਈਲ ਕੀਤਾ ਵੀ ਉਹਦੇ ਕੋਲ ਜਿਹੜੀ ਸਟੇਟਮੈਂਟ ਅਪਰੂਵਰ ਨੇ ਦਿੱਤੀ ਹੈ, ਉਹ ਸਟੇਟਮੈਂਟ ਦੋਸ਼ੀਆਂ ਕੋਲ ਕਿਵੇਂ ਪਹੁੰਚ ਗਈ ਹੈ। ਉਹ ਹਾਈ ਕੋਰਟ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਕੀਤਾ। ਈਵਨ ਕਿ ਕੱਲ ਜੋ ਦੋਸ਼ੀ ਕਲੇਮ ਕਰ ਰਹੇ ਆ, ਉਹ ਕਹਿੰਦੇ ਵੀ ਕੱਲ ਜੱਜ ਸਾਹਿਬ ਨੇ ਜਿਹੜਾ 9 ਅਪ੍ਰੈਲ ਨੂੰ ਉਹਨਾਂ ਨੇ ਕਿਹਾ ਵੀ ਇਹ ਸਿੰਗਮ ਬਣਿਆ ਫਿਰਦਾ ਵਾ, ਇਹ ਇਕੱਲਾ ਹੀ ਤੁਹਾਡੇ ਕੋਲ ਅਫਸਰ ਹੈਗਾ, ਹੋਰ ਕੋਈ ਨਹੀਂ ਹੈਗਾ। ਪਰ 4 ਸਾਲ ਬਾਅਦ ਚ ਤੁਸੀਂ ਇਹ ਗੱਲ ਕਰੋ, ਤੁਸੀਂ ਜਿੱਦਣ ਪਹਿਲੀ ਪਟੀਸ਼ਨ ਪਈ ਸੀ ਦੋਸ਼ੀਆਂ ਦੀ, ਤੁਹਾਨੂੰ ਉਦੋਂ ਹੀ ਫੈਸਲਾ ਕਰ ਦਿੰਦੇ ਹੋ ਵੀ ਨਹੀਂ ਇਨਵੈਸਟੀਗੇਸ਼ਨ ਕਰ ਸਕਦਾ। ਫਿਰ ਉਹ ਪੁਲਿਸ ਅਫਸਰ ਆ ਜਿਹਨੂੰ ਤੁਸੀਂ ਸ਼੍ਰੋਮਣੀ ਕਮੇਟੀ ਦੇ ਉੱਥੇ ਜਾਣ ਤੇ ਸਨਮਾਨਿਤ ਕਰਦੇ ਜੇ, ਅਕਾਲੀ ਲੀਡਰ ਉਹਨਾਂ ਨੂੰ ਸਰੋਪਾ ਪਾਉਂਦੇ ਆ, ਤੁਸੀਂ ਉੱਥੇ ਉਹਨਾਂ ਨੂੰ ਆਨਰ ਕਰਦੇ ਜੇ 15 ਦਿਨ ਪਹਿਲਾਂ। ਤੇ ਫਿਰ ਹੁਣ ਤੁਹਾਨੂੰ ਕੀ ਇਤਰਾਜ਼ ਹੈਗਾ ਵੀ ਉਹ ਤੁਹਾਡੇ ਨਾਲ ਲੱਗਦਾ ਜਿੰਨੀ ਦੇਰ ਅਕਾਲੀ ਗੌਰਮੈਂਟ ਰਹੀ ਉਹ ਚੰਗੀਆਂ ਪੋਸਟਾਂ ਤੇ ਰਹੇ, ਉਹਨਾਂ ਨੂੰ ਚੰਗੀਆਂ ਇਨਵੈਸਟੀਗੇਸ਼ਨਾਂ ਦਿੱਤੀਆਂ। ਹਾਈ ਕੋਰਟ 'ਚ ਸਭ ਤੋਂ ਜ਼ਿਆਦਾ ਜਿਹੜੀਆਂ ਹਾਈ ਕੋਰਟ ਦੇ ਆਰਡਰਾਂ ਤੇ ਸਿੱਟ ਬਣੀਆਂ ਵਾ, ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਮੈਂਬਰ ਰਹੇ ਆ। ਉਹਨਾਂ ਦੇ ਹਾਈ ਕੋਰਟ ਦੇ ਉਹ ਬਿਲਕੁਲ ਜਿਹੜੀ ਚੰਗੇ ਅਫਸਰਾਂ ਦੀ ਜਿਹੜੀ ਗਿਣਤੀ ਆਉਂਦੀ ਪੰਜਾਬ 'ਚ, ਉਹਨਾਂ ਦਾ ਨਾਮ ਆ ਹਾਈ ਕੋਰਟ 'ਚ। ਜਦੋਂ ਵੀ ਕੋਈ ਸਿੱਟ ਬਣਦੀ ਹੈ, ਜਿਹੜੇ ਕੇਸ CBI ਨੂੰ ਜਾਣ ਲਈ ਲੋਕੀ ਹਾਈ ਕੋਰਟ 'ਚ ਦਰਵਾਜ਼ਾ ਖੜਕਾਉਂਦੇ ਆ, ਉਹ ਜਿਹੜੀਆਂ ਸਿੱਟ ਬਣਦੀਆਂ ਉਹਦੇ 'ਚ ਕੁੰਵਰ ਵਿਜੇ ਪ੍ਰਤਾਪ ਜਿਹੜੇ ਉਹਨਾਂ ਦਾ ਨਾਂ ਸਭ ਤੋਂ ਜ਼ਿਆਦਾ ਪੰਜਾਬ 'ਚ, ਉਹਨਾਂ ਦਾ ਨਾਂ ਜਿਹੜਾ ਹਾਈ ਕੋਰਟ 'ਚ ਜਿਹੜਾ ਰਿਕਮੈਂਡ ਹੁੰਦਾ ਵਾ। ਤੇ ਇਸ ਕਰਕੇ ਹੁਣ ਇਹ ਗੱਲ ਦਾ ਕੀ ਹੋ ਗਿਆ ਵੀ ਹੁਣ ਅਕਾਲੀਆਂ ਨੂੰ ਉਹ ਚੰਗਾ ਨਹੀਂ ਲੱਗਦਾ, ਕੱਲ ਨੂੰ ਕਾਂਗਰਸ ਨੂੰ ਇਹ ਚੰਗਾ ਨਹੀਂ ਲੱਗੂਗਾ। ਮੈਂ ਤੁਹਾਨੂੰ ਅੱਜ ਇਹ ਦੱਸਦੇ ਹਾਂ ਵੀ ਕੁੰਵਰ ਵਿਜੇ ਪ੍ਰਤਾਪ ਸਰਵਿਸ ਤੋਂ ਰਿਜ਼ਾਈਨ ਕਰਨਗੇ ਔਰ ਇਹ ਸਾਰਾ ਭੰਨ ਕੇ ਜਾਣਗੇ ਕੈਪਟਨ ਅਮਰਿੰਦਰ ਤੇ ਇਹਨਾਂ ਦੇ ਐਡਵੋਕੇਟ ਜਨਰਲ ਅਤੁਲ ਨੰਦਾ, ਉਹਨਾਂ ਦੋਵਾਂ ਦੇ ਉੱਪਰ, ਵੀ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਇਹ ਕੇਸ ਦੇ ਵਿੱਚ ਕਿਵੇਂ ਕਿਵੇਂ ਉਹਨਾਂ ਨੂੰ ਪ੍ਰੋਬਲਮ ਕੀਤੀਆਂ ਗਈਆਂ, ਕਿਵੇਂ ਦੋਸ਼ੀਆਂ ਦੀ ਮਦਦ ਕੀਤੀ ਗਈ। ਅੱਛਾ, ਅਖੀਰ ਦੇ ਵਿੱਚ ਵੇਰਕਾ ਸਾਹਿਬ ਹੁਣ ਇਸ ਤੋਂ ਹਟ ਕੇ ਕਿ ਚਲੋ ਇਹ ਤਾਂ ਜਿਹੜਾ ਤੁਸੀਂ ਮੈਨੂੰ ਦੱਸ ਦਿੱਤਾ ਜਿਹੜਾ ਲੀਗਲਿਟੀ ਆ, ਇੱਕ ਸਿੱਖ ਦੇ ਤੌਰ ਤੇ ਪੰਜਾਬ 'ਚ ਰਹਿੰਦੇ ਇਹਦੇ ਵਿੱਚੋਂ ਕੀ ਤੁਸੀਂ ਭਾਂਪਦੇ ਹੋ ਵੀ ਇਹ ਇਕੱਠੇ ਪਾਰਟੀ ਇੱਕ ਦੂਜੇ ਦੀ ਮਦਦ ਕਰਦੀ ਆ, ਜਾਂ ਕਿਸਾਨ ਸੰਘਰਸ਼ ਨੂੰ ਕਿਤੇ ਤਾਰਪੀਡੋ ਕਰਨ ਲਈ ਹੁਣ ਦੁਬਾਰਾ ਦਾਦੂਵਾਲ ਤੇ ਮੰਡ ਵਰਗਿਆਂ ਨੂੰ ਤਾਂ ਨਹੀਂ ਬਿਠਾ ਦੇਣਗੇ ਲਿਆ ਕੇ ਵੀ ਚਲੋ ਤੁਸੀਂ ਇੱਧਰ ਨੂੰ ਆ ਜਾਓ, ਹੁਣ ਵੋਟਾਂ ਤੱਕ ਤੁਸੀਂ 5-7 ਮਹੀਨੇ ਹੋਰ ਲਾ ਦਿਓ। ਕੀ ਇਹਨੂੰ ਕਨਕਲੂਡ ਕਰੋ, ਲੋਕਾਂ ਨੂੰ ਅਖੀਰ 'ਚ ਕਲੀਅਰਲੀ ਦੱਸ ਕੇ ਜਾਓ ਵੀ ਐਗਜ਼ੈਕਟਲੀ ਹੋਇਆ ਕੀ ਇਹਦੇ 'ਚ। ਵੇਖੋ, ਅੱਜ ਤੋਂ 3 ਮਹੀਨੇ ਪਹਿਲਾਂ ਜਿਹੜਾ RSS ਦਾ ਟੌਪ ਦਾ ਲੀਡਰ ਤੇ ਜਿਹੜਾ BJP ਦਾ ਅੱਜ ਜਨਰਲ ਸਕੱਤਰ ਆ, ਅਮਿਤ ਸ਼ਾਹ ਦਾ ਸਭ ਤੋਂ ਰਾਈਟ ਹੈਂਡ, ਤਰਨ ਚੁੱਗ ਅੰਮ੍ਰਿਤਸਰ ਤੋਂ ਆ। ਤਰਨ ਚੁੱਗ ਆ, ਬਹੁਤ ਕਲੋਜ਼ ਆ ਉਹਨਾਂ ਦੇ, ਜਦੋਂ ਪੁਰਾਣਾ BJP ਵਾਲੇ ਮੋਦੀ ਜਿਹੜਾ ਜਦੋਂ ਚੀਫ ਮਿਨਿਸਟਰ ਨਹੀਂ ਬਣਿਆ ਉਦੋਂ ਦੇ ਉਹਨਾਂ ਨਾਲ ਐਸੋਸੀਏਟ ਆ। 3 ਮਹੀਨੇ ਪਹਿਲਾਂ ਦੀ ਉਹਨਾਂ ਦੀ ਸਟੇਟਮੈਂਟ ਸੀ ਵੀ ਬੇਅਦਬੀ ਕੇਸਾਂ 'ਚ ਨਾ ਤੇ ਅਕਾਲੀ ਦਲ ਨੇ ਇਨਸਾਫ ਦਿੱਤਾ ਸਿੱਖਾਂ ਨੂੰ ਤੇ ਨਾ ਹੀ ਕਾਂਗਰਸ ਦੇ ਸਕੂਗੀ, ਇਹ ਇਨਸਾਫ BJP ਦਊਗੀ। ਤੇ ਮੈਨੂੰ ਲੱਗਦਾ ਵੀ ਸ਼ਾਇਦ ਇਹ ਸਾਰੀ ਚੀਜ਼ ਦੇ ਪਿੱਛੇ ਕੋਈ ਇੱਕ ਵੱਡੀ ਕੌਂਸਪੀਰੇਸੀ ਹੋਊਗੀ, ਕਿਉਂਕਿ ਜੇ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਉਹਨੇ 10th ਜਿਹੜੀ 10ਵੀਂ ਉਹਨਾਂ ਦੀ ਚਲਾਨ ਸੀ, ਫਾਈਨਲ ਜਿਹੜੀ ਰਿਪੋਰਟ ਸੀ, ਜੇ ਉਹ ਕੋਰਟ 'ਚ ਆ ਜਾਂਦੀ ਤੇ ਸ਼ਾਇਦ ਜਿਹੜਾ ਕਈ ਲੀਡਰਾਂ ਲਈ, ਕਈ ਪੁਲਿਸ ਅਫਸਰਾਂ ਲਈ ਪ੍ਰੋਬਲਮ ਉਹ ਕ੍ਰੀਏਟ ਕਰ ਸਕਦੀ ਸੀ। ਤੇ ਇਸ ਕਰਕੇ ਇਹ ਵੀ ਇੱਕ ਕਾਰਨ। ਔਰ ਦੂਸਰੀ ਗੱਲ ਹੈ ਵੀ ਤੁਸੀਂ ਵੇਖਿਆ ਹੋਊਗਾ 2 ਦਿਨ ਤੋਂ ਸਾਰੇ ਲੀਡਰ ਜਿਹੜੇ ਆਪੋ ਆਪਣੀਆਂ ਮੀਟਿੰਗਾਂ ਕਰ ਰਹੇ ਆ ਤੇ ਉਸੇ ਤਰ੍ਹਾਂ ਦਾ ਮਾਹੌਲ ਜਿਵੇਂ ਉਹ ਬਣਾਉਣਾ ਚਾਹੁੰਦੇ ਸੀ ਪੰਜਾਬ ਦਾ, ਉਸ ਤਰ੍ਹਾਂ ਹੀ। ਤੇ ਇਲੈਕਸ਼ਨ ਲਈ ਜਿਹੜਾ ਉਹ ਇੱਕ ਪਿਛਲੇ ਜਿਹੜੇ ਮੋਟਿਵ ਆ, ਹਿਡਨ ਏਜੰਡੇ ਜਿਹੜੇ ਆ, ਉਹ ਕਿਤੇ ਨਾ ਕਿਤੇ ਜਾ ਕੇ ਫਿਰ ਉਸੇ ਤਰ੍ਹਾਂ ਹੀ ਗੱਲਾਂ ਜਿਹੜੀਆਂ ਚੱਲ ਪਈਆਂ ਵਾ। ਪੰਜਾਬ ਉਸ ਤਰ੍ਹਾਂ ਹੀ ਲੋਕਾਂ ਨੂੰ ਮੂਰਖ ਬਣਾਇਆ ਜਾਊਗਾ, ਉਸ ਤਰ੍ਹਾਂ ਹੀ ਸਿੱਖਾਂ ਨੂੰ ਬੇਵਕੂਫ ਬਣਾਇਆ ਜਾਊਗਾ। ਇਨਸਾਫ ਦੀ ਕੋਈ ਗੱਲ ਨਹੀਂ ਕਰ ਰਿਹਾ। ਜਿਹੜੀ ਇਹ ਸਾਰਾ ਜੋ ਤੁਸੀਂ ਕਹਿ ਰਹੇ ਬਿਲਕੁਲ ਠੀਕ ਹੈ। ਤੁਸੀਂ ਪਹਿਲਾਂ ਕਿਸਾਨ ਅੰਦੋਲਨ ਦਾ ਵੇਖਿਆ ਹੋਊਗਾ ਵੀ ਕਿਵੇਂ ਇੱਕ ਬਿਲਕੁਲ ਸਾਰੇ ਇਕੱਠੇ ਹੀ, ਕਿਵੇਂ ਉਹਨਾਂ ਨੂੰ ਵੱਖ-ਵੱਖ ਜਗ੍ਹਾ ਤੇ ਤੋਰਦਾ। ਲੱਖੇ ਸਿਧਾਨੇ ਦੇ ਗਰੁੱਪ ਵੱਖਰਾ ਹੋ ਗਿਆ, ਦੀਪ ਸਿੱਧੂ ਵਾਲਾ ਵੱਖਰਾ ਹੋ ਗਿਆ,
ਜਿਹੜੇ ਪ੍ਰੋ ਖਾਲਿਸਤਾਨੀ ਸੀ ਉਹ ਵੱਖਰੇ ਹੋ ਗਏ, ਜਿਹੜੇ ਉਹਦੇ ਚ ਕਾਮਰੇਡ ਸੀ ਉਹ ਵੱਖਰੇ ਹੋ ਗਏ। ਇਸ ਤਰ੍ਹਾਂ ਕਰਕੇ ਸਾਰੀਆਂ ਚੀਜ਼ਾਂ ਗੌਰਮੈਂਟ ਚ ਜਿਹੜੀ, ਕਿਉਂਕਿ ਬੜੀ ਲੰਬਾ ਸਮਾਂ ਜਿਹੜੀ ਹੈ ਖਾਲਿਸਤਾਨ ਦਾ ਸੰਘਰਸ਼ ਜਿਹੜਾ ਵਾ ਆਰਮ ਸਟਰਗਲ ਪੰਜਾਬ ਦੀ ਬੜਾ ਲੰਮਾ ਸਮਾਂ ਚੱਲੀ ਹੈ। ਉਹਦੇ ਵਿੱਚ ਬਹੁਤ ਲੋਕ ਜਿਹੜੇ ਉਹ ਗੌਰਮੈਂਟ ਦੇ ਨਾਲ ਜਿਹੜੇ ਉਹਨਾਂ ਦੇ ਐਸੋਸੀਏਟ ਉਸ ਟਾਈਮ ਤੇ ਬਣੇ ਸੀ, ਜਿਹੜੇ ਹਮੇਸ਼ਾ ਹੀ ਗੌਰਮੈਂਟ ਦੀ ਮਦਦ ਕਰਦੇ ਆ। ਤੁਸੀਂ ਵੇਖਿਆ ਹੋਊਗਾ ਸੁਖਪਾਲ ਖਹਿਰੇ ਵਾਲਾ ਕੇਸ ਵੇਖਿਆ ਹੋਊਗਾ, ਕਿਵੇਂ ਫੌਰਨ ਤੋਂ ਉਹਨਾਂ ਨੂੰ ਥੋੜੇ ਜਿਹੇ ਪੈਸੇ ਭੇਜੇ ਗਏ, 4-5 ਲੱਖ ਰੁਪਇਆ ਭੇਜਿਆ ਗਿਆ, ਕਿਵੇਂ ਈਡੀ ਉਹਨਾਂ ਨੂੰ ਉਸੇ ਵੇਲੇ ਫੜ ਲੈਂਦੀ ਹੈ, ਕਿਵੇਂ ਉਹਨਾਂ ਦੇ ਰੇਡ ਹੁੰਦੇ ਆ। ਇਸੇ ਤਰ੍ਹਾਂ ਪੁਰਾਣਾ ਸ਼ੁਰੂ ਤੋਂ ਹੀ ਇਹੋ ਕੁਝ ਚੱਲਦਾ ਆਇਆ ਵਾ ਵੀ ਕੁਝ ਬੰਦੇ ਇਹਨਾਂ ਨੇ ਬਾਹਰ ਸਾਰੇ ਕੰਟਰੀਆਂ 'ਚ ਸੈੱਟ ਕੀਤੇ ਆ। ਉਸੇ ਤਰ੍ਹਾਂ ਹੀ ਸਾਰੀ ਗੇਮ ਚੱਲਦੀ ਹੈ। ਜਦੋਂ ਤੁਸੀਂ ਕਿਸੇ ਵੀ ਅੰਦੋਲਨ ਨੂੰ ਦਬਾਉਣਾ ਹੁੰਦਾ, ਤੁਸੀਂ ਪਹਿਲਾਂ ਬਰਗਾੜੀਆ ਦਾ ਕੇਸ ਦਾ ਜੇ ਦੇਖ ਲਓ, ਜਦੋਂ ਉੱਥੇ ਧਰਨੇ ਲੱਗੇ ਆ, ਸਾਰਾ ਕੁਝ ਹੋਇਆ ਵਾ। ਫਿਰ ਉਸ ਤੋਂ ਬਾਅਦ 'ਚ ਜਿਹੜਾ ਸਰਬੱਤ ਖਾਲਸਾ ਹੋਇਆ ਵਾ, ਫਿਰ ਤੁਸੀਂ ਦਿੱਲੀ ਦੇ ਹੁਣ ਕਿਸਾਨ ਅੰਦੋਲਨ ਦਾ ਵੇਖੋ ਵੀ ਕਿੱਥੇ ਹੀ ਲੋਕਾਂ 'ਚ ਕਿੰਨਾ ਜਜ਼ਬਾ ਸੀ, ਤੇ ਹੁਣ ਆ ਕੇ ਉਹਨੂੰ ਜਿਹੜੀ ਲੜਾਈ ਨੂੰ ਕਿਵੇਂ ਸਾਰਿਆਂ ਨੂੰ ਆਪੋ ਆਪਣੇ ਰਸਤੇ ਤੇ ਕਰਤਾ ਗਿਆ। ਹਰ ਇੱਕ ਬੰਦਾ ਆਪਣੀ ਡਫਲੀ ਵਜਾਉਣ ਦਿਆ ਵਾ। ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਇਹ ਕੇਸ ਦੇ ਵਿੱਚ ਵੀ ਅੱਗੇ ਜਾ ਕੇ ਸਿਰਫ ਹਰ ਇੱਕ ਬੰਦਾ ਜਿਹੜਾ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਜਾਂ ਆਪਣੇ ਜਿਹੜੇ ਨਿੱਜੀ ਮਫਾਦ ਹੈ ਉਹਨਾਂ ਨੂੰ ਪੂਰੇ ਕਰਨ ਲਈ ਉੱਥੋਂ ਤੱਕ ਹੀ ਸੀਮਿਤ ਰਹਿ ਜੂ। ਜਾਂ ਇਲੈਕਸ਼ਨ ਆਉਣ ਵਾਲੀ ਹੈ ਅਕਤੂਬਰ-ਨਵੰਬਰ ਤੱਕ, ਕੈਪਟਨ ਅਮਰਿੰਦਰ ਕੋਲ ਟਾਈਮ ਹੀ ਨਹੀਂ ਹੈਗਾ, ਉਹ ਨਾ ਹੀ ਲੋਕਾਂ 'ਚ ਆ ਸਕਦਾ ਵਾ, ਉਹਦੀ ਸਿਹਤ ਵੀ ਇੰਨੀ ਅਲਾਉ ਨਹੀਂ ਕਰਦੀ, ਨਾ ਹੀ ਉਹਦਾ ਕੋਈ ਪੰਜਾਬ ਨਾਲ ਇੰਟਰਸਟ ਹੈਗਾ ਵਾ। ਔਰ ਦੂਸਰੀ ਜਿਹੜੀ 2017 'ਚ ਕਾਂਗਰਸ ਗੌਰਮੈਂਟ ਆਈ ਆ, ਉਹ ਕੋਈ ਉਹਨਾਂ ਨੇ ਕੋਈ ਬਹੁਤੇ ਚੰਗੇ ਕੰਮ ਨਹੀਂ ਕੀਤੇ ਜਿਹਦੇ ਕਰਕੇ ਆਈ ਹੈ। ਉਹ ਇਸ ਕਰਕੇ ਆਏ ਵੀ ਅਕਾਲੀਆਂ ਨੇ ਉਹਨਾਂ ਦੀ ਮਦਦ ਕੀਤੀ ਹੈ। ਜਿੰਨੀ ਬਾਬਾ ਗੁਰਮਤਿ ਰਾਮ ਰਹੀਮ ਜਾਂ ਜਿਹੜੀ ਇਹਨਾਂ ਦੀ ਵੋਟ ਹੈਗੀ ਸੀ ਪੱਕੀ, ਉਹ ਸਾਰੀ ਵੋਟ ਮੂਵ ਹੋਈ ਸੀ ਮਾਲਵੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਨਹੀਂ ਆਉਣੀ ਚਾਹੀਦੀ, ਉਹ ਕਾਮਯਾਬ ਵੀ ਹੋਏ। ਤੁਸੀਂ ਜਿਹੜਾ ਮੌੜ ਬੰਬ ਬਲਾਸਟ ਆ ਉਹਦੀ ਇਨਵੈਸਟੀਗੇਸ਼ਨ ਦਾ ਪੁੱਛੋ ਇਹਨਾਂ ਨੂੰ ਵੀ ਉਹ ਕਿੱਥੇ ਗਈ, ਕਿੰਨੇ ਲੋਕ ਉਹਦੇ 'ਚ ਮਰੇ ਸੀ, ਬੱਚੇ ਮਰ ਗਏ, 4-5 ਬੱਚੇ ਉਹਦੇ 'ਚ ਮਰੇ ਸੀ, 10 ਜਾਣਿਆਂ ਦੀ ਡੈਥ ਹੋ ਗਈ, 7 ਤੇ ਇਮੀਡੀਏਟਲੀ ਡੈਥ ਹੋ ਗਈ ਸੀ। ਉਹ ਕੇਸ ਕਿਉਂ ਨਹੀਂ ਨਿਕਲ ਰਿਹਾ? ਹਾਈ ਕੋਰਟ ਵੀ ਜਿਹੜੀ ਉਹਦੇ 'ਚ ਕੁਝ ਨਹੀਂ ਕਰਨ ਦਈ, ਜਿਹੜੀ ਸਿੱਟ ਬਣੀ ਉਹ ਵੀ ਕੁਝ ਨਹੀਂ ਕਰਨ ਦਈ। ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਗੌਰਮੈਂਟ ਏਜੰਸੀਆਂ ਜਿਹੜੀਆਂ ਪੰਜਾਬ 'ਚ ਬਹੁਤ ਪਾਵਰਫੁਲ ਹੈ। ਵੇਖਿਓ ਕਿਸਾਨ ਅੰਦੋਲਨ ਦੇ ਕਰਕੇ ਹੁਣ ਪੰਜਾਬ ਨੂੰ ਹੋਰ ਟਾਰਗੇਟ ਬਣਾਇਆ ਜਾਊਗਾ, ਇਹਦੇ 'ਚ ਹੋਰ ਨੁਕਸਾਨ ਕੀਤਾ ਜਾਊਗਾ। ਤੇ ਇਹਦਾ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬੇਅਦਬੀਆਂ ਦੇ ਕੇਸ ਹੈ, ਜਦੋਂ ਇਨਸਾਫ ਨਹੀਂ ਮਿਲੂਗਾ, ਅਮਰਿੰਦਰ ਤੇ ਪਹਿਲਾਂ ਸਟੇਟਮੈਂਟ ਦੇਣੀ ਸ਼ੁਰੂ ਕਰਦੀ ਵੀ ਪੰਜਾਬ 'ਚ ਉਹਨਾਂ ਦੇ ਲੋਕੀ ਹਥਿਆਰ ਚੁੱਕ ਸਕਦੇ ਆ, ਪਾਕਿਸਤਾਨ ਜਿਹੜਾ ਫਾਇਦਾ ਉਠਾ ਸਕਦਾ ਵਾ, ਉਹ ਹਿੰਟ ਉਹਨਾਂ ਦੇਣੇ ਸ਼ੁਰੂ ਕਰਦੇ ਵੀ ਸਾਡੇ ਨੌਜਵਾਨਾਂ ਨੂੰ ਫਿਰ ਫੜਨਗੇ, ਉਹਨਾਂ ਤੇ ਕੇਸ ਪਲਾਂਟ ਕਰਨਗੇ, ਪਾਕਿਸਤਾਨ ਨੂੰ ਹਥਿਆਰ ਜਿਹੜੇ ਇਹਨਾਂ ਦੇ ਆਪਣੇ ਬੰਦੇ ਪਾਕਿਸਤਾਨ 'ਚ ਬੈਠੇ ਉਹਨਾਂ ਤੋਂ ਹਥਿਆਰ ਮੰਗਾ ਕੇ ਪੰਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਫਸਾਉਣਗੇ, ਉਹਨਾਂ ਦਾ ਨੁਕਸਾਨ ਕਰਨਗੇ। ਵਿਰਕਾ ਸਾਹਿਬ ਧੰਨਵਾਦ ਤੁਹਾਡੀ ਬੇਬਾਕੀ ਤੇ ਗੱਲ ਕਰਨ ਦੀ। ਪਰ ਇਸ ਚੀਜ਼ ਤੋਂ ਚਾਹੇ ਕਿਸੇ ਦਾ ਕਦੇ ਅਦਾਲਤਾਂ 'ਚ ਚੱਕਰ ਪਵੇ ਚਾਹੇ ਨਾ ਪਵੇ, ਇਸ ਗੱਲ ਤੋਂ ਲੋਕ ਬਹੁਤ ਦੁਖੀ ਹੋਏ ਨੇ ਕਿ 4 ਸਾਲਾਂ ਦੀ ਮਿਹਨਤ ਤੋਂ ਬਾਅਦ ਇੱਕ ਇਮਾਨਦਾਰ ਪੁਲਿਸ ਅਫਸਰ ਨੇ ਕੁਛ ਕੀਤਾ। ਹਾਲਾਂਕਿ ਅਕਾਲੀ ਦਲ ਦੇ ਕੁਝ ਫੇਸਬੁੱਕ 'ਤੇ ਮੈਂ ਪੜ੍ਹ ਰਿਹਾ ਸੀ, ਉਹ ਕਹਿ ਰਹੇ ਸੀ ਕਮਲ ਵਿਜੇ ਪ੍ਰਤਾਪ ਇਹ ਕੱਖ ਨਹੀਂ, ਇਹਨੇ ਮਦਦ ਕੀਤੀ ਜਿਹੜੀ ਅਮਰਿੰਦਰ ਦੀ। ਪਰ ਜੇ ਮਦਦ ਅਮਰਿੰਦਰ ਦੀ ਕੀਤੀ ਹੁੰਦੀ ਉਹਨੂੰ ਕੈਂਸਲ ਨਾ ਕੀਤਾ ਜਾਂਦਾ। ਪਤਾ ਹੀ ਨਹੀਂ ਇਹਦੇ ਪਿੱਛੇ ਕੀ ਆ, ਪਰ ਜਿਹੜਾ ਕੁਝ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਸਾਡੇ ਪੱਲੇ ਪੈਂਦਾ। ਧੰਨਵਾਦ ਬਹੁਤ ਬਹੁਤ, ਤੇ ਫਿਰ ਕਿਸ ਦਿਨ ਗੱਲਬਾਤ ਕਰਾਂਗੇ। ਵੈਲਕਮ ਵੈਲਕਮ। ਇਹ ਸਨ ਸਰਦਾਰ ਸਰਬਜੀਤ ਸਿੰਘ ਵੇਰਕਾ, ਉੱਘੇ ਮਨੁੱਖੀ ਹੱਕਾਂ ਦੇ ਵਕੀਲ। ਉਹਨਾਂ ਨੇ ਦੱਸਿਆ ਕਿ ਕੀ ਹੋ ਰਿਹਾ ਪੰਜਾਬ 'ਚ ਤੇ ਕੀ ਹੋਵੇਗਾ। ਖਬਰਾਂ ਤੋਂ ਬਾਅਦ ਤੁਹਾਨੂੰ ਵੀ ਮੈਂ ਸ਼ਾਮਲ ਕਰਾਂਗਾ, ਤੁਹਾਡੀ ਇਸ 'ਤੇ ਪਕੜ ਵੀ ਤੁਸੀਂ ਕੀ ਸੋਚਦੇ ਹੋ। ਹੋਰ ਵੀ ਜਿਹੜੀਆਂ ਖਬਰਾਂ ਪਹਿਲਾਂ ਮੈਂ ਸਾਂਝੀਆਂ ਕੀਤੀਆਂ ਨੇ, ਤੁਹਾਡੀ ਇਸ 'ਤੇ ਗੱਲਬਾਤ ਵੀ ਪੰਜਾਬ ਹੁਣ ਕਿੱਧਰ ਨੂੰ ਇਹ ਲੈ ਕੇ ਜਾਣਗੇ ਆਉਣ ਵਾਲੇ 5-7 ਮਹੀਨੇ। ਇੱਕ ਲੋਕਲ ਹੋਰ ਗੱਲ ਜਿਹੜੀ ਹੋਈ ਹੈ, UBC 'ਚ ਇੱਕ 7 ਅਪ੍ਰੈਲ ਨੂੰ ਆਨਲਾਈਨ ਇਵੈਂਟ ਹੋਣਾ ਸੀ ਹਰਜੀਤ ਕੌਰ ਸਿੱਧੂ ਮੈਮੋਰੀਅਲ ਪ੍ਰੋਗਰਾਮ ਦੇ ਵਿੱਚ, ਜਿਹਦੇ ਵਿੱਚ ਹਰਤੋਸ਼ ਬੱਲ ਕੈਰਾਵਨ ਜਿਹੜਾ ਮੈਗਜ਼ੀਨ ਦਾ ਪੋਲੀਟੀਕਲ ਐਡੀਟਰ ਆ ਉਸਨੇ ਬੋਲਣਾ ਸੀ, ਪਰ ਉਸ ਦੀ ਵਿਰੋਧਤਾ ਹੋ ਗਈ। ਉਸ ਦੀ ਜਦ ਵਿਰੋਧਤਾ ਹੋਈ ਕਿ ਇਹ ਬੰਦਾ ਇੱਥੇ ਨਹੀਂ ਬੋਲ ਸਕਦਾ, ਹੁਣ ਕਿਹਾ ਇਹਨੂੰ ਰੈਡੀਕਲ ਸਿੱਖ ਜਿਹੜੇ ਐਕਟਿਵਿਸਟ ਨੇ BC ਦੇ, ਉਹਨਾਂ ਨੇ ਇਸ 'ਤੇ ਗੱਲ ਕੀਤੀ ਹੈ। ਕਾਰਨ ਤੁਸੀਂ ਉਹਨਾਂ ਨੂੰ ਸੁਣਿਆ ਬਹੁਤ ਵਾਰ ਇੱਥੇ ਲੋਕਲ, ਪਿਛਲੇ 5 ਸਾਲਾਂ ਤੋਂ ਸ਼ੁਰੂ ਹੋਏ ਸੀ, 5-6 ਸਾਲਾਂ ਤੋਂ। ਤੇ ਆਦਿਲ ਬਰਾੜ ਜਿਹੜੇ UBC ਤੋਂ ਨੇ, ਉਹਨਾਂ ਨੇ ਲਿਖਿਆ ਕਿ UBC ਏਸ਼ੀਆ ਸਟੱਡੀਜ਼ ਨੇ ਕੈਂਸਲ ਕੀਤਾ ਲੈਕਚਰ, ਹਰਤੋਸ਼ ਬੱਲ ਨੇ ਜਿਹੜਾ ਬੋਲਣਾ ਸੀ। ਪਰ ਰੈਡੀਕਲ ਐਲੀਮੈਂਟਸ ਜਿਹੜੇ BC ਦੇ ਨੇ, ਉਹਨਾਂ ਦੇ ਪ੍ਰੈਸ਼ਰ ਤੇ ਇਹ ਮੈਂ ਹੁਣ ਉਹਨਾਂ ਨੇ ਵੀ ਕਿਹਾ ਕਿ ਮੈਂ UBC ਦੇ ਜਿਹੜੇ ਐਲਮਨ ਨੇ ਉਹਨਾਂ ਨੂੰ ਵੀ
ਲਿਖਾਂਗਾ ਇਹ ਰੋਂਗ ਪ੍ਰੈਸੀਡੈਂਟ ਹੈ। ਅਤੇ ਇਹਦੇ 'ਤੇ ਸਾਬਕਾ ਪ੍ਰੀਮੀਅਰ ਉਜਲ ਦੋਸਾਂਝ ਉਹਨਾਂ ਨੇ ਪਹਿਲਾਂ ਕਿਹਾ ਸੀ ਮੈਂ ਮੇਰੀ ਜਿਹੜੀ ਲਾਅ ਦੀ ਡਿਗਰੀ ਆ ਉਹਨੂੰ ਮੈਂ ਸਾੜ ਦੂੰਗਾ। ਫਿਰ ਉਹ ਕਹਿੰਦੇ ਨਹੀਂ ਹੁਣ ਮੈਂ ਪੀਲੇ ਲਿਫਾਫੇ 'ਚ ਪਾ ਦੂੰਗਾ ਜਿਹੜਾ ਸ਼ਹਿਰ ਚੱਕ ਕੇ ਲੈ ਕੇ ਜਾਂਦਾ। ਹਰਤੋਸ਼ ਬੱਲ ਨੂੰ ਤੁਸੀਂ ਸੁਣਿਆ ਇੱਥੇ ਲੋਕਲ, ਇਹ ਬਹੁਤ ਅਲੱਗ ਕਿਸਮ ਦਾ ਇੱਕ ਵਰਤਾਰਾ ਹੈ। ਕਮਿਊਨਿਟੀ ਦੇ ਵਿੱਚ ਜਗ੍ਹਾ ਬਣਾਉਣ ਦੇ ਲਈ ਲੋਕ ਹੱਥ ਪੱਲੇ ਬਹੁਤ ਮਾਰਦੇ ਆ। ਜਾਂ ਜਗ੍ਹਾ ਬਣ ਜਾਂਦੀ ਹੈ ਫਿਰ ਉਹ ਆਪਣੀ ਜਗ੍ਹਾ ਬਦਲ ਦਿੰਦੇ ਆ। ਹਰਤੋਸ਼ ਬੱਲ ਉਹਨਾਂ ਦਾ ਕਿ ਉਹ KPS ਗਿੱਲ ਦੇ ਭਤੀਜੇ ਲੱਗਦੇ ਹੈ। ਅਤੇ ਇਹਦੇ ਵਿੱਚ ਹੋਰ ਵੀ ਕਈਆਂ ਨੇ ਬੋਲਣਾ ਸੀ। ਹਰਜੀਤ ਕੌਰ ਸਿੱਧੂ ਮੋਰੀਅਲ ਪ੍ਰੋਗਰਾਮ ਜਿਹੜਾ 7 ਦਾ ਸੀ, ਅਤੇ ਰਣਵੀਰ ਰਾਣੇ ਦੀ ਵੀ ਫੋਟੋ ਹੈ ਮੈਂ ਵੇਖ ਰਿਹਾ ਜਿਸ ਨੇ ਸ਼ੁਰੂਆਤ ਇਸ ਦੀ ਕਰਨੀ ਸੀ ਸ਼ਾਇਦ ਵੈਲਕਮ ਅਤੇ ਅਵਾਰਡਸ 6:30 ਤੋਂ 7 ਵਜੇ ਤੱਕ। ਪੂਰਾ ਕਲੀਅਰ ਨਹੀਂ ਮੇਰੇ 'ਤੇ ਪੜ੍ਹ ਹੋ ਰਿਹਾ, ਪਰ ਫਾਰਮਰਸ ਮੂਵਮੈਂਟ 'ਤੇ ਹਰਤੋਸ਼ ਬੱਲ ਨੇ ਬੋਲਣਾ ਸੀ। ਸੋ ਇਸ ਨੂੰ ਰੈਡੀਕਲ ਐਕਟਿਵਿਸਟ ਕਿਹੜੇ ਨੇ, ਕਿਹਨਾਂ ਨੇ ਇਹਨੂੰ ਕੈਂਸਲ ਕਰਾਇਆ ਇਹਦੀ ਤਾਂ ਨਹੀਂ ਡਿਟੇਲ ਦਿੱਤੀ ਗਈ, ਪਰ UBC ਨੂੰ ਫਿਰ ਉਸ ਦੇ ਪ੍ਰੈਜ਼ੀਡੈਂਟ ਨੂੰ ਇੱਕ ਚਿੱਠੀ ਉਜਲ ਦੋਸਾਂਝ ਉਹਨਾਂ ਨੇ ਲਿਖੀ ਵੀ ਇਹ ਗਲਤ ਪ੍ਰੈਸੀਡੈਂਟ ਸੈੱਟ ਹੋ ਗਿਆ। ਇਹ ਬੜਾ ਇੱਕ ਫਾਈਨ ਲਾਈਨ ਹੈ ਇੱਥੇ ਦੀ ਲੋਕਲ ਪੋਲੀਟਿਕਸ ਦੇ ਵਿੱਚ ਕਿ ਰੈਡੀਕਲ ਕਿਹਾ ਕਿਹਨੂੰ ਜਾਂਦਾ, ਕੌਣ ਨੇ ਰੈਡੀਕਲ? ਜਿਹੜੇ ਸਾਡੇ ਵਿਚਾਰਾਂ ਦੇ ਨਾਲ ਨਹੀਂ ਚੱਲਦੇ ਉਹ ਰੈਡੀਕਲ ਨੇ ਜਾਂ ਵਾਕਿਆ ਹੀ ਕੋਈ ਰੈਡੀਕਲ ਨੇ? ਜੇ ਰੈਡੀਕਲ ਹੈ ਤਾਂ ਸਰਕਾਰ ਹੈ, RCMP ਆ, ਪੁਲਿਸ ਹੈ, ਇੰਟੈਲੀਜੈਂਸੀ ਹੈ, ਉਹ ਰੈਡੀਕਲ ਨੂੰ ਫੜ ਸਕਦੇ ਆ, ਦੱਸ ਸਕਦੇ ਆ ਉਹਨਾਂ ਨੇ ਕੀ ਗਲਤੀ ਕੀਤੀ। ਪਰ ਮੇਰੇ ਆਪਣੇ ਸ਼ਬਦਾਂ ਦੇ ਵਿੱਚ ਮੈਨੂੰ ਜੇ ਕੋਈ ਨਹੀਂ ਪਾਉਂਦਾ ਮੈਂ ਉਹਨੂੰ ਜਿਹੜਾ ਕੋਈ ਮਰਜ਼ੀ ਨਾਂ ਲਿਖ ਦੇਵਾਂ। ਜਾਂ ਤਾਂ ਲਿਖੋ, ਦੱਸੋ ਕਿ ਕਿਹੜੇ ਗਰੁੱਪ ਨੇ ਇਹ ਮਨਾ ਕੀਤਾ। ਪੈਨੀਟ੍ਰੇਸ਼ਨ ਤੁਸੀਂ ਲੋਕਲ ਜਿਹੜੇ ਰੇਡੀਓ ਸੁਣੇ ਹੋਣਗੇ, ਪਹਿਲਾਂ ਹਰਤੋਸ਼ ਬੱਲ ਆਇਆ, ਫਿਰ ਇੱਕ ਵਾਰ KPS ਗਿੱਲ ਵੀ ਬੋਲ ਕੇ ਗਿਆ। ਅੱਛਾ, ਹੁਣ ਜਿਹੜੇ ਬੰਦੇ ਇਹਨੂੰ ਇੰਟਰੋਡਿਊਸ ਕਰਾਉਣ ਵਾਲੇ ਸੀ ਹੁਣ ਉਹਨਾਂ ਦੀਆਂ ਗਰਮ ਖਿਆਲੀ ਜਥੇਬੰਦੀਆਂ ਨਾਲ ਬਣਦੀਆਂ ਨੇ। ਸਮਝ ਨਹੀਂ ਆਉਂਦੀ, ਕਦੇ ਅਸੀਂ ਭਾਰਤ ਦੇ ਹੱਕ 'ਚ ਹਾਂ, ਕਦੇ ਅਸੀਂ ਭਾਰਤ ਦੇ ਖਿਲਾਫ ਹਾਂ। ਹੁਣ ਭਾਰਤ ਆ ਜਿਹੜਾ ਉਹ ਸਾਨ ਲੱਗਦਾ, ਹੁਣ ਇਉਂ ਲੱਗਦਾ ਵੀ ਸਾਡੀ ਰਾਜਨੀਤਿਕ ਜਿਹੜੀ ਕੈਰੀਅਰ ਆ ਉਹਦੇ 'ਚ ਭਾਰਤ ਸਾਡੇ ਅਗੇਂਸਟ ਹੈ। ਹੁਣ ਅਸੀਂ ਭਾਰਤ ਸਾਨ ਆ ਜਿਹੜਾ ਉਹ ਮਾਰ ਦਿੱਤਾ। ਹੁਣ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਜਿਹੜੀ ਘੋਲਣਾ, ਜਿਹੜੀ ਉਲੰਘਣਾ ਹੋ ਰਹੀ ਆ ਉਹਦੇ ਅਸੀਂ ਖਿਲਾਫ ਹੈ, ਪਰ ਗਰਮ ਖਿਆਲੀਆਂ ਦੇ ਅਸੀਂ ਨਾਲ ਨਹੀਂ। ਸਮਝ ਨਹੀਂ ਇਹਦੇ ਵਿੱਚ ਲੱਗਦੀ ਕਿ ਅੱਛਾ ਦੂਸਰੇ ਬੰਨੇ ਕਿਹੜੇ ਰਾਜਨੀਤਿਕ ਬੰਦੇ ਨੂੰ ਅਸੀਂ ਦੱਬਣਾ, ਕਿਹੜੇ ਰਾਜਨੀਤਿਕ ਬੰਦੇ ਦੀ ਚਰਨ ਵੰਦਨਾ ਕਰਨੀ ਹੈ। ਉਸ ਸਮੇਂ ਇਹ ਕਿੱਥੇ ਜਿਹੜੇ ਐਥਿਕਸ ਨੇ ਜਰਨਲਿਜ਼ਮ ਦੇ ਚਲੇ ਜਾਂਦੇ ਆ। ਉੱਥੇ ਇੱਕ ਸਮਾਜ ਦੀ ਸਿਰਜਣਾ ਕਰਦੇ ਕਰਦੇ ਇੱਥੇ, ਔਰ ਇਹਦੇ 'ਚ ਇਉਂ ਦੇਖਿਓ ਤੁਸੀਂ ਪਿਛਲੇ 5-7 ਸਾਲਾਂ ਦੇ ਵਿੱਚ ਇਹਦੇ ਵਿੱਚੋਂ ਜਿਹੜਾ ਗਿਰਗਟ ਵਾਂਗੂ ਰੰਗ ਬਦਲ ਕੇ ਕੁਝ ਪੱਤਰਕਾਰ ਜਿਹੜੇ ਉਹ ਕਿੱਥੋਂ ਕਿੱਥੇ ਜਾ ਵੜੇ, ਕੀ ਉਹਨਾਂ ਨੇ ਅਚੀਵ ਕੀਤਾ, ਕਿਹੜੀ ਉਹਨਾਂ ਨੇ ਮਦਦ ਲਈ, ਕਿਹੜਾ ਆਪਣੇ ਲਈ ਉਹਨਾਂ ਨੇ ਇਹ ਸੈੱਟ ਕਰ ਦਿੱਤੀ ਕਹਾਣੀ। ਕੋਈ ਜਾਣਦਾ ਨਹੀਂ ਸੀ ਇੱਥੇ ਹਰਤੋਸ਼ ਬੱਲ ਨੂੰ। ਹੌਲੀ ਹੌਲੀ ਲਿਆ ਕੇ ਜੀ ਸੱਚ ਬੋਲਦੇ ਆ ਜੀ, ਇਹ ਬੋਲਦੇ ਆ। KPS ਗਿੱਲ ਵੀ ਇੱਕ ਵਾਰ ਬੋਲਿਆ ਸੀ ਮਰਨ ਤੋਂ ਪਹਿਲਾਂ ਇੱਥੇ। ਸੋ ਚਲੋ ਇਹ ਮਰਜ਼ੀਆਂ ਨੇ, ਪਰ ਤੁਸੀਂ ਇੱਕ ਦੇਖਿਓ ਟ੍ਰਾਂਜੀਸ਼ਨ ਜਿਹੜੀ ਹੈ ਇੱਕ ਇਨਸਾਨ ਦੀ ਕਿੱਥੋਂ ਕਿੱਥੇ। ਪਹਿਲਾਂ ਅਸੀਂ ਇਹ ਦਿਖਾਓ ਵੀ ਅਸੀਂ ਇਹ ਗਰਮ ਖਿਆਲੀਆਂ ਦੇ ਖਿਲਾਫ ਆ, ਚੱਲੀ ਚੱਲੋ। ਫਿਰ ਹੁਣ ਅਸੀਂ ਗਰਮ ਖਿਆਲੀਆਂ ਦੇ ਨਾਲ ਵੀ ਹਾਂ, ਪਰ ਭਾਰਤ 'ਚ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੇ ਉਲੰਘਣਾ ਦੇ ਖਿਲਾਫ ਆ ਅਸੀਂ। ਕੀ ਫਰਕ ਪੈਂਦਾ ਹੈ ਇੱਥੇ ਲੋਕਲ ਕੌਣ ਬੋਲਦਾ ਕੌਣ ਨਹੀਂ ਬੋਲਦਾ? ਇੱਕ ਮਾੜੀ ਜਿਹੀ ਗੱਲ ਨੂੰ ਅਸੀਂ ਐਡੀ ਵੱਡੀ ਲੈ ਜਾਂਦੇ ਹਾਂ। ਬੋਲ ਜਵੇ ਜਿਹੜਾ ਬੋਲਦਾ, ਕੌਣ ਇੱਥੇ ਹਜ਼ਾਰਾਂ ਦੇ ਵਿੱਚ ਉੱਥੋਂ ਭਗੌੜੇ ਨੇ ਜਿਹੜੇ ਉਹ ਇੱਥੇ ਲੁਕੇ ਹੋਏ ਨੇ। ਲੋਕ ਘਰਾਂ ਦੇ ਵਿੱਚ ਰਿਟਾਇਰ ਹੋ ਕੇ ਜਿਹੜੇ ਉੱਥੇ, ਕੋਈ ਕਹਿੰਦਾ ਅਜੀਤ ਸਿੰਘ ਸੰਧੂ ਕੈਨੇਡਾ 'ਚ ਲੁਕਿਆ ਹੋਇਆ, ਮਰਿਆ ਹੀ ਨਹੀਂ। ਹੋਰ ਉਸ ਸਮੇਂ ਮਸ਼ੀਨਰੀ ਦੇ ਬਥੇਰੇ ਪੁਰਜੇ ਨੇ ਜਿਹੜੇ ਉਸ ਸਮੇਂ ਜਿਨ੍ਹਾਂ ਨੇ ਮਨੁੱਖੀ ਹੱਕਾਂ ਦਾ ਉਲੰਘਣਾ ਕੀਤੀ, ਉਹ ਇੱਥੇ ਬੈਠੇ ਆ ਕੇ। ਅਤੇ ਜਿਹਦਾ ਜਿਵੇਂ ਜਿੱਥੇ ਚੱਲਦੀ ਕਹਾਣੀ ਉਹ ਚੱਲਦੀ ਹੈ। ਕਿੱਡਾ ਕੁ ਕੌਣ ਕਿੰਨੇ ਕੁ ਜਾਣਦੇ ਹੋ ਤੁਸੀਂ ਹਰਤੋਸ਼ ਬੱਲ ਨੂੰ, ਅਤੇ ਉਹਦੇ ਬੋਲਣ ਅਤੇ ਨਾ ਬੋਲਣ ਦੇ ਵਿੱਚ ਕੀ ਹੋ ਜਾਣਾ ਸੀ? ਕਿਹਨੇ ਕ੍ਰੀਏਟ ਕਰਤਾ ਇਹ ਹਾਈਪ ਵੀ ਅਸੀਂ ਉਹਦੇ ਅਗੇਂਸਟ ਹਾਂ ਜੀ? ਰਿਸ਼ਤੇਦਾਰੀ ਮੇਰੇ ਖਿਆਲ ਜੇ ਸਿੱਖ ਐਕਟਿਵਿਸਟ ਦੀ ਗੱਲ ਤੁਸੀਂ ਕਰਦੇ ਹੋ ਗਰਮ ਖਿਆਲੀਆਂ ਦੀ, ਗਰਮ ਖਿਆਲੀ ਜੇ ਧਰਮ ਦੇ ਨੇੜੇ ਹੋਣਗੇ, ਕੀ ਉਹ ਕਿਸੇ ਬੰਦੇ ਦੇ ਦੋਸ਼ਾਂ ਦੇ ਕਰਕੇ ਉਸ ਦੇ ਪਰਿਵਾਰ ਜਿਹੜਾ ਲੌਂਗ ਗਾਂਹ ਤੋਂ ਗਾਂਹ ਕਿਤੇ ਜਾ ਕੇ ਭਤੀਜਾ
ਉਹਦੇ 'ਚ ਹੋਊਗਾ। ਇੱਥੇ ਤਾਂ ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਉਣ ਵਾਲੇ ਜਹਾਂਗੀਰ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼ਿਕਾਰ ਖੇਲਿਆ, ਪਰ ਜਿੱਥੇ ਮੁੱਦੇ ਸੀ ਉਹਦੇ ਮੁੱਦਿਆਂ ਤੇ ਲੜਾਈ ਵੀ ਕੀਤੀ। ਕਿੱਡੀ ਕੁ ਕਹਾਣੀ ਸੀ ਇਹ ਜਿਹੜੀ ਇਸ ਦੇ ਲੈਕਚਰ ਦੇ ਨਾਲ ਇਹ ਕੀ ਹੋਣਾ ਸੀ। ਪਰ ਕ੍ਰੀਏਸ਼ਨ ਤੁਸੀਂ ਇਸ ਚੀਜ਼ ਦੀ, ਇਹਦਾ ਟਵਿਸਟ ਵੇਖਿਓ ਵੀ ਇਹ ਬੰਦਾ ਕੌਣ ਸੀ, ਇਹਨੂੰ ਕੌਣ ਲੈ ਕੇ ਆਏ। ਉਹ ਅੱਜ ਬੰਦੇ ਖੜਨ ਵਾਲੇ ਕਿੱਥੇ ਖੜੇ ਨੇ। ਉਹਨਾਂ ਨੇ ਇਹ ਸਾਰੇ ਪਿਛਲੇ 5-10 ਸਾਲਾਂ ਦੇ ਬੁਣਤੀ ਦੇ ਬੁਣਨ ਦੇ ਵਿੱਚੋਂ ਕੀ ਕੱਢ ਲਿਆ। ਜੇ ਤੁਹਾਡੇ ਐਥਿਕਸ ਨੇ, ਜੇ ਤੁਸੀਂ ਬੰਦੇ ਜਿਹੜੇ ਆ ਕਦਰਾਂ ਕੀਮਤਾਂ ਤੇ ਆ, ਫਿਰ ਤੁਸੀਂ ਕਿਤੇ ਵੀ ਛਲ ਕਪਟ ਨਹੀਂ ਕਰ ਸਕਦੇ ਆਪਣੇ ਨਿੱਜੀ ਜ਼ਿੰਦਗੀ ਦੇ ਵਿੱਚ ਕੁਝ ਅਚੀਵ ਕਰਨ ਲਈ। ਕਿਹੜੇ ਮਨੁੱਖੀ ਹੱਕਾਂ ਦੀ ਗੱਲ ਤੁਸੀਂ ਕਰਨੀ ਆ, ਕਿੱਥੇ ਚਲੇ ਜਾਂਦੇ ਨੇ ਮਨੁੱਖੀ ਹੱਕਾਂ ਦੇ। ਜਿੱਦਣ ਆਪ ਛਲ ਕਪਟ ਕਰਦੇ ਆ ਅਸੀਂ, ਉਦਣ ਮਨੁੱਖੀ ਹੱਕ ਕਿਹਦੇ ਚਲੇ ਗਏ। ਜਿਹੜੇ ਹੋਰ ਕੋਈ ਦਾਅਵੇਦਾਰ ਹੁੰਦਾ ਕਿਸੇ ਚੀਜ਼ ਦਾ, ਉਹ ਕਿੱਥੇ ਚਲੇ ਗਏ ਫਿਰ। ਸੋ ਇਹ ਹੁਣ ਹਰਤੋਸ਼ ਵੱਲ ਆ ਗਿਆ ਜੀ। ਇਹ ਜੀ ਕਮਿਊਨਿਟੀ ਹੈ ਜਿਹੜੇ ਮਤਲਬ ਗਰਮ ਖਿਆਲੀ, ਉਹਨਾਂ ਨੇ ਕਿਹੜੇ ਗਰਮ ਖਿਆਲੀਆਂ ਨੇ ਬੰਦ ਕਰਤਾ ਦੱਸੋ, ਨਾਂ ਦਿਓ ਬਾਹਰ, ਕੁਛ ਨਹੀਂ ਪਤਾ। ਤੇ ਉਹਦੇ ਬੋਲਣ ਤੇ ਕਿਹਨੇ ਆਨਲਾਈਨ ਕਿੰਨੇ ਕੁ ਸੁਣਨ ਵਾਲੇ ਸੀ, ਤੇ ਉਹ ਕੀ ਉਹਦੇ ਕਿਹੜਾ ਉਹਦਾ ਇਸ਼ੂ ਸੀ ਜਿਹਦੇ ਤੇ ਉਹਨਾਂ ਨੇ ਬੋਲਣਾ ਸੀ। ਕੋਈ ਟੈਰਰਿਜ਼ਮ ਦੀ ਗੱਲ ਹੋ ਰਹੀ ਸੀ? ਨਹੀਂ, ਫਾਰਮਰਸ ਜਿਹੜਾ ਐਜੀਟੇਸ਼ਨ ਦੀ ਗੱਲ ਹੋਣੀ ਸੀ। ਉਹਦੇ ਬਾਅਦ ਮੈਂ ਉੱਜਲ ਦਸਾਂਝ ਹੋਣੀ ਕਹਿੰਦੇ ਮੈਂ ਡਿਗਰੀ ਫੂਕ ਦੇਣੀ ਹੈ ਇਹਦੇ ਵਿੱਚ, ਇਹਨੂੰ ਇਹ ਬੰਦ ਕਿਉਂ ਕੀਤਾ, ਜਾਂ ਤਾਂ ਉਸ ਦੀ ਗੱਲ ਦੀ। ਪਰ ਉਹਨਾਂ ਨੇ ਆਪਣੇ ਵੱਲੋਂ ਇਸ ਨੂੰ ਕਿਹਾ ਵੀ ਇਹ ਜਿਹੜੀ ਮਨੁੱਖੀ ਹੱਕਾਂ ਦੀ ਇਹਦੇ 'ਚ ਲੰਘਣਾ ਹੋਈ ਹੈ, ਗਲਤ ਪ੍ਰੈਸੀਡੈਂਟ ਸੈੱਟ ਹੋ ਗਿਆ। ਇਹ ਐਕੈਡੈਮਿਕ ਜਗ੍ਹਾ ਹੈ, ਇੱਥੇ ਸਾਰੇ ਬਰਾਬਰ ਨੇ। ਕਈ ਵਾਰ ਵੈਸੇ ਹੀ ਕਮਿਊਨਿਟੀ ਦੇ ਵਿੱਚ ਕੁਝ ਨਾ ਕੁਝ ਅਚੀਵ ਕਰਨ ਦੇ ਲਈ ਕੋਈ ਨਾ ਕੋਈ ਸ਼ਿੰਗੜੀ ਜਿਹੜੀ ਛੇੜ ਦਿੱਤੀ ਜਾਂਦੀ ਹੈ। ਗੁਰਮੁਖ ਦਿਓਲ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਉਹਦਾ ਵੀ ਮੈਂ ਤਾਂ ਆਪ ਨਹੀਂ ਬਾਹਲਾ ਕੁਝ ਜਾਣਦਾ ਹੈਗਾ, ਜਿਹੜਾ ਬਲਤੋਜ ਵੱਲ ਹੋਣੀ ਆ ਜਾਂ ਕਿੱਦਾਂ। ਪਰ ਜਦੋਂ ਫਿਰ ਇਹਨਾਂ ਦਾ KPS ਗੱਲ ਦਾ ਮੈਂ ਵੀ ਪੜ੍ਹਿਆ ਵੀ ਮਰਦੇ ਉੱਜਲ ਸਮਝ ਹੋਣਾ ਦਾ ਆ, ਫਿਰ ਚੀਜ਼ਾਂ ਦੇ ਸਮਝ ਆਉਂਦੇ ਆ ਵੀ ਜਿਹੜੀ ਤੁਸੀਂ ਇਹ ਗੱਲ ਕਹੀ ਨਾ, ਇੱਕ ਜਿਹੜਾ ਮੋਦੀ ਦੇ ਆਉਣ ਨਾਲ ਚਲੋ ਕਿਸੇ ਨੂੰ ਲੱਗਦਾ ਹੋਊਗਾ ਵੀ ਕੀ ਬਹੁਤ ਮਾੜਾ ਹੋ ਚੱਲਿਆ ਯਾਰ, ਪਰ ਮੈਨੂੰ ਇੰਨਾ ਵਧੀਆ ਲੱਗਦਾ ਵੀ ਮੋਦੀ ਦੇ ਆਉਣ ਨਾਲ ਘੱਟੋ ਘੱਟ ਜਿਹੜਾ ਅਖੌਤੀ ਜਿਹਾ ਇੱਕ ਸੈਕੂਲਰ ਤੇ ਲਿਬਰਲਿਜ਼ਮ ਦਾ ਜਿਹੜਾ ਮਖੌਟਾ ਪਾਇਆ ਸੀ ਕਈ ਲੋਕਾਂ ਨੇ, ਹਨਾ, ਉਹ ਸਾਰੇ ਨੰਗੇ ਹੋ ਗਏ ਆ। ਕਿਉਂਕਿ ਇਹ ਲੋਕਾਂ ਨੇ ਕਦੇ ਵੀ ਅੱਜ ਤੱਕ ਇਹਨਾਂ ਦੇ ਹਿਊਮਨ ਰਾਈਟ ਵੀ ਆਪਣਿਆਂ ਲਈ ਆ, ਵੱਖਰੇ ਹੀ ਆ। ਇਹਨਾਂ ਨੂੰ ਮੰਨ ਲਓ ਗਰਮ ਦਲ ਵੀ ਆਪਣਾ ਹੀ ਆ, ਇਹਨਾਂ ਦਾ ਨਰਮ ਦਲ ਵੀ ਆਪਣਾ ਹੀ ਆ। ਹੁਣ ਇੱਕੋ ਹੀ ਬੰਦਾ ਹੁੰਦਾ, ਇਹਨਾਂ ਉਹਨਾਂ ਲਈ ਨਹੀਂ ਸੁਣਿਆ ਵੀ ਜੇ ਕੋਈ ਮੰਨ ਲਓ ਕੋਈ ਧਰਮ ਦੀ ਰਾਜਨੀਤੀ ਦੇ ਆਧਾਰ ਤੇ ਕੋਈ ਕਰਦਾ ਉਹ ਜੀ ਕੱਟੜਵਾਦੀ ਹੁੰਦਾ ਆ। ਹੁਣ ਮੈਂ ਕੋਈ ਗੱਲ ਕਰਦਾ, ਮੈਨੂੰ ਤਾਂ ਸਮਝ ਵੀ ਇੱਕੋ ਹਿਊਮਨ ਬੀਇੰਗ ਆ, ਉਹਦੇ ਅੰਦਰ ਹੀ ਨਰਮ ਵਿਚਾਰ ਵੀ ਹੁੰਦੇ, ਸਮੇਂ ਤੇ ਆਉਣ ਤੇ ਗਰਮ ਵੀ ਹੁੰਦੇ ਆ, ਤੇ ਮੰਨ ਲਓ ਸੈਂਟਰ ਸਾਰਾ ਕੁਝ ਹੁੰਦਾ। ਉਹਨੂੰ ਤੁਸੀਂ ਅਲੱਗ-ਅਲੱਗ ਕਰਕੇ ਆਪਣੇ ਆਪ ਨੂੰ ਲੈਫਟ ਰੱਖ ਲਿਆ, ਆਪਣੇ ਆਪ ਨੂੰ ਰਾਈਟ ਰੱਖ ਲਿਆ। ਇਹ ਇੱਕ ਬੜੀ ਡਰਾਮੇਬਾਜ਼ੀ ਆ ਜਦੋਂ ਕਿ ਇੱਕੋ ਹੀ ਬੰਦਾ ਹੁੰਦਾ ਆ। ਜਦੋਂ ਤੁਸੀਂ ਕਹੋ ਵੀ ਅਸੀਂ ਇੱਕੋ ਹੀ ਚੀਜ਼, ਅਸੀਂ ਇੱਕੋ ਥਾਟ ਹੈ ਵੀ ਦੂਜੀ ਤਾਂ ਅਸੀਂ ਕਮੈਂਟ ਹੀ ਨਹੀਂ ਕਰਦੇ, ਬੋਲਦੇ ਹੀ ਨਹੀਂ ਹੈਗੇ। ਜਦ ਕਿ ਸਭ ਤੋਂ ਵੱਧ ਬੇਲੋੜਾ ਉਹਨਾਂ ਲੋਕਾਂ ਤੇ ਬੋਲਿਆ ਜਾਂਦਾ ਹੈਗਾ ਜਿਹੜੇ ਕਹਿੰਦੇ ਅਸੀਂ ਧਰਮ ਨੂੰ ਨਹੀਂ ਮੰਨਦੇ, ਉਹ ਦਿਨ ਰਾਤ ਧਰਮ ਦੀ ਗੱਲ ਕਰਨੀ ਆ। ਹੁਣ ਇਹ ਜਿਹੜੀ ਗੱਲ ਕਹੀ ਤੁਸੀਂ, ਮੈਨੂੰ ਤਾਂ ਆਪ ਨਹੀਂ ਲੱਭਾ ਵੀ ਕਿਹਨੇ ਇਹਨਾਂ ਨੂੰ ਨਾ ਕੀਤੀ ਆ, ਜਾਂ ਉਹ ਸੋ ਕਾਲ ਚਲੋ ਕੋਈ ਵੀ ਹੋਣ ਬੰਦੇ, ਉਹਨਾਂ ਦਾ ਨਾਂ ਦੱਸਣਾ ਚਾਹੀਦਾ। ਪਰ ਘੱਟੋ ਘੱਟ ਹੁਣ ਉੱਜਲ ਦਸਾਂਝ ਹੋਣਾ ਨੂੰ ਮੈਨੂੰ ਤਾਂ ਸਮਝ ਵੀ ਅੱਗੇ ਹਿਊਮਨ ਰਾਈਟ ਦੇ ਕਿੱਡੇ ਰੱਖੇ ਹੁੰਦੇ ਸੀਗੇ, ਜਿਹੜੀ ਇਹਨਾਂ ਨੂੰ ਹੁਣ ਤਕਲੀਫ ਹੋਈ ਆ ਵੀ ਜਿਹੜੀ ਡਿਗਰੀ ਇਹਨਾਂ ਦੀ ਵੀ ਇਹ ਹੁਣੇ ਫੂਕ ਦੇਣੀ। ਸਾਡੇ ਵੱਲੋਂ ਫੂਕ ਦੇਣ, ਜਿਹੜੀ ਕੱਲ੍ਹ ਬੋਲਣੀ ਮੇਰੇ ਕੋਲ ਹੁਣ ਫੂਕ ਦੇਣਾ, ਅਸੀਂ ਕੀ ਲੈਣਾ ਤੇਰੀਆਂ ਡਿਗਰੀਆਂ ਤੋਂ ਜਿਹੜੀਆਂ ਪਹਿਲਾਂ ਨਹੀਂ ਤੁਸੀਂ। ਪਰ ਘੱਟੋ ਘੱਟ ਇਹ ਲੋਕਾਂ ਦਾ ਹੁਣ ਆਪਾਂ, ਚਲੋ ਮੈਂ ਹੋਰ ਨਹੀਂ ਕਹਿੰਦਾ, ਫਿਰ ਜੇ ਇਹ ਗੱਲ ਹੈ ਤਾਂ ਫਿਰ ਅਸੀਂ BJP ਦਾ ਕਾਹਤੋਂ ਵਿਰੋਧ ਕਰਦੇ ਹਾਂ, ਉਹਨਾਂ ਦੀਆਂ ਰੈਲੀਆਂ ਦਾ, ਜੇ ਉਹਨਾਂ ਨੂੰ ਕਿਉਂ ਨਹੀਂ ਕੱਢਣ ਦਿੰਦੇ? ਉਹਨਾਂ ਦਾ ਵੀ ਤਾਂ ਉਨਾ ਰਾਈਟ ਆ। ਕੋਈ ਵੀ ਚੀਜ਼ ਆ, ਜੇ ਅਸੀਂ ਆਪਣਾ ਰਾਈਟ ਮੰਨਦੇ ਆ, ਅਸੀਂ ਉਹ ਕਿਸਾਨਾਂ ਦੀ ਕਾਨੂੰਨ ਰੱਦ ਕਰਾਉਣ ਦੇ ਹੱਕ ਜਿਹੜੇ ਉਹਨਾਂ ਨੂੰ ਕਾਨੂੰਨਾਂ ਨੂੰ ਵਧੀਆ ਕਰਦੇ, ਤਾਂ ਉਹਨਾਂ ਦਾ ਵੀ ਰਾਈਟ ਉਹਨਾਂ ਹੀ, ਉਹਨਾਂ ਨੂੰ ਫਿਰ ਅਸੀਂ ਕਿਉਂ ਰੋਕਦੇ ਆ? ਵੀ ਅਸੀਂ ਮੰਨ ਲਓ ਇੱਕ ਰੈਡੀਕਲ ਜਾ ਕੇ, ਹੁਣ ਮੈਂ ਆਪਣੇ ਆਪ ਨੂੰ, ਜੇ ਇਹਨਾਂ ਨੂੰ ਰੈਡੀਕਲ ਤੋਂ ਤਕਲੀਫ ਹੈ, ਮੈਂ ਆਪਣੇ ਆਪ ਓਪਨਲੀ ਕਹਿੰਦਾ ਵੀ ਭਾਈ ਮੈਂ ਰੈਡੀਕਲ ਆ, ਦੱਸੋ ਕਿਉਂ ਕੀ ਤਕਲੀਫ ਹੈ ਮੇਰੇ ਰੈਡੀਕਲ ਹੋਣ ਤੋਂ? ਜੇ ਮੈਨੂੰ ਕੋਈ ਗਰਮ ਦਲੀਆ ਕਹਿਣਾ, ਮੈਂ ਹਾਂ ਗਰਮ ਦਲੀਆ ਦੱਸੇ ਕਿ ਇਹਨਾਂ ਤੇ ਮੰਨ ਲਓ ਵੀ ਤੁਸੀਂ ਆਪਣਾ ਮਾਈਂਡ ਸੈੱਟ ਕੀਤਾ ਆ ਵੀ ਸਾਡੇ ਮਾਈਂਡ ਸੈੱਟ ਤੋਂ ਤੁਸੀਂ ਬਾਹਰ ਜਾ ਕੇ ਗੱਲ ਨਹੀਂ ਕਰੋਗੇ। ਹੁਣ ਉਹ ਕੱਲਾ, ਜੇ ਹੁਣ ਉੱਜਲ ਦਸਾਂਝ ਅੱਜ ਕੋਈ ਗੱਲ ਕਰਦਾ, ਉਹ ਕੱਲਾ ਅੱਜ ਨਹੀਂ ਜਾਂ ਉਹ ਗੱਲ ਹੋਣੀ ਕਰਦੇ ਆ, ਉਹਨਾਂ ਦੇ ਪਿੱਛੇ ਜਿਹੜਾ ਇੱਕ ਉਹਨਾਂ ਦਾ ਇਤਿਹਾਸ ਹੁੰਦਾ, ਉਹ ਵੀ ਚੀਜ਼ ਹੁੰਦੀ ਆ ਨਾ, ਉਹਦੇ ਕਰਕੇ ਉਹਦਾ ਵਿਰੋਧ ਕੀਤਾ ਜਾਂਦਾ ਹੁੰਦਾ। ਸਾਨੂੰ ਪਤਾ ਲੱਗ ਜਾਂਦਾ ਜੇ ਅੱਜ ਉੱਥੇ ਹੁਣ ਮੰਨੋ ਲੱਖੇ ਸਿਧਾਣੇ ਦੇ ਭਰਾ ਦੀ ਕੁੱਟਮਾਰ ਹੋਈ ਆ ਮਨੁੱਖੀ ਅਧਿਕਾਰਾਂ ਦੀ, ਗੱਲਬਾਤ ਕੀ, ਹਾਂਜੀ ਸਾਨੂੰ ਵੀ
ਲੱਗਦਾ ਵੀ ਗਲਤ ਹੋਇਆ, ਪਰ ਉਹ ਕਿਤੇ ਅੱਜ ਥੋੜਾ ਗੱਲ ਸ਼ੁਰੂ ਹੋਈ ਆ, ਜਾਂ ਉਹ ਦਿੱਲੀ ਪੁਲਿਸ ਨੇ ਅੱਜ ਥੋੜਾ, ਪੰਜਾਬ ਪੁਲਿਸ ਨੇ ਅੱਜ ਥੋੜਾ ਸ਼ੁਰੂ ਕਰਤੀ। ਸਾਡੇ ਕੋਲ ਰਵੀ ਦਿਸ਼ਾ ਜਿਹੜੀ ਸਾਊਥ ਦੀ, ਉਹਦੇ ਲਈ ਸਾਡੇ ਕੋਲ ਟਾਈਮ ਹੈਗਾ ਕੱਢਣ ਤੇ। ਸਾਡੇ ਮੁੰਡੇ ਜਿੱਧਰ ਰਣਜੀਤ ਸਿੰਘ ਨੂੰ ਉੱਥੇ ਉਹਨਾਂ ਨੇ ਕੁੱਟਿਆ ਹੈਗਾ ਦਿੱਲੀ ਪੁਲਿਸ ਦੇ, ਉਹਦੇ ਪੈਰ ਰੱਖ ਕੇ ਜਦੋਂ ਉਹ ਔਰਤਾਂ ਮੰਨ ਲਓ ਉੱਥੇ ਟੈਂਟ ਮੋਰੇ ਰੱਖੀ ਗਏ, ਉਦੋਂ ਸਾਡੀ ਕਿੱਥੇ ਗਈ ਹੋ ਸੀਗੀ, ਜੋ ਤੋਂ ਪਹਿਲਾਂ ਕਿੱਥੇ ਗਏ ਹੋ ਸੀਗੇ ਅਸੀਂ। ਸਾਰਾ ਕੁਝ ਤਾਂ ਸੈਂਟਰਲਾਈਜ਼ ਅਸਲ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਮੋਦੀ ਨਾਲ ਵਿਰੋਧ ਹੋਵੇ ਚਾਹੇ ਨਾ, ਪਰ ਮੈਂ ਮੋਦੀ ਦਾ ਘੱਟੋ ਘੱਟ ਕਹਿਣਾ ਵੀ ਇਹਨੇ ਮੋਦੀ ਨੇ ਇਹਨਾਂ ਸਾਰਿਆਂ ਦੇ ਮੁਖੌਟੇ ਉਤਾਰੇ ਆ। ਉਹਨੇ ਘੱਟੋ ਘੱਟ ਇਹ ਲੋਕ ਜਿਹੜੇ ਇੱਕ ਸਾਨੂੰ ਬੇਵਕੂਫ ਬਣਾ ਰਹੇ ਸੀਗੇ ਹੁਣ ਤੱਕ ਸੈਕੂਲਰਿਜ਼ਮ ਜਾਂ ਕਦੇ ਲਿਖਤ ਦਾ ਮੁਖੌਟਾ ਪਾ ਕੇ, ਠੀਕ ਆ ਅਸੀਂ ਕਿਸੇ ਦਾ ਵਿਰੋਧ ਕਰਨਾ ਠੀਕ ਹੈ, ਪਰ ਦੂਜੇ ਨੂੰ ਪਹਿਲਾਂ ਆਪਣਾ ਜਦੋਂ ਪਾਸ ਆ ਉਹ ਤੇ ਵੀ ਕਲੈਰਿਟੀ ਕਰੋ। ਇੱਥੇ ਉਹਨਾਂ ਲੋਕਾਂ ਨੂੰ ਇਹਨਾਂ ਨੇ ਲਿਆ ਕੇ ਤੇ ਮੌਕੇ ਦਿੱਤੇ ਆ ਜਿਹੜੇ ਦੇ ਮੰਨ ਲਓ ਆਪ ਮੁਖਬਰੀਆਂ ਕਰਨ ਦਾ ਇਤਿਹਾਸ ਹੈ, ਉਹਨਾਂ ਦੀਆਂ ਧੀਆਂ ਨੂੰ, ਉਹਨਾਂ ਦੇ ਪੁੱਤਾਂ ਨੂੰ, ਸਾਰਾ ਕੁਝ ਦੂਜਿਆਂ ਨੂੰ ਵੀ। ਹੁਣ ਉਹ ਹਰੇਕ ਥਾਂ ਤੇ ਭਗੌੜੇ ਵੀ 26 ਜਨਵਰੀ ਤੋਂ ਬਾਅਦ ਹੁਣ ਤੱਕ ਤੁਸੀਂ ਕੀ ਦੇਖੋ ਹੁਣ ਤੱਕ ਹੋਇਆ ਕਿੰਨਾ, ਹੁਣ ਉਹ ਲੋਕ ਜੂ ਟਰਨਾਂ ਵੀ ਮਾਰੀ ਜਾਂਦੇ, ਸਾਰਾ ਕੁਝ ਹੀ ਆ। ਮੇਰਾ ਕਹਿਣ ਤੋਂ ਜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਸਮੁੱਚਤਾ 'ਚ ਕਰੋ, ਜਿੱਥੇ ਕੋਈ ਗਲਤ ਹੈ ਉਹਨੂੰ ਗਲਤ ਕਹੋ, ਜਿੱਥੇ ਸਹੀ ਆ ਹੋ ਸਕਦਾ ਵੱਲ ਦੇ ਆਪਣੇ ਉਹ ਰਿਸ਼ਤੇਦਾਰ ਉਹਦਾ ਭਤੀਜਾ ਉਹਦੇ ਆਪਣੇ ਉਹ KBS ਗੱਲਾਂ ਨਹੀਂ ਵਿਚਾਰ ਮੰਨਦੇ ਨੂੰ ਦੱਸੇ ਵੀ ਸਪਸ਼ਟੀਕਰਨ ਦੇਵੇ ਭਾਈ ਮੈਂ ਉਹਨੂੰ ਮਨੁੱਖਤਾ ਦਾ ਘਾਣ ਮੰਨਦਾ ਤੇ ਮੈਂ ਕਹਿੰਦਾ ਕਿਹੜਾ ਸਿੱਖ ਆ ਉਹਦਾ ਰੋਕੂਗਾ, ਅਸੀਂ ਉਹਦੇ ਹੱਕ 'ਚ ਖੜਾਂਗੇ। ਜੇ ਉਹਨੂੰ ਵੀ ਜਸਟੀਫਾਈ ਕਰਦਾ ਵੀ ਉਹਨੇ ਜੀ ਉਹ ਅੱਤਵਾਦ ਖਤਮ ਕਰਤਾ ਫਲਾਨਾ ਕਰਤਾ, ਫਿਰ ਉਦੋਂ ਦੀਆਂ ਲਾਹਣਤਾਂ ਵੱਲ ਵਰਗੇ ਨੂੰ ਕੌਣ ਬੋਲਣ ਦੇ ਦੂਗਾ। ਪਹਿਲਾਂ ਤੁਹਾਨੂੰ ਆਪਣੇ ਪਾਸਟ ਦੇ ਵਿੱਚ ਜੇ ਮੇਰਾ ਕਿਸੇ ਨਾਲ ਰਿਲੇਸ਼ਨ ਹੈ ਮੈਨੂੰ ਉਹਦਾ ਦੱਸਣਾ ਪੈਣਾ ਵੀ ਭਾਈ ਮੈਂ ਉਸ ਚੀਜ਼ ਨੂੰ ਕਿੱਦਾਂ ਸੋਚਦਾ ਆ। ਜੇ ਅੱਜ ਮੇਰੀ ਗੱਲ ਸੁਣੋ, ਮੈਂ ਅੱਜ ਕਹਿੰਦਾ ਵੀ ਸੰਤਾਂ ਨੇ ਜਿਹੜੀ ਵੱਧ ਅਧਿਕਾਰਾਂ ਦੀ ਧਰਮ ਯੁੱਧ ਜੋ ਮੋਰਚੇ ਦੀ ਲੜਾਈ ਲੜੀ ਜਾਂ ਸਿੱਖ ਸੰਘਰਸ਼ ਲੜਿਆ, ਉਹ ਸਟੇਟ ਦੇ ਵਿਰੁੱਧ ਜਸਟੀਫਾਈ ਕਰਦਾ ਜੋ ਵੀ ਵਰਤਾਰਾ ਸਟੇਟ ਦਾ ਆ। ਤੁਸੀਂ ਉਹਨੂੰ ਚੀਜ਼ ਨੂੰ ਪਹਿਲਾਂ ਜਸਟੀਫਾਈ ਕਰੋ, ਫਿਰ ਮਨੁੱਖੀ ਅਧਿਕਾਰਾਂ ਦੀ ਗੱਲ ਕਰੋ। ਜੇ ਤੁਸੀਂ ਕਹੋਗੇ ਨਹੀਂ ਸਿੱਖ ਲੜੇ ਹੀ ਨਹੀਂ ਸਕਦੇ, ਇੱਕ ਧਾਰਮਿਕ ਬੰਦਾ ਆਪਣੀ ਪਹਿਰਾਵੇ ਜਾਂ ਆਪਣੇ ਅਕੀਦੇ ਵਿੱਚ ਰਹਿ ਕੇ ਲੜਾਈ ਨਹੀਂ ਲੜ ਸਕਦਾ, ਇਹ ਗੱਲਾਂ ਜਿਹੜੀਆਂ ਯੂਨੀਵਰਸਿਟੀਆਂ ਕਲਚਰ ਦੀਆਂ ਜਿਹੜੀਆਂ ਸੈੱਟ ਹੋਈਆਂ ਟੁੱਟਣੀਆਂ ਆ। ਇਹਦੇ ਲਈ ਭਾਵੇਂ ਕੋਈ ਠੀਕ ਆ ਤੁਹਾਡੇ ਕੋਲ ਆਵਾਜ਼ ਆ, ਤੁਸੀਂ ਆਪਣੀ ਗੱਲ ਰੱਖ ਸਕਦੇ ਆ, ਕੋਈ ਮੀਡੀਆ ਵਾਲਾ ਹੋਰ ਰੱਖ ਦੂਗਾ, ਪਰ ਇਹ ਹੁਣ ਬਹੁਤਾ ਚਿਰ ਨਹੀਂ ਹੈਗਾ। ਤੁਹਾਨੂੰ ਹਰ ਗੱਲ ਦਾ ਜੇ ਮੈਂ ਕੋਈ ਗੱਲ ਇੱਥੇ ਕਹਿ ਗਈ ਉਹਦਾ ਜਵਾਬਦੇਹੀ ਦੇਣੀ ਪੈਣੀ ਹੈ। ਤੁਸੀਂ ਮਨੁੱਖਤਾ ਦਾ ਮਨੁੱਖੀ ਅਧਿਕਾਰ ਮੰਨਦੇ ਹੈਗੇ, ਇਹਨੂੰ ਪਹਿਲਾਂ ਇਹ ਤਾਂ ਡਿਕਲੇਅਰ ਕਰੋ। ਤੁਸੀਂ ਸਿਰਫ ਆਪਣੇ ਇੱਕ ਕੋਡਮੈਨ ਨੂੰ ਜਾਂ ਆਪਣੇ ਜਿਹੜਾ ਤੁਸੀਂ ਸਿਰਜਿਆ ਹੈ ਢਾਂਚਾ ਕੋਈ ਲੈਫਟ ਰਾਈਟ ਵਾਲਾ ਉਹਨੇ ਮਨੁੱਖੀ ਅਧਿਕਾਰਾਂ 'ਚ ਲਈ ਜਾਂਦੇ। ਸਾਰੀ ਦੁਨੀਆ ਦੇ ਮਨੁੱਖੀ ਅਧਿਕਾਰ ਆ। ਧੰਨਵਾਦ ਜੀ। ਸੋ ਇਹ ਸੀ ਜੀ ਪ੍ਰੋਗਰਾਮ। ਧੰਨਵਾਦ, ਤੁਸੀਂ ਸ਼ਾਮਲ ਹੁੰਦੇ ਹੋ, ਗੱਲਾਂ ਬਾਤਾਂ ਕਰਦੇ ਹੋ ਤੇ ਆਪਣੀ ਪਕੜ ਬਣਾ ਕੇ ਰੱਖਦੇ ਹੋ। ਭਾਈਚਾਰੇ ਦੇ ਵਿੱਚ ਬਹੁਤ ਕੁਝ ਵਾਪਰਿਆ ਹੁੰਦਾ, ਨਿਗਾਹ ਰੱਖਣੀ ਬਹੁਤ ਜ਼ਰੂਰੀ। ਮੇਰੇ ਤੋਂ ਬਾਅਦ ਨਿੰਮੀ ਡੌਲਾ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣਗੇ। ਕੱਲ੍ਹ ਨੂੰ ਆਉਣੇ ਆ ਫੇਰ 9 ਵਜੇ। ਰੱਬ ਰੱਖਾ।